हाजरीन ही है ना, ये सिर्फ नाजरीन होंगे। सर बहुत नहीं, आप ही हैं मेरे ख्याल है सर। नहीं कसम नहीं, मैं और ਤੁਹਾਨੂੰ ਕੱਲ ਦੀ ਸਟੈਟਿਸਟਿਕ ਉਹ ਹੁਣ ਤੱਕ ਜਿਹੜੀ ਲਾਈਵ ਹੋ ਗਿਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੈਂ ਆਪਣੇ ਸਾਰੇ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ SLF 21 ਦੀ ਟੀਮ ਵੱਲੋਂ ਜੀ ਆਇਆਂ ਨੂੰ ਕਹਿਣਾ। ਅੱਜ ਦਾ ਸਾਡਾ ਸੈਸ਼ਨ ਜਿਹੜਾ ਹੈ ਉਹ ਬਹੁਤ ਅਹਿਮ ਮੌਜੂ ਹੈ ਪੰਜਾਬੀ ਲੋਕ ਅਦਬ ਦੇ ਹਵਾਲੇ ਨਾਲ। ਔਰ ਮੌਜੂ ਬੜਾ ਇਸ ਗੱਲੋਂ ਮੈਂ ਕਿਹਾ ਬੜਾ ਖਿਲਾਰਮਾ ਔਰ ਬੜਾ ਖੁੱਲਾ ਹੈ ਕਿ ਸਾਡਾ ਮੌਜੂ ਅਗਰ ਅਸੀਂ ਪਿਨ ਪੁਆਇੰਟ ਕਰੀਏ ਤੇ ਹੈ ਕਿ ਲੋਕ ਅਦਬ ਵਿੱਚ ਇਜ਼ਹਾਰ ਦੀ ਆਜ਼ਾਦੀ। ਪੰਜਾਬ ਦਾ 6ਵਾਂ ਦਰਿਆ ਕਿਹਾ ਜਾਂਦਾ ਲੋਕ ਅਦਬ ਨੂੰ, ਔਰ ਸ਼ਾਇਦ ਇਸ ਲਈ ਕਿਹਾ ਜਾਂਦਾ ਕਿ ਜਿੰਨੀ ਇਜ਼ਹਾਰ ਦੀ ਖੁੱਲ ਲੋਕ ਅਦਬ ਦੇ ਵਿੱਚ ਹੈ ਉਹ ਹੋਰ ਕਿਸੇ ਪਾਸੇ ਨਹੀਂ ਹੈ। ਤੇ ਸਾਡੇ ਕੋਲ ਅੱਜ ਦਾ ਪੈਨਲ ਵੀ ਜਿਹੜਾ ਇਸ ਹਵਾਲੇ ਨਾਲ ਬਹੁਤ ਅਹਿਮ ਹੈ, ਬਹੁਤ ਮਹਾਨ ਸ਼ਖਸੀਅਤ ਜਿਨ੍ਹਾਂ ਨੂੰ ਅਸੀਂ ਅਹਿਮੀਅਤ ਦਿੱਤੀ ਹੈ, ਔਰ ਸਾਰੇ ਹੀ ਲੋਕ ਅਦਬ ਦੇ ਫੀਲਡ ਵਿੱਚ ਮੰਨੇ ਪਰਮੰਨੇ ਸਕਾਲਰ ਨੇ। ਅਸੀਂ ਵਾਰੀ-ਵਾਰੀ ਗੱਲ ਕਰਾਂਗੇ ਔਰ ਵਾਰੀ-ਵਾਰੀ ਮੈਂ ਇੰਟਰੋਡਕਸ਼ਨ ਸਾਰਿਆਂ ਦਾ ਕਰਾਂਦਾ ਜਾਵਾਂਗਾ। ਮੁਖਤਸਰਨ ਮੈਂ ਕੱਲ ਦੇ ਹਵਾਲੇ ਨਾਲ ਇੱਕ ਛੋਟਾ ਜਿਹਾ ਤਾਰਫ ਆਪਣੇ ਜਿਹੜੇ ਸਾਡੇ ਮੌਜੂਦ ਦਾਨਿਸ਼ਵਰ ਜਿਨ੍ਹਾਂ ਨੇ ਅੱਜ ਸਾਨੂੰ ਜੁਆਇਨ ਕੀਤਾ ਔਰ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਕਿ ਸਰ ਕੱਲ ਸਾਡਾ ਪਹਿਲਾ ਦਿਨ ਸੀ SLF 21 ਦਾ ਸਰਗੋਦਾ ਲਿਟਰੇਰੀ ਫੈਸਟੀਵਲ ਦਾ ਚੌਥਾ ਐਡੀਸ਼ਨ, ਔਰ ਆਨਲਾਈਨ ਸੀ ਔਰ ਬਹੁਤ ਸ਼ਾਨਦਾਰ ਰਿਸਪੌਂਸ ਸਾਨੂੰ ਮਿਲਿਆ ਔਰ ਅਸੀਂ ਬੜੇ ਖੁਸ਼ ਹਾਂ ਕਿ ਜੀ ਇੰਨਾ ਅੱਛਾ ਰਿਸਪੌਂਸ ਮਿਲਿਆ ਔਰ ਇਨਸ਼ਾਅੱਲਾ ਅੱਜ ਉਸ ਤੋਂ ਬਿਹਤਰ ਦੀ ਅਸੀਂ ਉਮੀਦ ਕਰਦੇ ਹਾਂ। ਮੌਜੂ ਵੱਲ ਮੇਰਾ ਖਿਆਲ ਵੱਧਨੇ ਆ, ਮੈਂ ਇਸ ਵਾਸਤੇ ਜ਼ਿਆਦਾ ਗੱਲ ਨਹੀਂ ਕਰਦਾ ਕਿ ਮੈਂ ਕੁਛ ਟਾਈਮ ਸਾਡਾ ਪਹਿਲੇ ਨਿਕਲ ਗਏ ਤੇ ਅਸੀਂ ਖੁਆਇਸ਼ਮੰਦ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਆਪਣੇ ਜਿਹੜੇ ਮਹਿਮਾਨ ਨੇ ਉਹਨਾਂ ਕੋਲੋਂ ਸੁਣੀਏ। ਸਭ ਤੋਂ ਪਹਿਲੇ ਡਾਕਟਰ ਫੈਸਲ ਜੱਪਾ ਸਾਹਿਬ, ਮੈਂ ਮੁਖਤਸਰ ਜਿਹਾ ਜੱਪਾ ਸਾਹਿਬ ਦਾ ਤਾਰਫ ਅਗਰ ਕਰਾਵਾਂ। ਜੱਪਾ ਸਾਹਿਬ ਨੌਜਵਾਨ ਰਿਸਰਚਰ ਨੇ ਫੋਕ ਦੇ ਮੈਦਾਨ ਵਿੱਚ ਔਰ ਬਹੁਤ ਸ਼ਾਨਦਾਰ ਕੰਮ ਹੈ ਇਹਨਾਂ ਦਾ, ਬਹੁਤ ਬੜਾ ਕੰਮ ਫੈਸਲ ਜੱਪਾ ਸਾਹਿਬ ਦਾ। ਇਹਨਾਂ ਨੇ ਜਿਹੜਾ ਸਾਡੇ ਕੋਲੇ ਪੰਜਾਬ ਦੇ ਵਿੱਚ ਇੱਕ ਸੱਥ ਦਾ ਕਲਚਰ ਸੀ, ਪੰਚਾਇਤ ਦਾ ਜਿਹੜਾ ਕਲਚਰ ਸੀ, ਉਸ ਦੇ ਉੱਤੇ ਰਿਸਰਚ ਕੀਤੀ ਕਿ ਕਿਸ ਤਰ੍ਹਾਂ ਅੰਗਰੇਜ਼ ਦੇ ਆਉਣ ਤੋਂ ਪਹਿਲੇ ਸਾਡੇ ਕੋਲੇ ਜਸਟਿਸ ਸਿਸਟਮ ਜਿਹੜਾ ਉਹ ਈਜ਼ੀ ਟੂ ਐਕਸੈਸ, ਹਰ ਬੰਦੇ ਦੀ ਪਹੁੰਚ ਵਿੱਚ ਔਰ ਮੁਫਤ ਸੀ, ਕਿ ਪਿੰਡਾਂ ਦੇ ਵਿੱਚ ਪੰਚਾਇਤਾਂ ਸੱਥਾਂ ਦਾ ਪੂਰਾ ਇੱਕ ਨਿਜ਼ਾਮ ਸੀ। ਕਿਵੇਂ ਅੰਗਰੇਜ਼ ਨੇ ਆ ਕੇ ਉਹ ਚੌਪਟ ਕੀਤਾ ਔਰ ਸਾਨੂੰ ਸਿਰ ਦੇ ਬਾਹਰ ਖੜਾ ਕੀਤਾ, ਵਕੀਲ ਵਾਲਾ ਕਲਚਰ ਵਿੱਚ ਕਚਹਿਰੀ ਅਦਾਲਤ ਦਾ ਲੈ ਆਂਦਾ ਔਰ ਇਨਸਾਫ ਜਿਹੜਾ ਉਹ ਬਰਾਏ ਫਰੋਖਤ ਕੀਤਾ। ਇਹਦੇ ਉੱਤੇ ਲੋਕ ਅਦਬ ਦੇ ਹਵਾਲੇ ਨਾਲ ਬੜਾ ਕੁਝ ਹੈ ਵੀ ਹੈ। ਜੱਪਾ ਸਾਹਿਬ ਨੇ ਇੱਥੇ ਬੜੀ ਰਿਸਰਚ ਕੀਤੀ। ਬਾਅਦ ਦੇ ਵਿੱਚ ਜੱਪਾ ਸਾਹਿਬ ਦੀ ਜਿਹੜੀ PhD ਹੈ ਉਹ ਬਰਾਹ ਰਾਸਤ ਲੋਕ ਅਦਬ ਦਾ ਮੌਜੂ ਹੈ, ਮਾਈਏ ਦੇ ਉੱਤੇ PhD ਹੈ ਔਰ ਬਹੁਤ ਸੋਹਣਾ ਕੰਮ। ਔਰ ਇਹਦੇ ਵਿੱਚ ਇਹਨਾਂ ਨੇ ਬਾਕੀ ਜਿਹੜੀਆਂ ਰੀਜਨਲ ਲੈਂਗੁਏਜਸ ਨੇ ਉਹਨਾਂ ਦੇ ਕੰਪੈਰੀਜ਼ਨ ਦੇ ਨਾਲ ਵੀ ਉਹਨੂੰ ਦੇਖਿਆ ਔਰ ਬੜਾ ਖੂਬਸੂਰਤ ਕੰਮ। ਇਸ ਤੋਂ ਇਲਾਵਾ ਜੱਪਾ ਸਾਹਿਬ ਨੇ ਬਹੁਤ ਸਾਰੇ ਤਹਿਕੀਕੀ ਮੁਕਾਲੇ ਔਰ ਕਾਨਫਰੰਸਿਸ ਦੇ ਵਿੱਚ ਆਪਣੇ ਇਸ ਨੁਕਤਾ ਨਜ਼ਰ ਨੂੰ ਬਿਆਨ ਕੀਤਾ ਔਰ ਫੋਕ ਦੇ ਵਿੱਚ ਉਹਨਾਂ ਦੀਆਂ ਬਹੁਤ ਜ਼ਿਆਦਾ ਖਿਦਮਾਤ ਨੇ। ਤੇ ਮੈਂ ਚਾਹਾਂਗਾ ਕਿ ਫੈਸਲ ਜੱਪਾ ਸਾਹਿਬ ਗੱਲਬਾਤ ਦਾ ਆਗਾਜ਼ ਕਰਨ ਔਰ ਸਾਡੇ ਸੁਣਨ ਵਾਲਿਆਂ ਨੂੰ ਇਹ ਜ਼ਰਾ ਆਪਣਾ, ਕਿਉਂਕਿ ਉਹਨਾਂ ਦਾ ਬਰਾਹ ਰਾਸਤ ਫੀਲਡ ਰਿਹਾ, ਉਹ ਦੱਸਣ ਕਿ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਲੋਕ ਅਦਬ ਦੇ ਵਿੱਚ ਇਜ਼ਹਾਰ ਦੀ ਬਹੁਤ ਜ਼ਿਆਦਾ ਆਜ਼ਾਦੀ ਹੈ ਤੇ ਉਹ ਕੀ ਆਜ਼ਾਦੀ ਹੈ ਔਰ ਕਿਆ ਉਹ ਆਜ਼ਾਦੀ ਅੱਜ ਵੀ ਅਸੀਂ ਮਾਣ ਸਕਨੇ ਹਾਂ, ਜਾਂ ਅਸੀਂ ਦੇਖਨੇ ਕਿ ਮਾਡਰਨ ਡੇ ਜਿਹੜੇ ਗੈਜਟਸ ਵਗੈਰਾ ਜਾਂ ਬਹੁਤ ਕੁਝ ਆ ਗਿਆ ਜਿਹਦੇ ਨਾਲ ਲੋਕ ਅਦਬ ਵੀ ਉਹਦੀਆਂ ਸ਼ਕਲਾਂ ਜਿਹੜੀਆਂ ਨੇ ਬਹਰਹਾਲ ਉਹ ਬਦਲੀਆਂ ਨੇ। ਤੇ ਇਸ ਸਾਰੇ ਤਨਾਜ਼ਰੇ ਜੱਪਾ ਸਾਹਿਬ ਤੋਂ ਮੈਂ ਰਿਕੁਐਸਟ ਕਰਾਂਗਾ ਕਿ ਉਹ ਜ਼ਰਾ ਸਾਨੂੰ ਦੱਸਣ ਕਿ ਲੋਕ ਅਦਬ 'ਚ ਇਜ਼ਹਾਰ ਦੀ ਆਜ਼ਾਦੀ ਕਿਸ ਤਰ੍ਹਾਂ ਹੈ। ਓਵਰ ਟੂ ਯੂ ਜੱਪਾ ਸਾਹਿਬ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਬਹੁਤ ਸ਼ੁਕਰੀਆ ਡਾਕਟਰ ਮੁਨੀਰ ਗੁਜਰ ਸਾਹਿਬ, ਯੂਨੀਵਰਸਿਟੀ ਅਫਸਰ ਸਰਗੋਦਾ SLF, ਕਿ ਤੁਸੀਂ ਇਸ ਕਾਬਿਲ ਸਮਝਿਆ ਕਿ ਸਾਨੂੰ ਆਪਣਾ ਪੁਆਇੰਟ ਆਫ ਵਿਊ ਬਿਆਨ ਕਰਨ ਦਾ ਮੌਕਾ ਦਿੱਤਾ। ਲੋਕ ਅਦਬ ਪਹਿਲੇ ਤਾਂ ਥੋੜਾ ਜਿਹਾ ਇਸ ਤੇ ਚਾਨਣ ਪਾ ਲਈਏ ਕਿ ਲੋਕ ਅਦਬ ਤਾਂ ਗਿਰਦ ਬਹੁਤ ਮੁਗਲ ਹੈ, ਜਿਵੇਂ ਤੁਸੀਂ ਆਪ ਫਰਮਾਇਆ ਹੈ ਕਿ 6ਵਾਂ ਦਰਿਆ ਆਖਿਆ ਜਾਂਦਾ ਹੈ ਪੰਜਾਬ ਦੇ ਵਿੱਚ ਇਸਨੂੰ। ਬਾਕੀ ਮੈਂ ਥੋੜੀ ਜਿਹੀ ਲੋਕ ਸ਼ਾਇਰੀ ਉੱਤੇ ਗੱਲ ਕਰਨਾ ਕਿ ਉਸ ਦੇ ਵਿੱਚ ਇਜ਼ਹਾਰ ਦੀ ਆਜ਼ਾਦੀ ਕਿਵੇਂ, ਮੇਰੇ ਖਿਆਲ ਹੈ ਬਾਕੀ ਲੋਕ ਨਸਰ ਦੇ ਉੱਤੇ ਡਾਕਟਰ ਸਈਦ ਭੁੱਟੋ ਸਾਹਿਬ ਬੈਠੇ ਨੇ, ਉਹਨਾਂ ਨੂੰ ਦਸਤਰਾ ਸਾਹਿਬ ਦੇ ਉਹ ਸ਼ਾਇਦ ਗੱਲਬਾਤ ਕਰਨਗੇ। ਲੋਕ ਅਦਬ ਬੇਸਿਕਲੀ ਮਜ਼ਹਬ, ਅਕਾਇਦ, ਤਸਵੁਰਾਤ, ਤਿਉਹਾਰ, ਰਸਮੋ ਰਿਵਾਜ, ਰਵੱਈਏ, ਆਦਤਾਂ, ਰਹਿਣ ਸਹਿਣ ਦਾ ਢੰਗ ਤੇ ਵਸੇਬ ਦੇ ਜੀਵਨ ਦਾ ਆਕਾਸ ਹੁੰਦਾ ਹੈ। ਇਹ ਇੱਕ ਮੁਕੰਮਲ ਇਕਾਈ ਹੈ ਤੇ ਹਯਾਤੀ ਦੀਆਂ ਦੂਜੀਆਂ ਇਕਾਈਆਂ ਇਸ ਨਾਲ ਜੁੜੀਆਂ ਹੋਈਆਂ ਹੁੰਦੀਆਂ। ਲੋਕ ਅਦਬ ਵਿੱਚ ਲੋਕ ਫਨ, ਲੋਕ ਗੀਤ, ਲੋਕ ਕਹਾਣੀਆਂ ਤੇ ਲੋਕ ਕਾਵਤਾਂ ਵਗੈਰਾ ਹੁੰਦੀਆਂ ਹਨ। ਇਹਨਾਂ ਲੋਕ ਗੀਤਾਂ ਵਿੱਚ ਇੱਕ ਬੇਸਾਖਤਾਪਨ ਮੌਜੂਦ ਹੁੰਦਾ ਹੈ। ਇਹਨਾਂ ਵੰਨ ਸਵੰਨੇ ਗੀਤਾਂ ਵਿੱਚ ਲੁਕਾਈ ਦੇ ਜਿਸਮਾਂ ਦਾ ਇਜ਼ਹਾਰ ਹੜ ਵਾਂਗੂ ਹੁੰਦਾ ਹੈ। ਇਹ ਲੁਕਾਈ ਲਈ ਦਿਲਚਸਪੀ ਦਾ ਕਾਰਨ ਹੁੰਦੇ ਨੇ। ਲੋਕ ਗੀਤ ਹਰ ਜ਼ਬਾਨ ਤੇ ਹਰ ਖਿੱਤੇ ਦੇ ਵੱਖਰੇ ਵੱਖਰੇ ਹੁੰਦੇ ਨੇ। ਜਿਸ ਤਰ੍ਹਾਂ ਰਸਮੋ ਰਿਵਾਜ ਹਰ ਜੂ ਦੇ ਵੱਖਰੇ ਵੱਖਰੇ ਹਨ, ਇੰਝ ਲੋਕ ਗੀਤਾਂ ਦੀਆਂ ਵੱਖ ਵੱਖ ਸਿਨਫਾਂ ਹਰ ਜੂ ਵਿੱਚ ਗਾਈਆਂ ਜਾਂਦੀਆਂ। ਇਹਨਾਂ ਵਿੱਚ ਪਿਆਰ, ਮੁਹੱਬਤ, ਮੌਸਮ, ਰਸਮੋ ਰਿਵਾਜ, ਇਤਕਾਦ, ਜੀਵਨ, ਹੈਵਾਨ, ਇਨਸਾਨ ਤੇ ਕਾਇਨਾਤ ਦੀ ਹਰ ਸ਼ੈ ਆਉਂਦੀ ਹੈ।
इन्हां विच हयाती दी हर धड़कन दे रोमानी, हकीकी, नफसियाती, समाजी, इमरानी, सकाफती ते तहजीबी रंग मौजूद होंदे ने, जिस तो पंजाब दी सकाफत ते तारीख दी झलकारे मिलदे हैं। इन्हां विचों इन लोक गीतां विचों जिहड़े मशहूर चंद लोक गीत ने, गिद्धा, बोलियां, ढोला, टप्पे, बोली, जुगनी ते माहिए ਜ਼ਿਕਰਯੋਗ ਹਨ। ਇਹਨਾਂ ਵਿੱਚੋਂ ਬੋਲੀਆਂ ਦੁਆਬੇ ਤੇ ਮਾਝੇ ਵਿੱਚ, ਢੋਲਾ ਸਾਂਦਲ ਬਾਰ ਤੇ ਕਰਿਆਣਾ ਬਾਰ ਦੇ ਵਿੱਚ ਸੁਣਿਆ ਜਾਂਦਾ ਹੈ, ਜਦੋਂ ਕਿ ਮਾਹੀਆ ਪੂਰੇ ਪੰਜਾਬ ਦੀ ਸਾਂਝੀ ਲੋਕ ਸਿਨਫ ਹੈ। ਮੇਰਾ ਚੂੰਕਿ ਨਾਜ਼ਰੀਨ ਦੱਸਿਆ ਜਾਵਾਂ ਕਿ ਜਿਵੇਂ ਡਾਕਟਰ ਮੁਨੀਰ ਸਾਹਿਬ ਦੱਸਿਆ ਹੈ ਕਿ ਸਪੈਸ਼ਲਾਈਜੇਸ਼ਨ ਜਿਹੜੀ ਹੈ ਮਾਹੀਏ ਉੱਤੇ ਹੈ, ਤੇ ਮੈਂ ਜ਼ਿਆਦਾਤਰ ਮਾਹੀਏ ਔਰ ਟੱਪੇ ਬਾਰੇ ਹੀ ਗੱਲ ਕਰ ਸਕਾਂ ਕਿ ਉਹਨਾਂ ਵਿੱਚ ਲੋਕ ਅਦਬ ਦੇ ਝਲਕਾਰੇ ਜਿਹੜੇ ਫਰੀडम ਹੈ ਉਹ ਕਿਵੇਂ ਬੇਸਾਖਤਗੀ ਹੈ ਕਿਵੇਂ ਹੁੰਦੀ ਹੈ। ਕਿਉਂਕਿ ਮਾਹੀਆ ਜਿਹੜਾ ਹੈ ਉਹ ਤਕਰੀਬਨ कदीम तरीन सिनफ है पंजाबी दी, इस तरह टप्पा भी है। और माहिए दे विच ज़्यादातर मौजू जिहड़ा होंदा है वो विछोड़े दा होंदा है। जिहड़े साडे कोल लोक अदब दे विच जिहड़ा माहिया मिलदा है, जिहड़ा बकायदा माहिया है उस दे विच भी मौजू तकरीबन विछोड़े दा ही ज़्यादा है, लेकिन जिहड़ा लोक माहिया है या लोक टप्पा है उस तो भी ज़्यादातर मौजू होंदा है विछोड़े दा ही होंदा। मैं नाज़रीन नूं दसदा भी जावां कि असीं जिहड़ा अजकल दा एक शायर है उस दे विच बहुत सारा सुना है कि माहिए महबूब नूं चन वर्गा या उसकी जो भी तारीफां वो कर सकता है वो करता है, लेकिन जिहड़ा उस दे विच है ना कि अपने महबूब दे जिहड़ा कोई पॉजिटिव सेंस दे विच या नैगेटिव सेंस दे विच उसकी खूबी या खामी उस नूं जिहड़ा बयाना है वो लोक अदब दी ही देन है। और मैं तुहानूं एक माहिया साझा करदा, टप्पे तो शुरू करना कि मरूड़ा वे मरूड़ा जीनी मेरी छड़ चलिया है, पैड़े हैं कूड़े दा कूड़ा। हुण इस नूं ਅਸੀਂ ਜਦੋਂ ਅਸੀਂ ਕਿਸੇ ਹੋਰ ਪਾਸਿਓਂ ਵੇਖਦੇ ਹਾਂ ਕਿ ਇਤਨੀ ਬੇਸਖਤਗੀ ਔਰ ਮਹਿਬੂਬ ਨੂੰ ਅਗਰ ਉਹ ਕੂੜਾ ਹੈ ਝੂਠਾ ਹੈ ਤਾਂ ਉਹਦੇ ਮੂੰਹ ਦੇ ਉੱਤੇ ਉਸ ਨੂੰ ਆਖਣਾ ਕਿ ਪੈੜਿਆ ਹੈ ਕੂੜੇ ਦਾ ਕੂੜਾ, ਇਸ ਦੀ ਮਿਸਾਲ ਸਾਨੂੰ ਬੜੀ ਘੱਟ ਹੀ ਦਿਸਦੀ ਹੈ। ਜਾਂ ਕਿ ਮਾਹੀਆ ਸਿਰੇ ਤੇ ਪੱਗ ਮਾਹੀਆ ਕਿਸੇ ਨੂੰ ਕੀ ਦੱਸਦੀ, ਡੋਲਾ ਠੱਗਾਂ ਦਾ ਠੱਗ ਮਾਹੀਆ। ਜਿਹੜੀ ਇਸ ਤਰ੍ਹਾਂ ਦੀ ਆਜ਼ਾਦੀ ਹੈ ਲੋਕ ਅਦਬ ਦੇ ਵਿੱਚ ਉਹ बहुत सानू घट वेखा। मैं कुछ मेरे ख्याल माहिए पेश करदा या कुछ टप्पे जिंदे विच बहुत सारे लोग नितारा भी कर लई सन कि साडे कोल लोक अदब दी आज़ादी किवें है, चाहे वो उसका रोमानियत है, उसके उत्ते प्यार आ रहा माहिए दे उत्ते, माहिए नूं बुरा भला आख रही है अपने उसकी महबूब कि घनेरा टप्पा वेखो, घनेरा चंद भावें रोज चढ़े सानू सजना बाज हनेरा, भट्ठियां तू इठ लांदी अल्लाह जाने की लगता है तेन डिठिया सिख लांदी, ना भर के तकियां कर बंदा कोई मर वैसिया अखी कज के रखियां कर। हिजर दा विच हिजर दा माहिया वेखना, उस ते बेतकल्फी वेखना, बेसाख्तगी वेखना या आज़ादी वेखना। कोई लुड़दी सर जावे, कोई लुड़दी सर जावे, एक खिड़ के जीवन तो बंदा बेहतर मर जावे। बोझे विच पा नाखां टुरदे ढोले नूं सद मारां ते की आखां, साफा रंग लैना जिथे ढोला टकेर गया दिल वापस मंग लैना। मैं खुस्सा सिवाया चमदा सोहणे नगां ते काले रंग दा, लगी बाजारों टोटा लैना पौने दा, रेंज ना होवे कोई नहीं टाइम खलोने दा। वली नालों खो पीतियां पल वे छोड़ गया अजे मनता भी ना लै मुंदरी तोले दी, निक्की निक्की कसर आंदी मैनू उधर डोले। कोई बदेसी जो परदेस दे विच, चूंकि साडे कोल काफ़ी ज़्यादा रोटी रोजी दा ताल्लुक है, लोग परदेस दे विच जांदे ने, जिसदा महबूब परदेस गया उसदा माहिया सुनना। परदेस ना वंज माहिया पैर उत्ते ढह पई है मेरे लुड़दी हंज माहिया, निसरी तोले हा मैथे अगले डांग होंदे तां दिंगी वदा बोलने, पानी कां पीता तेरे विचों रब दिसदा है तेनू सजदा तां कीता। सबक दा माहिया या एक लम्मा टप्पा वेखना जी। पानी टोइयां टोइयां माई नूं डीठियां मुद्दां होइयां, उच्ची पहाड़ी उतू पे लांदे छेड़ू, रवी तकड़ा तैनू मैनू बंदे नखेड़ू। लथियां कड़ियां उतू पई छपरी चोंदी आ, ओ केड़ी गलती जेड़ी माफ ना होंदी आ। मेरे ढोले दे ना तानी मदतां पीर अली दियां रानी,
तेरे ढोले दे ना तानी, रुस गया दिले दा जानी, ले गया दे गया छला निशानी, मददा पीर अली दियां रानी, शाला गड्डी चढ़ी आसमानी, लैलपुर जावना लगना घंटे घर कोलों, ढोल खड़ाया ही पुछना पै गया हर कोलों। मैं इत्थे ते ढोला बेरे, तेरे वसदे सजन बथेरे, मेरे कोई नहीं आउंदा नेड़े, परां छड़ दे झगड़े जेड़े, आ गड़ लग आण के मेरे, सा हैन प्राणे तेरे, अमीपुर बंगला वाह बंगले दियां डाटां नहीं, अस्सी मुर्गाइयां बाज मरेंदे जाटां नहीं। ਹੁਣ ਜਿਹੜੇ ਇਹ ਅਸੀਂ ਇੱਥੇ ਕੁਝ ਟੱਪੇ ਤੇ ਕੁਝ ਮਾਹੀਏ ਪੜ੍ਹੇ ਨੇ, ਇਹਦੇ ਚ ਤੁਸੀਂ ਵੇਖਿਓ ਸੀ ਕਿ ਕਿਤਨੀ ਖੂਬਸੂਰਤ ਜਿਹੜੀ ਇੱਕ ਲਹਿਰ ਹੈ, ਇੱਕ ਬੇਸਾਖਤਗੀ ਹੈ ਆਵਾਜ਼ ਦੇ ਵਿੱਚ, ਉਸ ਵਿੱਚ ਕਤਨ ਰੱਖ ਰਖਾਓ ਨਹੀਂ ਹੈ। ਲੋਕ ਅਦਬ ਦੇ ਵਿੱਚ ਇਹ ਖੂਬਸੂਰਤੀ ਹੈ ਕਿ ਉਹਦੇ ਜਿਹੜੀ ਗੱਲ ਕਰਨੀ ਉਹ ਬਿਲਕੁਲ ਮੂੰਹ ਤੇ ਕਰ ਦੇਣੀ, ਉਹਦੇ ਕਤਨ ਰੱਖ ਰਖਾਓ ਨਹੀਂ ਹੈ। ਬਾਕੀ ਜ਼ਬਾਨਾਂ ਚ ਅਸੀਂ ਵੇਖਦੇ ਹਾਂ ਕਿ ਮਹਿਬੂਬ ਨੂੰ अगर सीधी गल करनी पे तो थोड़ी जी वला के करनी पौंदी है, लेकिन साडे कोल लोक अदब ऐसी एक है, साडे कोल देन है। और इस लोक अदब दी ही खूबसूरती है कि इस तो मुतासिर हो के जो लोग शायरी करते हैं पंजाबी शायरी दे विच, उन्हां दी ज़बान दे विच बेसाख्तगी, ਜਿਹੜੇ अच्छे शोरा ने उन्हां दी ज़बान दे विच बेसाख्तगी बहुत ज़्यादा होंदी है, जिस वजह तो उन्हां दी शायरी नूं अवामी पजीराई भी हासिल होंदी है। जी बहुत शुक्रिया डॉक्टर मुनीर गुजर साहब। जी बहुत शुक्रिया डॉक्टर फैसल जप्पा साहब। एक कमेंट ਦੇ ਵਿੱਚ ਜਿਹੜਾ ਸਾਡੀ ਕਿਉਂਕਿ ਲਾਈਵ ਸਟ੍ਰੀਮਿੰਗ ਜਾ ਰਹੀ ਹੈ, ਇੱਕ ਬੱਚੇ ਨੇ ਵਿੱਚ ਪੁੱਛਿਆ ਸਵਾਲ ਕੀਤਾ ਹੈ ਕਿ ਵਾਟ ਅਬਾਊਟ ਸਰਾਇਕੀ, ਤੇ ਮੈਂ ਸੁਣਨ ਵਾਲਿਆਂ ਨੂੰ ਦੱਸ ਦੇਵਾਂ ਕਿ ਵੀ ਅਸੀਂ ਸਿਰ ਤੋੜ ਕੋਸ਼ਿਸ਼ ਕੀਤੀ ਹੈ, ਸਾਡੀ ਕਮਿਟਮੈਂਟ ਵੀ ਹੈ ਸੀ ਅਸ਼ੂਲਾਲ ਸਾਹਿਬ ਨਾਲ, ਜਿਹੜੇ ਕਿ ਇਸ ਵੇਲੇ ਸਰਾਇਕੀ ਮੂਵਮੈਂਟ ਦੇ ਔਰ ਸਰਾਇਕੀ ਲੈਂਗੁਏਜ ਦੇ ਸੁਰਖੇਲ ਨੇ ਔਰ ਬੜੇ ਸਿਰਕੜਵੇਂ ਸ਼ਾਇਰ ਨੇ, ਲੇਕਿਨ ਉਹ ਉਹਨਾਂ ਨੇ ਸਾਨੂੰ ਜੁਆਇਨ ਨਹੀਂ ਕੀਤਾ। ਅਸੀਂ ਤੇ ਪੂਰਾ ਉਹਨਾਂ ਨੂੰ ਫੋਰਮ ਜਿਹੜਾ ਉਹ ਪੇਸ਼ ਕੀਤਾ ਹੈ ਕਿ ਉਹ ਵੀ ਆਉਣਗੇ, ਇਹ ਗੱਲ ਨਹੀਂ ਹੋ ਸਕਦੀ। ਲੇਕਿਨ ਮੈਂ ਉਸ ਕਮੈਂਟ ਦੇ ਜਵਾਬ ਵਿੱਚ ਇਹ ਵਜ਼ਾਹਤ ਕਰਨਾ ਜ਼ਰੂਰੀ ਸਮਝਦਾ ਕਿ ਅਸੀਂ ਹਰ SLF 4 SLF ਹੋ ਗਏ ਨੇ, ਅਸੀਂ ਬੈਲੈਂਸ ਰਿਪਰੈਜ਼ੈਂਟੇਸ਼ਨ ਦਿੱਤੀ ਹੈ। ਅਸੀਂ ਰਿਫਤ ਆਵਾਜ਼ ਸਾਹਿਬ ਨੂੰ ਬੁਲਾਇਆ, ਅਸੀਂ ਖਾਲਦ ਸਈਦ ਸਾਹਿਬ ਨੂੰ ਬੁਲਾਇਆ, ਅਸੀਂ ਇਸ ਵਾਰ ਅਸ਼ੂਲਾਲ ਸਾਹਿਬ ਨੂੰ ਬੁਲਾਇਆ, ਲੇਕਿਨ ਉਹਨਾਂ ਨੇ ਜੁਆਇਨ ਨਹੀਂ ਕੀਤਾ। ਇਹ ਜ਼ਾਹਿਰ ਹੈ ਉਹਨਾਂ ਦਾ ਜ਼ਾਤੀ ਮਾਮਲਾ, ਇਹਦੇ 'ਚ ਮੈਂ कोई कमेंट नहीं कर सकते। जप्पा साहब बहुत शुक्रिया, बहुत खूबसूरत गुफ्तगू जप्पा साहब ने। और मैं समझदा कि लोक अदब दा यही हुसन है कि हर बंदे नूं अपने दिल दी गल लगदी है। जिन्हें जप्पा साहब ने माइये और टप्पे सुनाए, सारे दे यकीन दिल ते वजे ने और बिल्कुल इंज लगता है कि यार मेरी गल सी जिहड़ी है अगले बंदे ने कर दी है और गलबात जारी रहेगी। मैं अगले अपने जिहड़े साडे रसन भट्टू साहब बहुत सुचेत, बहुत खूबसूरत किस्म के रिसर्चर, बहुत स्पैशल जिहड़ा काम कीते, हर शै नूं अपसैट कीता, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਸਾਡੀ ਪਿਕਚਰ ਹੋਰ ਦਿਖਾਈ ਗਈ ਕਿ ਜਿਹੜਾ ਅਸੀਂ ਕਈ ਵਾਰੀ ਗਲਤ ਕਿਸਮ ਦਾ ਸਟੇਟਮੈਂਟ ਸੁਣਦੇ ਕਿ ਪੰਜਾਬੀਆਂ ਨੇ ਰੈਜ਼ਿਸਟ ਨਹੀਂ ਕੀਤਾ ਜਾਂ ਪੰਜਾਬ ਜਿਹੜਾ ਵੈਲਕਮ ਕਰਦਾ ਅਪਰੈਸਰਸ ਨੂੰ। ਤੇ ਇਹਨਾਂ ਦਾ ਜਿਹੜਾ ਕੰਮ ਹੈ ਉਹ ਮਿਊਟਿੰਗ ਦੇ ਉੱਤੇ ਹੈ ਔਰ ਬੜੀ ਸ਼ਾਨਦਾਰ ਤਹਿਕੀਕ ਹੈ। ਇਹਦੇ 'ਚ ਉਹਨਾਂ ਨੇ ਬਾਕਾਇਦਾ ਡਾਕੂਮੈਂਟਸ ਦੇ ਨਾਲ ਸਾਬਤ ਕੀਤਾ ਹੈ ਕਿ ਪੰਜਾਬੀਆਂ ਨੇ ਕਿਵੇਂ ਰੈਜ਼ਿਸਟ ਕੀਤਾ ਔਰ ਪੰਜਾਬੀ ਕਿਵੇਂ ਆਪਣੇ ਹੱਕ ਵਾਸਤੇ ਖਲੋਤੇ। ਤੇ ਬਹੁਤ ਖੂਬਸੂਰਤ ਕੰਮ ਹੈ। ਸ਼ਾਇਰੀ ਵੀ ਕਰਦੇ ਨੇ, ਲੇਕਿਨ ਹਾਲੇ ਤੱਕ ਇਹਨਾਂ ਨੇ ਸ਼ਾਇਰੀ ਆਪਣੀ ਪਬਲਿਕ ਨਹੀਂ ਕੀਤੀ। ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਕਈ ਵਾਰ ਇਹਨਾਂ ਕੋਲੋਂ ਸ਼ਾਇਰੀ ਸੁਣੀ ਹੈ। ਬੜੇ ਖੂਬਸੂਰਤ ਸ਼ਾਇਰ ਨੇ, ਉਸਤਾਦ ਨੇ ਗਵਰਨਮੈਂਟ ਕਾਲਜ ਯੂਨੀਵਰਸਿਟੀ ਲਾਹੌਰ ਵਿੱਚ। ਮੇਰੀ ਦਰਖਾਸਤ ਹੈ ਕਿ ਵੱਟੂ ਸਾਹਿਬ ਲੋਕ ਅਦਬ ਦੇ ਹਵਾਲੇ ਨਾਲ ਕੋਈ ਗੱਲ ਕਰਨ ਤੇ ਫਿਰ ਅਸੀਂ ਕਮੈਂਟਸ ਦੀ ਰੋਸ਼ਨੀ 'ਚ ਅੱਗੇ ਗੱਲਬਾਤ ਵਧਾਵਾਂਗੇ। ਓਵਰ ਟੂ ਯੂ ਵੱਟੂ ਸਾਹਿਬ। बहुत शुक्रिया डॉक्टर साहब और बहुत शुक्रिया यूनिवर्सिटी ऑफ सरगोदा का कि ਉਹ ਹਰ ਵਾਰੀ ਹੀ ਮੌਕਾ ਦਿੰਦੇ ਨੇ ਬੋਲਣ ਦਾ, ਗੱਲ ਕਰਨ ਦਾ। ਤੇ ਅੱਜ ਦਾ ਸਾਡਾ ਜਿਹੜਾ ਟੌਪਿਕ ਹੈ, ਡਾਕਟਰ ਜੱਪਾ ਸਾਹਿਬ ਦੀ ਗੱਲ ਬਹੁਤ ਸੋਹਣੀ ਸੀ। ਬਾਅਦ 'ਚ ਡਾਕਟਰ ਸਈਦ ਬੁੱਟਾ ਸਾਹਿਬ ਇਹਦੇ ਉੱਤੇ ਤਫਸੀਲੀ ਗੱਲ ਕਰਨਗੇ। ਮੈਂ ਜਿਹੜਾ ਕੁਝ 4 ਗੱਲਾਂ ਆਪਣੀਆਂ ਨੇ ਉਹ ਸਾਂਝੀਆਂ ਕਰਨਾ ਤੁਹਾਡੇ ਨਾਲ ਕਿ ਫਰੀडम ਆਫ ਐਕਸਪ੍ਰੈਸ਼ਨ, ਵੀ ਰਾਏ ਦੀ ਖੁੱਲ੍ਹ, ਬੰਦੇ ਨੂੰ ਗੱਲ ਕਰਨ ਦੀ ਜਿਹੜੀ ਖੁੱਲ੍ਹ ਹੈ, ਉਹਦੀ ਆਜ਼ਾਦੀ, ਇਹ ਉਹਦਾ ਮੁੱਢਲਾ ਹੱਕ ਹੈ। ਔਰ ਇਹ ਬਾਲ ਜੰਮਣ ਲਾਤ ਹੋਈ ਆਪਣੀ ਹੋਣ ਦਾ ਜਿਹੜਾ ਹੁੰਗਾਰਾ ਹੈ ਉਹ ਰੋ ਕੇ ਭਰਦਾ ਹੈ। ਔਰ ਇਹ ਹੁੰਗਾਰਾ ਫਿਰ ਕਦੇ ਵੀ ਮੁੱਕਦਾ ਨਹੀਂ, ਇਹਦੇ ਡੰਗ ਬਦਲਦੇ ਜਾਂਦੇ ਨੇ।
ਇਹ ਕਦੇ ਰੋਵਣ ਗਾਵਣ 'ਚ ਹੁੰਦਾ ਹੈ, ਇਹ ਨੱਚਣ 'ਚ ਹੈ, ਚਿੱਤਰਕਾਰੀ 'ਚ ਹੋਵੇ, ਸ਼ਾਇਰੀ ਜਾਂ ਆਰਟ ਦੀਆਂ ਦੂਜੀਆਂ ਸਾਰੀਆਂ ਕਿਸਮਾਂ ਦੇ ਵਿੱਚ ਇਹਦਾ ਇਜ਼ਹਾਰ ਹੁੰਦਾ ਰਹਿੰਦਾ ਹੈ। ਪਰ ਜਦੋਂ ਇਹ ਇਜ਼ਹਾਰ ਜਾਂ ਇਹ ਖੁੱਲ੍ਹ ਰੁਕਦੀ ਹੈ ਤੇ ਇਹਦੇ ਨਾਲ ਸਮਾਜ ਰੁਕ ਜਾਂਦੇ ਨੇ। ਜਿਹੜਾ ਐਕਸਪ੍ਰੈਸ਼ਨ ਦੀ ਫਰੀडम ਹੈ, ਇਹ ਅੱਜ ਦੇ ਜ਼ਮਾਨੇ ਵਿੱਚ ਇਹਦੇ ਉੱਤੇ ਗੱਲ ਹੋਣੀ ਸ਼ੁਰੂ ਹੋ ਗਈ ਹੈ, ਕਾਫੀ ਸ਼ੁਰੂ ਹੋਈ ਹੈ ਗੱਲ, ਔਰ ਇਹ ਬੰਦੇ ਦਾ ਮੁੱਢਲਾ ਹੱਕ ਵੀ ਹੈ, ਔਰ ਸਮਾਜ ਤਰੱਕੀ ਵੀ ਇਹਦੇ ਨਾਲ ਹੀ ਕਰਦੇ ਨੇ। ਇੱਕ ਐਵੋਲੂਸ਼ਨ ਜਿਹੜੀ ਸਮਾਜ ਦੀ ਹੁੰਦੀ ਉਹ ਇਹਦੇ ਸਿਰ ਤੇ ਹੈ, ਔਰ ਇਹਦੇ ਲਈ ਇਹਦੀ ਲੋੜ ਵੀ ਬਹੁਤ ਹੈ। ਕਿਸੇ ਵੀ ਸਮਾਜ ਦਾ ਜਿਹੜਾ ਨਰੋਇਆਪਨ ਹੈ, ਉਹਦਾ ਪਤਾ ਵੀ ਇੱਥੋਂ ਹੀ ਲੱਗਦਾ ਹੈ ਕਿ ਉੱਥੇ ਜਿਹੜੇ ਉਸ ਸਮਾਜ ਦੇ ਵਸਨੀਕ ਨੇ, ਉਹਨਾਂ ਨੂੰ ਇਜ਼ਹਾਰ ਦੀ ਕਿੰਨੀ ਕੁ ਖੁੱਲ੍ਹ ਦਿੰਦਾ ਹੈ ਸਮਾਜ। ਇਸ ਤੋਂ ਵੱਖ ਜਿੰਨੇ ਵੀ ਆਰਟਿਸਟਿਕ ਐਕਸਪ੍ਰੈਸ਼ਨਸ ਨੇ, ਉਹਨਾਂ ਦਾ ਤਲਕ ਵੀ ਇਜ਼ਹਾਰ ਦੇ ਨਾਲ ਹੀ ਹੁੰਦਾ ਹੈ। ਔਰ ਜਿਵੇਂ ਜਿਵੇਂ ਇਜ਼ਹਾਰ ਦੇ ਜਿਹੜੇ ਢੰਗ ਨੇ ਇਹ ਵੱਧਦੇ ਜਾਂਦੇ ਨੇ, ਉਵੇਂ ਉਵੇਂ ਹੀ ਇੱਕ ਲਤਾਫਤ ਜਿਹੜੀ ਹੈ ਉਹ ਕਿਸੇ ਵੀ ਮੁਆਸ਼ਰੇ ਦੇ ਵਿੱਚ ਆਉਂਦੀ ਜਾਂਦੀ ਹੈ। ਉਹ ਆਰਟਿਸਟਿਕਲੀ ਹੋਵੇ, ਐਵੋਲੂਸ਼ਨਰੀ ਹੋਵੇ, ਜਾਂ ਬੰਦੇ ਦੇ ਸਾਹ ਲਵਣ ਦੀ ਜਿਹੜੀ ਖੁੱਲ੍ਹ ਹੈ, ਉਹਦੇ ਹਵਾਲੇ ਦੇ ਨਾਲ ਹੀ ਸਮਾਜ ਬਿਹਤਰ ਸਮਝੇ ਜਾਂਦੇ ਨੇ। ਔਰ ਫਿਰ ਅਜਿਹੇ ਸਮਾਜ ਜਿਹੜੇ ਨੇ, ਇਹਨਾਂ ਦਾ ਦੁਨੀਆ ਮਿਸਾਲ ਵੀ ਦਿੰਦੀ ਹੈ ਕਿ ਫਲਾਂ ਸਮਾਜ ਦੇ ਵਿੱਚ ਇੱਕ ਬੜੀ ਫਰੀडम ਹੈ ਔਰ ਖੁੱਲ੍ਹ ਹੈ। ਜਦੋਂ ਅਸੀਂ ਇਸ ਤਰਕੜੀ ਦੇ ਉੱਤੇ ਆਦੇ ਸਮਾਜ ਨੂੰ ਤੋਲਨੇ ਆ ਤੇ ਸਾਨੂੰ ਇਹ ਖੁੱਲ੍ਹ ਅੱਜ ਵਿਖਾਲੀ ਨਹੀਂ ਦਿੰਦੀ। ਆਰਟ ਦੀਆਂ ਜਿਹੜੀਆਂ ਸਾਰੀਆਂ ਫਾਰਮ ਨੇ ਇਹ ਮੁੱਕ ਗਈਆਂ ਜਾਂ ਹੌਲੀ ਹੌਲੀ ਮੁਕਾ ਦਿੱਤੀਆਂ ਗਈਆਂ। ਤੇ ਫਿਰ ਸਾਨੂੰ ਲੱਗਦਾ ਹੈ ਕਿ ਜੇ ਸਾਡੇ ਕੋਲ ਅੱਜ ਇਸ ਸਮਾਜ ਵਿੱਚ ਨਾ ਤਾਂ ਚਿੱਤਰਕਾਰੀ ਕੋਈ ਵੱਡੇ ਦਰਜੇ ਤੇ ਹੈ, ਨਾ ਸ਼ਾਇਰੀ ਕੋਈ ਉਸ ਦਰਜੇ ਤੇ ਹੈ, ਔਰ ਨਾ ਹੀ ਸਾਨੂੰ ਇਹ ਵੀ ਲੱਗਦਾ ਹੈ ਕਿ ਇੱਥੇ ਰੋਮਾਂਸ ਸੈਕਸ਼ੂਅਲੀ ਜਾਂ ਅਨਸੈਕਸ਼ੂਅਲੀ ਉਹ ਇਹਦੀ ਕੋਈ ਵੀ ਫਾਰਮ ਜਿਹੜੀ ਹੈ ਨਾ ਉਹ ਮੌਜੂਦ ਨਹੀਂ। ਕਿਉਂਕਿ ਸਮਾਜ ਫਿਰ ਸਾਡੇ ਸਮਾਜ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਸਮਾਜ ਮੈਚੁਰ ਨਹੀਂ ਹੈਗਾ ਜਾਂ ਮੈਚੁਰਿਟੀ ਦੇ ਉਸ ਲੈਵਲ ਦੇ ਉੱਤੇ ਅਪੜਿਆ ਨਹੀਂ ਹੈਗਾ। ਪਰ ਅੱਜ ਦਾ ਜਿਹੜਾ ਸਾਡਾ ਟਾਪਿਕ ਹੈ, ਇਸ ਹਵਾਲੇ ਨਾਲ ਅਸੀਂ ਅਗਰ ਵੇਖੀਏ ਤਾਂ ਲੋਕ ਅਦਬ ਦੇ ਵਿੱਚ ਕੀ ਇਹ ਫਰੀडम ਹੈ ਜਾਂ ਨਹੀਂ ਹੈ, ਅਸੀਂ ਇਸ ਦੇ ਉੱਤੇ ਗੱਲ ਕਰਨੀ ਹੈ। ਤੇ ਕੋਸ਼ਿਸ਼ ਕਰਨੇ ਹਾਂ ਅਸੀਂ ਕਿ ਲੋਕ ਅਦਬ ਦੇ ਵਿੱਚੋਂ ਵੇਖੀਏ ਕਿ ਕੀ ਇਹ ਖੁੱਲ੍ਹ ਸਾਡੇ ਕੋਲ ਹੈਗੀ ਨਹੀਂ ਸੀ, ਜਾਂ ਅੱਜ ਜਿਵੇਂ ਆਖਿਆ ਜਾਂਦਾ ਹੈ ਸਮਾਜ ਦੇ ਵਿੱਚ ਕਿ ਇਹ ਬਾਅਦ 'ਚ ਕਿਉਂ ਬਦਲੀ, ਔਰ ਸਾਡੇ ਕੋਲ ਪਹਿਲੇ ਅਗਰ ਇਹ ਖੁੱਲ੍ਹ ਹੈਗੀ ਸੀ ਤੇ ਫਿਰ ਕਿਹੜੇ ਕਾਰਨ ਨੇ ਜਿਨ੍ਹਾਂ ਦੇ ਉੱਤੇ ਇਸ ਖੁੱਲ੍ਹ ਨੂੰ ਬਿਲਕੁਲ ਸੌਟ ਦੇ ਵਿੱਚ ਬਦਲ ਦਿੱਤਾ ਗਿਆ। ਇਹਦੇ ਕਈ ਪੱਖ ਨੇ ਇਸ ਫਰੀडम ਦੇ। ਇਹ ਸਿਆਸੀ ਹਵਾਲੇ ਦੇ ਨਾਲ ਵੀ ਫਰੀडम ਹੈ, ਇੱਕ ਬੰਦੇ ਦੀ ਵੈਸੇ ਗੱਲ ਕਰਨ ਦੀ ਹੈ, ਰੋਮਾਂਟਿਸਿਜ਼ਮ ਦੇ ਹਵਾਲੇ ਨਾਲ ਹੈ, ਆਰਟ ਦੀਆਂ ਸਾਰੀਆਂ ਕਿਸਮਾਂ ਦੇ ਵਿੱਚ ਹੀ ਮੌਜੂਦ ਹੈ। ਅਸੀਂ ਇੱਕ ਦੋ ਦੇ ਉੱਤੇ ਗੱਲ ਕਰਾਂਗੇ। ਮਸਲਨ ਅਗਰ ਰੋਮਾਂਟਿਸਿਜ਼ਮ ਦੇ ਹਵਾਲੇ ਨਾਲ ਵੇਖੀਏ ਤੇ ਸਮਾਜ ਯੂਰਪ ਨੂੰ ਦੁਨੀਆ ਦੇ ਵਿੱਚ ਹਮੇਸ਼ਾ ਕਿਹਾ ਜਾਂਦਾ ਹੈ ਕਿ ਯੂਰਪ ਦੇ ਵਿੱਚ ਇਹ ਤਰੀਕ ਬੜੀ ਹੈ ਔਰ ਇਸ ਹਵਾਲੇ ਦੇ ਨਾਲ ਬੜੀ ਖੁੱਲ੍ਹ ਹੈ। ਪਰ ਯੂਰਪ ਦੀ ਜਿਹੜਾ ਰੋਮਾਂਟਿਸਿਜ਼ਮ ਹੈ ਉਹਨੂੰ ਤੁਸੀਂ ਕੋਈ 400-500 ਸਾਲ ਤੋਂ ਹੀ ਹੈ, ਵਰਨਾ ਉੱਥੇ ਤਾਂ ਬੰਦੇ ਦੀ ਇਨਸਾਨੀ ਜਿਹੜੀਆਂ ਖੂਬੀਆਂ ਨੇ ਉਹਨਾਂ ਦੇ ਉੱਤੇ ਜਿਹੜਾ ਪਿਆਰ ਸੀ ਉਹਨੂੰ ਗੁਨਾਹ ਸਮਝਿਆ ਜਾਂਦਾ ਹੁੰਦਾ ਸੀ, ਉਹ ਮੌਜੂਦ ਹੀ ਨਹੀਂ ਸੀ। ਇਹ ਬਾਅਦ 'ਚ ਆਇਆ, ਲੇਕਿਨ ਇਹਦੇ ਬਦਲੇ ਦੇ ਵਿੱਚ ਮਸਲਨ ਅਗਰ ਯੂਰਪ 'ਚ ਅਸੀਂ ਪੀਕ ਤੇ ਵੇਖਣੀ ਹੈ ਤਾਂ ਸਾਨੂੰ ਸ਼ੇਕਸਪੀਅਰ ਨਜ਼ਰ ਆਉਂਦਾ ਹੈ, ਔਰ ਉਸ ਤੋਂ ਪਹਿਲੇ ਕੋਈ 2-4 ਬੰਦਿਆਂ ਦੀ ਗੱਲ ਹੈ, ਜਾਂ ਉਸ ਤੋਂ ਬਾਅਦ ਹੌਲੀ ਹੌਲੀ ਜਿਹੜੀ ਹੈ ਉਹ ਖੁੱਲ੍ਹ ਹੁੰਦੀ ਗਈ। ਲੇਕਿਨ ਜੇ ਅਗਰ ਅਸੀਂ ਹਿੰਦੁਸਤਾਨ ਨੂੰ ਦੇਖਨੇ ਹੈ ਔਰ ਸਪੈਸ਼ਲੀ ਪੰਜਾਬ ਨੂੰ, ਤਾਂ ਹਿੰਦੁਸਤਾਨ ਦੇ ਵਿੱਚ ਤੇ ਸਾਨੂੰ ਅਸੀਂ ਬਹੁਤ ਦੂਰ ਨਾ ਵੀ ਜਾਈਏ ਤੇ ਕਾਮਾ ਸੂਤਰਾ ਇਰਾਟਿਕ ਲਵ ਦੇ ਉੱਤੇ ਸਾਨੂੰ ਪਹਿਲੀ ਕਿਤਾਬ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ, ਔਰ ਉਹ ਵੀ 400 ਕਬਲ ਮਸੀਹ ਦੇ ਲਗਭਗ ਦੀ ਕਿਤਾਬ ਹੈ। ਤੇ ਇਸ ਤੋਂ ਬਾਅਦ ਸਾਡਾ ਫੋਕ ਅਦਬ ਔਰ ਬਾਕੀ ਇੱਕ ਪੂਰੀ ਰਵਾਇਤ ਹੈ ਜਿਹੜੀ ਉਸ ਰੋਮਾਂਟਿਸਿਜ਼ਮ ਨੂੰ ਨਾ ਸਿਰਫ ਲਫ਼ਜ਼ਾਂ ਦੇ ਵਿੱਚ ਬਲਕਿ ਚਿੱਤਰਕਾਰੀ ਦੇ ਹਵਾਲੇ ਦੇ ਨਾਲ ਵੀ ਸਾਡੇ ਕੋਲ ਭਰਪੂਰ ਤਰੀਕੇ ਦੇ ਨਾਲ ਮੌਜੂਦ ਹੈ। ਸਾਡਾ ਲੋਕ ਅਦਬ ਵੀ ਇਹਦੇ ਨਾਲ ਭਰਿਆ ਹੋਇਆ ਹੈ, ਔਰ ਉਹਦੀ ਪੀਕ ਲੋਕ ਅਦਬ ਦੇ ਵਿੱਚ ਵੀ ਬਾਅਦ 'ਚ ਦਾਸਤਾਨਾਂ ਦਾ ਜਿਹੜਾ ਇਜ਼ਹਾਰ ਹੈ ਉਹਦੀ ਤਾਕਤ ਸਾਹਮਣੇ ਆਈ, ਔਰ ਦਾਸਤਾਨਾਂ ਦੇ ਵਿੱਚੋਂ ਤੁਸੀਂ ਸਾਰੀਆਂ ਥਾਵਾਂ ਤੇ ਦੇਖਦੇ ਹੋ ਕਿ ਉਹ ਅਸਥੈਟਿਕਸ ਨੂੰ ਜਾਂ ਉਸ ਨੂੰ ਆਪਣੇ ਲਫ਼ਜ਼ਾਂ ਦੇ ਜ਼ਰੀਏ ਕਿਸ ਤਰ੍ਹਾਂ ਉਹਦੀ ਪੇਂਟਿੰਗ ਕੀਤੀ ਹੋਈ ਹੈ। ਔਰ ਵਾਰਿਸ ਸ਼ਾਹ ਉਹਦੀ ਬਿਲਕੁਲ ਇੱਕ ਪੀਕ ਦੇ ਉੱਤੇ ਹੈ ਜਿੱਥੇ ਕਿ ਹੀਰ ਦਾ ਸਰਾਪਾ ਸਾਡੇ ਕੋਲ ਮੌਜੂਦ ਹੈ।
ਔਰ ਯੂਰਪ ਦੇ ਹਵਾਲੇ ਦੇ ਨਾਲ ਤਾਂ ਮੇਰਾ ਖਿਆਲ ਹੈ ਮਿਸ਼ੇਲ ਫੋਕੋ ਦੀ ਹਿਸਟਰੀ ਆਫ ਸੈਕਸ਼ੁਅਲਿਟੀ ਜਿਹੜੀ ਹੈ ਉਹਦਾ ਪਹਿਲੇ ਵਾਲੀਅਮ ਦੇ ਉਹਨੇ ਇੰਟਰੋਡਕਸ਼ਨ ਦੇ ਵਿੱਚ ਹੀ ਕਿਹਾ ਕਿ ਰੋਮਾਂਟਿਸਿਜ਼ਮ ਦਾ ਜਿਹੜੀ ਸਾਰਾ ਮਸਾਇਲ ਨੇ ਯੂਰਪ ਦੇ ਨੇ। ਜਿਹੜਾ ਹਿੰਦੁਸਤਾਨ ਹੈ ਉਹ ਤਾਂ ਬਹੁਤ ਪਹਿਲੇ ਇਸ ਤੋਂ ਅੱਗੇ ਮੌਜੂਦ ਹੈ ਔਰ ਉਹਦੇ ਕੋਲ ਸਾਰੀਆਂ ਸ਼ੈਵਾਂ ਮੌਜੂਦ ਨੇ। ਹਿੰਦੁਸਤਾਨ ਔਰ ਉਹਨਾਂ ਇਲਾਕਿਆਂ ਦੇ ਮਸਲੇ ਹੈਗੇ ਹੀ ਨਹੀਂ ਹੈਗੇ। ਲੇਕਿਨ ਬਾਅਦ 'ਚ ਆ ਕੇ ਫਿਰ ਕੁਝ ਇੰਝ ਚੀਜ਼ਾਂ ਬਦਲਦੀਆਂ ਗਈਆਂ ਕਿ ਸਾਡੇ ਕੋਲ ਜਿਹੜੀ ਹੈ ਇਹ ਆਰਟ ਦੀ ਵਿੱਚ ਜਿਹੜੀ ਖੁੱਲ੍ਹ ਸੀ ਇਹ ਘਟਦੀ ਗਈ ਔਰ ਯੂਰਪ ਦੇ ਵਿੱਚ ਵੱਧਦੀ ਗਈ। ਔਰ ਅਸੀਂ ਨਵੇਂ ਲਿਟਰੇਚਰ ਦੇ ਵਿੱਚ ਹਮੇਸ਼ਾ ਗੱਲ ਕਰ ਰਹੇ ਹੁੰਦੇ ਹਾਂ ਕਿ ਇਹ ਸਾਰਾ ਕੁਝ ਜਿਹੜਾ ਇਹ ਸਾਨੂੰ ਅੰਗਰੇਜ਼ੀ ਔਰ ਬਾਕੀ ਸ਼ੈਵਾਂ ਦੇ ਵਿੱਚੋਂ ਆਈਆਂ। ਔਰ ਉਹਦੀ ਇੱਕ ਵੱਡੀ ਵਜ੍ਹਾ ਹੈ ਕਿ ਅਸੀਂ ਜਿਹੜੀ ਮਦਰ ਲੈਂਗੁਏਜ ਹੈ ਉਹਦੇ ਵਿੱਚ ਜਿਹੜਾ ਆਰਟ ਦੇ ਨਮੂਨੇ ਜਾਂ ਇਹ ਖੁੱਲ੍ਹ ਸੀ ਅਸੀਂ ਉਹਨੂੰ ਅੱਖਾਂ ਤੋਂ ਉੱਲੇ ਕਰ ਦਿੰਦੇ ਹਾਂ। ਮਸਲਨ ਜੱਪਾ ਸਾਹਿਬ ਨੇ ਅੱਗੇ ਕਿਉਂਕਿ ਬਹੁਤ ਸਾਰੇ ਲੋਕ ਅਦਬ ਦੇ ਸਾਨੂੰ ਨਮੂਨੇ ਸਾਡੇ ਸਾਹਮਣੇ ਰੱਖੇ ਨੇ, ਮੈਂ ਇੱਕ ਦੋ ਹੀ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਸ ਪਹਿਲੂ ਦੇ ਹਵਾਲੇ ਨਾਲ ਫਿਰ ਅਸੀਂ ਇੱਕ ਦੂਸਰੇ ਪਹਿਲੂ ਤੇ ਵੀ ਗੱਲ ਕਰਾਂਗੇ। ਇੱਕ ਟੋਲੇ ਦੇ ਕੁਝ ਮਿਸਰੇ ਨੇ ਕਿ ਨਾਰ ਦੇ ਮੱਝ ਖੁਸ਼ਾਬਨ ਲੁੰਗੀ ਦੇ ਕੇ ਲੰਗੀ ਹੈ ਲੋਰੇ, ਹੋਠ ਹਿਨਾਂਦੇ ਪਾਨ ਵਲੈਤੀ ਦੰਦ ਚਿੱਟੇ ਮੋਤੀ ਕੋਰੇ, ਪਿਪਨੀਆਂ ਸਰਨ ਚੜਾਈਆਂ ਉਤੋਂ ਨੈਣ ਅਰਾਕੀ ਘੋੜੇ, ਨਾਰ ਦੇ ਪੱਟ ਚੰਨਣ ਦੀਆਂ ਗੇਲੀਆਂ ਮਜਲੇ ਚੜ ਠਕੋਰੇ, ਗਲ ਦਾ ਜੱਗਾ ਹਾਲ ਹਾਲ ਕਰੇਂਦਾ ਸੀਮਨ ਵਾਲੀ ਫੁੱਲ ਚ ਕੱਢੇ ਥੋੜੇ। ਜਾਂ ਇੱਕ ਦੇਖੋ ਕਿ ਬੋਲੀ ਹੈ ਕਿ ਕੰਨ ਨੂੰ ਮਾਰਨਾ ਬਨੇਰੇ ਪਿੱਛੋਂ ਰੋੜੀਆਂ ਚੰਨ ਨੂੰ ਤਾਂ ਚੜ ਲੈਣ ਦੇ। ਇਸੇ ਤਰ੍ਹਾਂ ਕਿ ਕੰਨੀ ਬੁੰਦੇ ਢੋਲੇ ਦੇ ਹੀ ਇਹ ਦੋ ਕੜੇ ਨੇ ਕਿ ਕੰਨੀ ਬੁੰਦੇ ਸਿਰ ਤੇ ਛੱਤੇ ਗੋਨੋ ਗੋਨ ਦੇ, ਮਲ ਮਲ ਕੇ ਧੋਵਾਂ ਛੱਟੇ ਦੇ ਸਬੂਨ ਦੇ, ਬਦਲੇ ਕੌਣ ਬਰਸੀ ਮੇਰੀ ਮੰਜੀ ਤੇ ਕੀਤੇ ਖੂਨ ਦੇ। ਇੱਕ ਹੋਰ ਬੋਲੀ ਵੇਖੋ ਕਿ ਪਾਣੀ ਭਰਦੀ ਨੇ ਪੱਟ ਨੰਗਾ ਰੱਖਦੀ, ਪਾਣੀ ਭਰਦੀ ਤੇ ਪੱਟ ਨੰਗਾ ਰੱਖਦੀ ਛੜਿਆਂ ਦੀ ਇੱਕ ਲੂਣ ਨੂੰ। ਇੱਕ ਕਿ ਦੁਪੱਟਾ ਰੰਗ ਦੇ ਵੇ ਅੰਬਰੀ ਮੇਰਾ ਸੱਜਣਾ ਦੀ ਪੱਗ ਵਰਗਾ। ਜਾਂ ਇੱਕ ਬੋਲੀ ਹੋਰ ਦੇਖੋ ਕਿ ਹੌਲੀ ਹੌਲੀ ਨੱਚ ਲੱਛੀਏ ਤੇਰੇ ਲੱਕ ਨੂੰ ਜ਼ਰਾ ਬਣਾ ਹੋਵੇ। ਜਿਹੜੀ ਅਸੀਂ ਗੱਲ ਮੈਂ ਕਰਦੇ ਸਾਂ ਕਿ ਰੋਮਾਂਟਿਸਿਜ਼ਮ ਦੀ ਇੱਕ ਪੂਰੀ ਤਹਿਰੀਕ ਜਿਹੜੀ ਹੈ ਉਹ ਸਾਡੇ ਲੋਕ ਅਦਬ ਦੇ ਵਿੱਚ ਉਹਦੀ ਖੁੱਲ੍ਹ ਜਾਂ ਤਾਕਤ ਕਿਸ ਤਰੀਕੇ ਦੇ ਨਾਲ ਮੌਜੂਦ ਹੈ। ਯੂਰਪ ਦੇ ਅੰਦਰ ਇਹ ਸਾਰੀਆਂ ਸ਼ੈਵਾਂ ਬਾਅਦ 'ਚ ਆਈਆਂ ਨੇ, ਲੇਕਿਨ ਅਸੀਂ ਹਮੇਸ਼ਾ ਫਰੀडम ਆਫ ਐਕਸਪ੍ਰੈਸ਼ਨ ਦਾ ਜਿਹੜਾ ਇੱਕ ਦਾਅਵਾ ਕਰ ਰਹੇ ਹੁੰਦੇ ਇਹਨੂੰ ਅਸੀਂ ਅੰਗਰੇਜ਼ੀ ਔਰ ਯੂਰਪ ਨਾਲ ਮਿਲਾ ਰਹੇ ਹੁੰਦੇ ਔਰ ਸਾਡੇ ਉੱਲੇ ਸਾਡੀ ਅੱਖਾਂ ਤੋਂ ਉੱਲੇ ਜਿਹੜਾ ਉਹ ਸਾਡਾ ਲੋਕ ਅਦਬ ਜਾਂ ਸਾਡੀਆਂ ਦਾਸਤਾਨਾਂ ਰੋਮਾਨਵੀ ਦਾਸਤਾਨਾਂ ਉੱਲੇ ਹੋ ਜਾਂਦੀਆਂ ਨੇ ਉਸ ਟਾਈਮ। ਦੂਜਾ ਸਾਡੇ ਕੋਲ ਜੇ ਅਸੀਂ ਇਸ ਖੁੱਲ੍ਹ ਦਾ ਪੱਖ ਔਰਤ ਦੇ ਹਵਾਲੇ ਦੇ ਨਾਲ ਜਾ ਕੇ ਵੇਖੀਏ ਤੇ ਔਰਤ ਦੇ ਕੋਲ ਆਜ਼ਾਦੀ ਦਾ ਇੱਕ ਵੱਡਾ ਢੰਗ ਮੌਜੂਦ ਹੈ। ਮਸਲਨ ਇੱਕ ਦੇਖੋ ਕਿ ਅੱਡੀ ਮਾਰ ਕੇ ਮੰਗਾਂਗੀ ਵਰ ਤੇਰਾ, ਅੱਡੀ ਮਾਰ ਕੇ ਮੰਗਾਂਗੀ ਵਰ ਤੇਰਾ ਝਾਂਜਰਾਂ ਗੜਾ ਦੇ ਸਜਣਾ। ਹੁਣ ਇੰਨਾ ਜ਼ੋਰ ਆਪਣੇ ਸੱਚ ਦੇ ਲਈ ਆਪਣੇ ਉਹ ਸ਼ੈ ਦੀ ਮੰਗ ਦੇ ਲਈ ਕਿੰਨੇ ਤਗੜੇ ਤਰੀਕੇ ਦੇ ਨਾਲ ਔਰਤ ਇਜ਼ਹਾਰ ਵੀ ਕਰਦੀ ਹੈ ਔਰ ਇਹ ਇਜ਼ਹਾਰ ਬਾਅਦ 'ਚ ਜਾ ਕੇ ਜਦੋਂ ਦਾਸਤਾਨਾਂ ਦੇ ਵਿੱਚ ਆਉਂਦਾ ਲੋਕ ਅਦਬ ਦੇ ਵਿੱਚੋਂ ਤੇ ਫਿਰ ਦਮੋਦਰ ਦਾ ਉਹ ਮਿਸਰਾ ਤੁਸੀਂ ਸਾਰਿਆਂ ਹੀ ਸੁਣਿਆ ਹੋਇਆ ਕਿ ਰੰਜਨ ਸਾਈਂ ਸਾਨੂੰ ਮੁਬਾਰਕ ਖੇੜਾ ਅੰਮਾ ਤਾਈ ਜਾਂ ਵਾਰਸ ਸ਼ਾਹ ਨਾ ਮੋੜਾ ਰੰਜੇਟੜੇ ਤੋਂ ਭਾਵੇਂ ਬਾਪ ਦਾ ਬਾਪ ਆਵੇ। ਇਹ ਖੁੱਲ੍ਹ ਜਿਹੜੀ ਹੈ ਇਹ ਉਹਨੂੰ ਲੋਕ ਅਦਬ ਹੀ ਦਿੰਦਾ ਹੈ ਔਰ ਉਹਨਾਂ ਦਾਸਤਾਨਾਂ ਦੇ ਪਿੱਛੇ ਵੀ ਉਸ ਲੋਕ ਅਦਬ ਦੀ ਹੀ ਤਾਕਤ ਹੈ ਜਿਹੜੀ ਉਹਨੂੰ ਐਕਸਪ੍ਰੈਸ਼ਨ ਦੇ ਹਵਾਲੇ ਦੇ ਨਾਲ ਇੰਨੀ ਵੱਡੀ ਫਰੀडम ਦਿੰਦੀ ਪਈ ਹੈ, ਜਿਹੜਾ ਕਿ ਸਾਡਾ ਬੰਦਾ ਕਬਲ ਮਸੀਹ ਤੋਂ ਲੈ ਕੇ ਉਸ ਫਰੀडम ਦੇ ਵਿੱਚ ਹੀ ਗੱਲ ਕਰਦਾ ਪਿਆ। ਟਾਈਮ ਕਿਉਂਕਿ ਥੋੜਾ ਹੀ ਹੈ, ਡਾਕਟਰ ਸਈਦ ਭੁੱਟਾ ਸਾਹਿਬ ਨੇ ਵੀ ਗੱਲ ਕਰਨੀ ਹੈ। ਮੈਂ ਇੱਕ ਆਖਰੀ ਇਹਦੇ ਪਹਿਲੂ ਦੇ ਵੱਲ ਆ ਕੇ ਫਿਰ ਆਪਣੀ ਗੱਲ ਨੂੰ ਮੁਕਾਉਣਾ ਹੈ ਅਸੀਂ ਕਿ ਸਾਡੇ ਕੋਲ ਜਿਹੜਾ ਕਿ ਕਿਸੇ ਵੀ ਮਤਲਬ ਪੁਰਾਣੀ ਬਾਦਸ਼ਾਹ ਦੇ ਅੰਦਰ ਵੱਡੇ ਤੋਂ ਵੱਡੇ ਬੰਦੇ ਦੇ ਸਾਹਮਣੇ ਵੀ ਜਾ ਕੇ ਸਾਡਾ ਲੋਕ ਅਦਬ ਦੇ ਵਿੱਚ ਆਪਣਾ ਇਜ਼ਹਾਰ ਪੂਰੀ ਤਰ੍ਹਾਂ ਕੀਤਾ ਹੋਇਆ ਹੈ ਔਰ ਉਹ ਜਿਹੜਾ ਬਰਦਾਸ਼ਤ ਦਾ ਸਾਡੇ ਕੋਲ ਹੈ ਉਹ ਵੀ ਮੌਜੂਦ ਹੈ ਕਿ ਇੱਕ ਮਨ ਗੱਲ ਕੀਤੀ ਜਾਂਦੀ ਹੈ ਤੇ ਦੂਜਾ ਬੰਦਾ ਜਿਹੜਾ ਗੱਲ ਹੈ ਉਹਨੂੰ ਉਸ ਲੈਵਲ ਤੇ ਜਾ ਕੇ ਬਰਦਾਸ਼ਤ ਵੀ ਕਰਦਾ ਹੈ, ਉਹਨੂੰ ਸਮਝਦਾ ਸੋਚਦਾ ਵੀ ਹੈਗਾ। ਮਸਲਨ ਔਰੰਗਜ਼ੇਬ ਆਲਮਗੀਰ ਦੇ ਬਾਰੇ ਸਾਡੇ ਕੋਲ ਇੱਕ ਅਖਾਣ ਹੈ ਮੁਹੰਮਦ ਸ਼ਾਹ ਰੰਗੀਲਾ ਔਰ ਔਰੰਗਜ਼ੇਬ ਆਲਮਗੀਰ ਦੇ ਬਾਰੇ।
कि औरंगे दा रंग बुरा, मुहम्मदे दा बुरा ढंग, सिखां राज संभालना, मुगलां घुटनी भंग। औरंगजेब आलमगीर दा रंग भैड़ा किया जा रहा है, मुहम्मद शाह रंगीले दा तरीकेकार जिहड़े ने ਉਹਨੂੰ ਭੈੜਾ ਕਿਹਾ ਜਾ ਰਿਹਾ ਹੈ, ਸਿੱਖਾਂ ਰਾਜ ਸੰਭਾਲਣਾ, ਤੇ ਇਹ ਸਾਰਾ ਕਿ ਮੁਗਲਾਂ ਤੋਂ ਬਾਅਦ ਜਿਹੜੀ ਸਿੱਖ ਗਵਰਨਮੈਂਟ ਹੈ ਇਹਨੇ ਆ ਜਾਣਾ ਹੈ, ਔਰ ਮੁਗਲਾਂ ਘੋਟਣੀ ਭੰਗ। ਇਹ ਪੂਰਾ ਇੱਕ ਜਿਹੜਾ ਹੈ ਨਾ ਪੋਲੀਟੀਕਲ ਐਨਾਲਿਸਿਸ ਹੈ ਵੇਲੇ ਤੋਂ ਪਹਿਲੇ ਕੀਤਾ ਹੋਇਆ, ਜਿਹੜਾ ਕਿ ਅਖਾਣ ਦੇ ਰਾਹੀਂ ਸਾਡੇ ਸਾਹਮਣੇ ਆਉਂਦਾ ਹੈ। ਅੱਛਾ, ਇੱਕ ਹੋਰ ਅਖਾਣ ਵੇਖੋ ਕਿ ਰਾਜਾ ਰਣਜੀਤ ਸਿੰਘ, ਕਿਉਂਕਿ ਉਹਨਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਇੱਕ ਅੱਖ ਤੋਂ ਦੇਖ ਪਾਉਂਦੇ ਸਨ, ਤੇ ਅਜਿਹੇ ਬੰਦੇ ਦੇ ਸਾਹਮਣੇ ਜਾ ਕੇ ਇਵੇਂ ਗੱਲ ਕਰਨੀ। ਉਹ ਇੱਕ ਅਖਾਣ ਵੇਖੋ ਕਿ ਤੇਰੀ ਇੱਕੋ ਅੱਖ ਸੁਲੱਖਣੀ, ਤੇਰੀ ਇੱਕੋ ਅੱਖ ਸੁਲੱਖਣੀ ਤੇ ਡਲਕਾ ਮਾਰੇ, ਨਿਉ ਨਿਉ ਕਰਨ ਸਲਾਮਾਂ ਦੋ ਨੈਣਾ ਵਾਲੇ। ਹੁਣ ਇੰਨੀ ਫਰੀडम ਮੌਜੂਦ ਸੀ ਤੇ ਕੋਈ ਬੰਦਾ ਜਾ ਕੇ ਉਹਦੇ ਦਰਬਾਰ ਦੇ ਵਿੱਚ ਵੀ ਉਹਦੇ ਸਾਹਮਣੇ ਇੰਨੀ ਗੱਲ ਕਰ ਸਕਦਾ ਹੈ, ਜਾਂ ਅਗਲੇ ਬੰਦੇ ਦੇ ਅੰਦਰ ਵੀ ਇੰਨਾ ਅਜ਼ਰਫ ਸੀ ਕਿ ਉਹ ਕਿਸੇ ਬੰਦੇ ਦੀ ਗੱਲ ਜਿਹੜੀ ਹੈ ਉਹਨੂੰ ਸੁਣ ਸਕਦਾ ਸੀ, ਔਰ ਆਂਦਾ ਕੁਝ ਨਹੀਂ ਸੀ। ਕਿ ਖੈਰ ਉਹ ਇੱਕ ਹੋਰ ਆਖਰੀ ਜਿਹੜੀ ਬੋਲੀ ਹੈ ਨਾ, ਉਹ ਸੁਣ ਕੇ ਮੈਂ ਆਪਣੀ ਗੱਲ ਪੂਰੀ ਕਰਨਾ ਕਿ 2 ਦਿਨ ਘੱਟ ਜੀਵਨਾ, ਜੀਵਨਾ ਮਟਕ ਦੇ ਨਾਲ। ਇਹ ਜਿਹੜਾ ਲੋਕ ਅਦਬ ਹੈ ਇਹਦੇ ਵਿੱਚ ਪੂਰੀ ਇਜ਼ਹਾਰ ਦੀ ਤਾਕਤ ਮੌਜੂਦ ਹੈ, ਔਰ ਸਾਡੇ ਅੱਜ ਦੇ ਸਮਾਜ ਦੇ ਵਿੱਚ ਇਹ ਫਰੀडम ਬਿਲਕੁਲ ਮੁੱਕ ਗਈ ਹੈ। ਔਰ ਉਹਦੀ ਵਜ੍ਹਾ ਮੈਂ ਤਾਂ ਇਹੀ ਸਮਝਣਾ ਕਿ ਜਿਹੜੀ ਬੋਲੀ ਦੇ ਵਿੱਚ ਜਾਂ ਜਿਹੜੀ ਧਰਤੀ ਬੰਦੇ ਨੂੰ ਤਾਕਤ ਦਿੰਦੀ ਆਈ, ਅਸਾਂ ਉਹ ਬੋਲੀ ਵੀ ਖੋ ਲਈ ਤੇ ਉਸ ਕਲਚਰ ਦੇ ਨਾਲ ਉਹ ਬੰਦਾ ਵੀ ਕੱਟ ਮਾਰਿਆ, ਤੇ ਹੁਣ ਫਰੀडम ਕਿਹੜੀ ਗੱਲ ਦੀ ਰਹਿ ਜਾਣੀ ਹੈ ਸਾਡੇ ਕੋਲ। ਨਾ ਸਾਡੇ ਅੰਦਰ ਬਰਦਾਸ਼ਤ ਹੈ ਤੇ ਨਾ ਗੱਲ ਕਰਨ ਦੀ ਸਾਡੇ ਕੋਲ ਹਿੰਮਤ ਹੈ। ਜਿੰਨੀ ਦੇਰ ਅਸੀਂ ਆਦਾ ਬੰਦਾ ਔਰ ਆਦਾ ਐਜੂਕੇਸ਼ਨ ਸਿਸਟਮ ਆਦੀ ਧਰਤੀ ਦੀਆਂ ਬੋਲੀਆਂ ਦੇ ਨਾਲ ਨਹੀਂ ਜੋੜਦੇ, ਉਨੀ ਦੇਰ ਤੱਕ ਇਹ ਫਰੀडम ਨਹੀਂ ਮਿਲੇਗੀ, ਔਰ ਇਹ ਸਮਾਜ ਮੈਚੁਰ ਹੋ ਕੇ ਕਿਸੇ ਵੱਡੇ ਲੈਵਲ ਤੇ ਜਾਂਦਾ ਨਜ਼ਰ ਵੀ ਨਹੀਂ ਆਵੇਗਾ। ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਗਿਆ, ਹਟ ਕੇ ਸਾਨੂੰ ਉੱਥੇ ਜੋੜ ਲੈਣਾ ਚਾਹੀਦਾ ਹੈ ਔਰ ਇਹਦਾ ਖਿਆਲ ਕਰਨਾ ਚਾਹੀਦਾ ਹੈ। ਬਹੁਤ ਸ਼ੁਕਰੀਆ ਡਾਕਟਰ ਮਨੀਰ ਸਾਹਿਬ। बहुत शुक्रिया डॉक्टर जी भट्टू साहब, बहुत उम्दा गुफ्तगू। और भट्टू साहब ने जो एक नुकता जिस वाल ध्यान पाया वो बड़ा अहम है और बड़ा विचारने वाला है कि साडा अमूमी रवैया और बहुत सारे साडे दानशवरां दा रवैया भी ये है कि असी यूरोप तो इन्ने मुतासर हैं, यूरोप की असी बाहर तो इन्ने मुतासर हैं अपने कोई जी खास तौर पर मगरब शामिल है पूरा वैस्ट, या असी यूनानी ट्रेडिशन की लिटरेचर के लोग बड़ी गल करते हैं। ਇਹ ਜਿਹੜੀ ਸ਼ਾਇਦ ਵੀ ਸਾਡੇ ਕੋਲ ਉੱਥੋਂ ਬਾਹਰੋਂ ਆਵੇ, ਜਾਂ ਸਾਨੂੰ ਸ਼ੌਕ ਹੈ ਕਿ ਅਸੀਂ ਛੜਪਾ ਮਾਰ ਕੇ ਸਾਰੀਆਂ ਸ਼ੈਵਾਂ ਆਪਣੀਆਂ ਛੱਡ ਕੇ ਲੰਬੀ ਛਾਲ ਮਾਰੀਏ ਔਰ ਜਾ ਕੇ ਆਪਣੀ ਹਰ ਸ਼ੈ ਦੇ ਸਿਰੇ ਉੱਥੇ ਜੋੜੀਏ। ਅਸੀਂ ਫਖਰ ਮਹਿਸੂਸ ਕਰਦੇ ਕਿ ਜੀ ਫਲਾਣੀ ਸ਼ੈ, ਅਸੀਂ ਲਿਟਰੇਚਰ ਦੀ ਬਹੁਤ ਸਾਰੀਆਂ ਥਿਊਰੀਜ਼ ਨੇ ਜਿਨ੍ਹਾਂ ਦੇ ਵਿੱਚ ਮਸਲਨ ਤੁਸੀਂ ਲੋਕ ਅਦਬ ਦੀ ਗੱਲ ਕਰ ਰਹੇ ਹੋ ਤੇ ਹੀਰ ਰਾਂਝੇ ਦਾ ਅਸੀਂ ਜ਼ਿਕਰ ਕਰਨੇ, ਸਾਡੇ ਕੋਲ ਬਾਕਾਇਦਾ ਪੰਜਾਬੀ ਦਾਨਸ਼ਵਰ ਐਸੇ ਮੌਜੂਦ ਨੇ ਜਿਹੜੇ ਇਹਦੇ ਉੱਤੇ ਬਹਿਸ ਕਰਦੇ ਨੇ ਕਿ ਜਿਹੜੀ ਹੀਰ ਔਰ ਰਾਂਝੇ ਦੀ ਕਹਾਣੀ ਹੈ ਇਹ ਯੂਨਾਨੀ ਨਾਲ ਲੈ ਕੇ ਆਏ ਸਨ। ਤੇ ਇਹ ਮਜਬੂਰ ਕਰ ਦਈਏ ਕਿ ਜੀ ਜੇ ਅਸੀਂ ਇਹ ਕਾਮਯਾਬ ਹੋ ਜਾਈਏ ਸਾਬਤ ਕਰਨ ਵਿੱਚ ਕਿ ਸਾਡੀਆਂ ਜਿਹੜੀਆਂ ਇਹ ਲਿਟਰੇਰੀ ਟ੍ਰੈਡੀਸ਼ਨ ਹੈ, ਸਾਡੇ ਜਿਹੜਾ ਸਰਮਾਇਆ ਜਿਹੜਾ ਅਦਬੀ, ਇਹਦਾ ਕਿਸੇ ਨਾ ਕਿਸੇ ਤਰ੍ਹਾਂ ਤਾਲੁਕ ਯੂਰਪ ਨਾਲ ਜਾਂ ਬਾਹਰ ਨਾਲ ਜੁੜ ਗਿਆ ਤੇ ਖਬਰ ਅਸੀਂ ਕਿਹੜੀ ਕਾਮਯਾਬੀ ਦੀ ਮਿਰਾਜ ਪਾ ਲੈਣੀ ਹੈ। ਇਹ ਬੁਨਿਆਦੀ ਤੌਰ ਤੇ ਗੁਲਾਮਾਨਾ ਜੀ ਸੋਚ ਹੈ। ਔਰ ਇਹ ਬੜਾ ਅਹਿਮ ਨੁਕਤਾ ਤੁਸੀਂ ਬਿਆਨ ਕੀਤਾ ਕਿ ਯੂਰਪ ਹਲੇ ਜਿਸ ਵੇਲੇ ਨਿਸ਼ਾਤ ਸਾਨੀਆਂ ਦੇ ਪੀਰੀਅਡ ਵਿੱਚ ਸੀ, ਜਿੱਥੇ ਉੱਥੇ ਰਿਵਾਈਵਲ ਹੋ ਰਹੀ ਸੀ, ਸਾਡੇ ਕੋਲ ਉਸ ਵੇਲੇ ਹਵਾਲੇ ਵੀ ਦਿੱਤੇ ਦਮੂਦਰ ਦਾ ਹਵਾਲਾ ਔਰ ਵਾਰਿਸ ਸ਼ਾਹ ਦਾ। ਔਰ ਬਾਕੀ ਉਹਦੇ ਦੇਖੋ ਕਿ ਹੀਰ ਦਾ ਜਿਹੜਾ ਇਜ਼ਹਾਰ ਹੈ ਉਹ ਕਿੰਨਾ ਬਰਾਹ ਰਾਸਤ ਹੈ, ਕਿੰਨਾ ਸਪੌਂਟੇਨੀਅਸ ਹੈ, ਉਹਦੇ ਉੱਤੇ ਕੋਈ ਚੈੱਕ ਨਹੀਂ ਹੈ। ਔਰ ਹੀਰ ਜਿਹੜੀ ਹੈ ਉਹ ਜ਼ਾਹਿਰ ਹੈ ਕੋਈ ਆਮ ਕੁੜੀ ਨਹੀਂ, ਉਹ ਇੱਕ ਐਸੀ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜਿਹੜੀ ਇਸ ਸਮਾਜ ਦੇ ਵਿੱਚ ਬੜੀ ਉੱਚੀ ਪੱਧਰ ਦੀ ਫੈਮਿਲੀ ਹੈ ਔਰ ਉਹਨੂੰ ਕੋਈ ਚਾਕਾ ਨਹੀਂ ਖੁੱਲ ਖੁਲਾ ਕੇ ਗੱਲਾਂ ਕਰਦੀ ਹੈ। ਤੇ ਬਹੁਤ ਉਮਦਾ ਗੁਫ਼ਤਗੂ, ਬਹੁਤ खूबसूरत। भुट्टा साहब किसी टेक्निकल रीजन तो डिस्कनेक्ट, इस दौरान में बारी बारी दूर करने
मैं जब दरख्वास्त भुट्टो साहब थे, इस दौरान कोशिश कर भुट्टा साहब जी। डॉक्टर मुनीर साहब ਤੁਹਾਡੀ ਆਵਾਜ਼ ਨਹੀਂ ਆ ਰਹੀ, ਜਾਂ ਮੇਰੇ ਖਿਆਲ ਸਿਰਫ ਮੈਨੂੰ ਨਹੀਂ ਆ ਰਹੀ, ਜਾਂ ਓਵਰਆਲ ਨਹੀਂ ਆ ਰਹੀ, ਕੋਈ ਨੈਟ ਦਾ ਇਸ਼ੂ ਹੈ। ਸਾਹਿਬ ਮੇਰੇ ਖਿਆਲ ਜੀ WhatsApp ਤੁਹਾਨੂੰ नहीं इशू है। गुजर साहब की आवाज, डॉक्टर मुनीर साहब थोड़ी आवाज बहुत कट कट के आ रही है। मुनीर ਤੁਹਾਡਾ ਮਾਈਕ ਆਫ ਹੈ। ਡਾਕਟਰ ਸਾਹਿਬ ਮਾਈਕ ਆਫ ਹੈ ਤੁਹਾਡਾ। आवाज नहीं आ जी रही जी 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 भुट्टा साहब ਤੁਹਾਨੂੰ ਮੇਰੀ ਆਵਾਜ਼ ਆ ਰਹੀ? जी बिल्कुल 100% आ रही हैगी। जी सर माजरत बस असल चो इंटरनेट ਦੇ ਕੋਈ ਮਸਾਇਲ ਨਹੀਂ ਤੇ ਸਰ ਅਗਰ ਆਵਾਜ਼ ਆ ਰਹੀ ਭੁੱਟਾ ਸਾਹਿਬ ਤੁਸੀਂ ਆਪਣੀ ਗੱਲ ਸ਼ੁਰੂ ਕਰੋ, ਫਿਰ ਅਸੀਂ ਦੁਬਾਰਾ ਗੁਫ਼ਤਗੂ ਵੱਲ ਆ ਜਾਣੇ। डॉक्टर सईद भुट्टा साहब। डॉक्टर साहब बहुत मेहरबानी, खास तौर पे सरगोदा यूनिवर्सिटी के इंतजामिया दे मोहतरम जनाब इश्तियाक साहब दे तो साडे कि तुसी अपने फंक्शनां दे विच इनवाइट करते रहंदे हैगे हो, और एक ज़हमत वाली गल भी है कि तुहाडे हर फंक्शन विच होना सरगोदा यूनिवर्सिटी के बच्चों वास्ते वैसे भी एक चिड़चिड़ापन पैदा हो जाता है कि यह बाबा रोजाना आया बैठा होता है। तो बहरहाल दोनों गल्लां जिहड़ियां ने तुहाडी मेहरबानी नाल ही हो रही ने। कुछ भुट्टो साहब की गुफ्तगू जी सी उहदे दरमियान दे विच कुछ मेरा नैट का प्रॉब्लम हो गया है या सब दा होया है, मैनूं अंदाजा नहीं है। असल जी चीज़ हैगी आज़ादी इजहार का जिहड़ा सुफना है ये तो इंसानियत नूं अजल तो ही चलता आ रहा है और इंसान ये सुपना देख रहा है। साडी मालूम इंटलैक्चुअल हिस्टरी दे विच सुकरात, उसदे बाद अरस्तु और फिर आज तक रसल तक बेशुमार लोगों ने इस ख्वाहिश का इजहार किया है कि इंसान आज़ाद हैगा और जिस तरीके नाल उसनों बाकी आज़ादियां मुहैया ने होनियां चाहिए ने उस तरीके नाल उसनों अपनी ओपीनियन का भी हक हासिल हैगा। और हुण बाकायदा पोलिटिकल साइंस का अहम मौजू बन चुका है कि नफरत कितों शुरू होंदी हैगी, साजिश कितों शुरू होंदी हैगी, आज़ादी दे विच लैग पुलिंग जिहड़ी हैगी वो किस तरीके नाल होंदी हैगी। ये सवाल उन्हां समाजां दे हैं कि जिन्हां दा सब कुछ अपना है से। अगर अफलातून साहब दी रियासत दे विच इंसान दे आज़ादी वास्ते गल कर रहे हैं तो उन्होंने अपनी असैंबली ऐसे एथेंस दी दुनिया दे अमेरिका दे विच इंग्लैंड दे विच दूसरी जगह देते इंटैलीजेंशिया ने बाकायदा
लेकिन साडी सूरत हाल बिल्कुल मुख्तलिफ है। भुट्टो साहब ਦਾ ਮੇਰੇ ਖਿਆਲ ਇੰਟਰਨੈਟ ਦਾ ਕੋਈ ਇਸ਼ੂ ਹੈ ਭੁੱਟਾ ਸਾਹਿਬ ਦਾ ਸ਼ਾਇਦ। ਮੇਰਾ ਖਿਆਲ ਹੈ ਸੀ ਉਨੀ ਦੇਰ ਜਿਹੜਾ ਸਵਾਲ ਵੱਲ ਜਾ ਰਹੇ ਸੀ ਉਧਰ ਚਲੇ ਜਾਣੇ। ਭੁੱਟੋ ਸਾਹਿਬ ਦਾ ਸ਼ਾਇਦ ਕੋਈ ਇਸ਼ੂ ਹੈ, ਜਿਸ ਵੇਲੇ ਜੁਆਇਨ ਕਰ ਦੇਣੇ ਸੀ ਥੋੜੀ ਕਨੈਕਟ ਕਰ ਲਾਂਗੇ ਸਵਾਲ ਜਿਹੜਾ, ਕਿਉਂਕਿ ਮੇਰੇ ਵਿੱਚ ਥੋੜਾ ਜਿਹਾ ਇੰਟਰਨੈਟ ਦਾ ਇਸ਼ੂ ਹੋ ਗਿਆ ਤੇ ਗੱਲਬਾਤ ਮੈਂ ਵੀ ਨਹੀਂ ਸੁਣ ਸਕਿਆ ਵਿੱਚ ਜੱਪਾ ਸਾਹਿਬ ਦੀ। ਸਵਾਲ ਦਾ ਜਵਾਬ ਦੇ ਰਹੇ ਸਨ ਵੱਟੂ ਸਾਹਿਬ। ਮੁਹੰਮਦ ਸ਼ੇਰ ਲਾਲੀ ਸਾਹਿਬ ਦਾ ਸਵਾਲ ਸੀ ਬੜਾ ਅਹਿਮ ਔਰ ਦਿਲਚਸਪ ਕਿ ਸਾਨੂੰ ਕਲਚਰ ਤੋਂ ਦੂਰ ਕਰਨ ਵਿੱਚ, ਸਾਡੇ ਕਲਚਰ ਤੋਂ ਦੂਰ ਕਰਨ ਵਿੱਚ ਕਿਹੜੀਆਂ ਸ਼ੈਵਾਂ ਦਾ ਕਸੂਰ ਹੈ। जी मेरी आवाज आ रही है? आ रही है ਜੀ ਲਾਲ ਸਾਹਿਬ, ਮੇਰੇ ਖਿਆਲ ਮੈਂ ਇਹ ਸੁਣਿਆ ਕਿ ਸਾਨੂੰ ਕਲਚਰ ਤੋਂ ਦੂਰ ਕਰਨ ਦੇ ਵਿੱਚ ਕਿਹੜੀਆਂ ਸ਼ੈਵਾਂ ਦਾ ਹੱਥ ਹੈ, ਇਹ ਸਵਾਲ ਸੀ ਤੁਹਾਡਾ। ਇਹ ਇਹਦੇ ਚ ਬਹੁਤ ਸਾਰੀਆਂ ਸ਼ੈਵਾਂ ਨੇ, ਲੇਕਿਨ ਬੁਨਿਆਦੀ ਜਿਹੜੀ ਗੱਲ ਹੈ ਉਹਦੇ ਵੱਲ ਮੈਂ ਇਸ਼ਾਰਾ ਕੀਤਾ ਵੀ ਆਇਆ ਕਿ ਕਲਚਰ ਜਿਹੜਾ ਹੈ ਨਾ, ਇਹ ਅਸਲ ਦੇ ਵਿੱਚ ਇੱਕ ਪੂਰੀ ਮਿੱਥ ਰੱਖਦਾ ਹੁੰਦਾ ਹੈ ਆਦੇ ਅੰਦਰ, ਔਰ ਕਲਚਰ ਦੀ ਉਹ ਮਿੱਥ ਆਦੀ ਬੋਲੀ ਦੇ ਵਿੱਚ ਹੀ ਬੰਦੇ ਤਾਈਂ ਅਪੜਦੀ ਹੁੰਦੀ ਹੈ। ਮਸਲਨ ਅਗਰ ਅਸੀਂ ਇੱਕ ਸਿੰਪਲ ਜੀ ਮੈਂ ਤੁਹਾਨੂੰ ਮਿਸਾਲ ਦਿੰਦਾ ਕਿ ਸਾਡੇ ਕਲਚਰ ਦੇ ਵਿੱਚ ਜਿਹੜਾ ਮਾਂ ਦਾ ਥਿਗੜਾ ਹੈ, ਸਿਰ ਦਾ ਦੁਪੱਟਾ ਹੈ ਜਿਹੜਾ, ਇਹ ਇਹਦੇ ਨਾਲ ਇੱਕ ਤਕੱਦਸ ਦੀ ਮਿੱਥ ਜੁੜੀ ਹੋਈ ਹੈ। ਅੱਛਾ, ਹੁਣ ਜਿਸਲੇ ਤੁਸੀਂ ਬੋਲੀ ਭਾਵੇਂ ਸਾਡੀ ਪੰਜਾਬੀ ਰਵੇ ਵੀ ਫਰਜ਼ ਕੀਤਾ, ਲੇਕਿਨ ਕਲਚਰ ਤੋਂ ਟੁੱਟ ਕੇ ਰਵੇਗੀ ਤੇ ਉਹ मेरा ख्याल है डॉक्टर मनीर साहब भुट्टा साहब आ गया ना वापस बाद डॉक्टर मनीर साहब सारा आ गया ना, गल पहल कर लो। जी जी ਤੁਸੀਂ ਇੱਕ ਵਾਰੀ ਕੈਰੀ ਕਰੋ ਜ਼ਰਾ, ਫਿਰ ਇਸ ਸਵਾਲ ਦਾ ਜਵਾਬ ਦੇ ਲਓ ਭੁੱਟਾ ਸਾਹਿਬ। ਜੀ ਜੀ ਅੱਛਾ, ਮੈਂ ਕਹਿੰਦਾ ਪਿਆ ਸੀ ਕਿ ਜਿਸ ਤਰ੍ਹਾਂ ਅਸੀਂ ਬੋਲੀ ਤੋਂ, ਜਦੋਂ ਬੋਲੀ ਸਾਡੇ ਕੋਲ ਰਵੇ ਲੇਕਿਨ ਕਲਚਰ ਦੀ ਮਿੱਥ ਟੁੱਟੀ ਹੋਈ ਹੋਵੇਗੀ ਤੇ ਸਾਡੇ ਕਿਸੇ ਵੀ ਅਜਿਹੇ ਬੰਦੇ ਦੇ ਲਈ ਸਿਰ ਦਾ ਜਿਹੜਾ ਉਹ ਮਾਂ ਦਾ ਥਿਗੜਾ ਹੈ ਉਹ ਸਾਡੇ ਲਈ ਇੱਕ ਕੱਪੜਾ ਹੀ ਬਣ ਕੇ ਰਹਿ ਜਾਂਦਾ ਹੈ। ਮਸਲਨ ਅਗਰ ਅਸੀਂ ਕੁਝ ਅਜਿਹੇ ਮਸਲਨ ਆਮ ਅਗਰ ਕੱਪੜਾ ਚਾਹ ਕੇ ਤੁਸੀਂ ਕੋਈ ਸ਼ੈ ਵੀ ਝਾੜਨੀ ਹੈ ਤੇ ਇੱਕ ਅਜਿਹਾ ਬੰਦਾ ਕਿ ਜਿਹੜਾ ਉਸ ਕਲਚਰ ਦੀ ਮਿੱਥ ਨਾਲ ਟੁੱਟਿਆ ਹੋਇਆ ਹੋਵੇਗਾ, ਉਹਦੇ ਲਈ ਉਹ ਧੋਤਾ ਹੋਇਆ ਕੱਪੜਾ ਔਰ ਅਣਧੋਤਾ ਕੱਪੜਾ ਇਹ ਦੋ ਤਕਸੀਮਾਂ ਹੋਣਗੀਆਂ, ਦੋ ਸ਼ੈਵਾਂ ਮਾਨੇ ਰੱਖਣਗੀਆਂ। ਲੇਕਿਨ ਅਗਰ ਅਜਿਹਾ ਬੰਦਾ ਜਿਹੜਾ ਕਲਚਰ ਦੀ ਮਿੱਥ ਨਾਲ ਜੁੜਿਆ ਹੋਇਆ ਹੈ, ਉਹਦੇ ਲਈ ਹਮੇਸ਼ਾ ਉਹ ਕੁਝ ਕੱਪੜਿਆਂ ਦੇ ਵਿੱਚ ਅਜਿਹੀਆਂ ਸ਼ੈਆਂ ਹੁੰਦੀਆਂ ਨੇ ਕਿ ਜਿਨ੍ਹਾਂ ਦੇ ਵਿੱਚ ਉਹ ਤਕੱਦਸ ਔਰ ਪਵਿੱਤਰਤਾ ਜਿਹੜੀ ਹੈ ਉਹ ਬਾਲ ਰਹਿੰਦੀ ਹੈ। ਸਾਡੇ ਕੋਲ ਇਹ ਸਾਰੀਆਂ ਸ਼ੈਵਾਂ ਰਵਾਇਤਾਂ ਜਿਹੜੀਆਂ ਮੁੱਕਦੀਆਂ ਨੇ ਉਹ ਬੋਲੀ ਨੂੰ ਉਹ ਸਤ੍ਹਾ ਤੇ ਜਾ ਤੇ ਸਮਝਣ ਔਰ ਨਾ ਸਮਝਣ ਦੀ ਵਜ੍ਹਾ ਤੋਂ ਹੀ ਮੁੱਕਦੀਆਂ ਨੇ ਕਿ ਅਸੀਂ ਉਹ ਅਲਾਮਤ ਔਰ ਅਲਾਮਤ ਨਾਲ ਜੁੜੀ ਹੋਈ ਮਿੱਥ ਨੂੰ ਤੋੜਦੇ ਜਾਂਦੇ ਹਾਂ। ਸਾਡੇ ਸਿਲੇਬਸ ਦੇ ਅੰਦਰ ਪੰਜਾਬੀ ਜ਼ਬਾਨ ਜਿਹੜੀ ਹੈ ਉਹ ਉਹਦੇ ਤੋਂ ਸਾਡੇ ਆਉਣ ਵਾਲੀਆਂ ਨਸਲਾਂ ਨੂੰ ਦੂਰ ਕੀਤਾ ਜਾ ਰਿਹਾ ਹੁੰਦਾ ਹੈ। ਤੇ ਇਹ ਸਿਰਫ ਬੋਲੀ ਨਹੀਂ ਹੈਗੀ ਕਿ ਜਿਹੜੀ ਬੋਲੀ ਦੇ ਵਿੱਚ ਤੁਸੀਂ ਇੱਕ ਦੀ ਗੱਲ ਦੂਜੇ ਬੰਦੇ ਨੇ ਸੁਣਨੀ ਹੁੰਦੀ ਹੈ, ਬਲਕਿ ਇਹਦੇ ਵਿੱਚ ਉਹ ਅਲਾਮਤਾਂ ਔਰ ਉਹ ਸਾਰੀਆਂ ਸ਼ੈਵਾਂ ਮੌਜੂਦ ਨੇ ਜਿਹੜੀਆਂ ਬੰਦੇ ਨੂੰ ਟ੍ਰੇਨ ਵੀ ਕਰਦੀਆਂ ਪਈਆਂ ਹੁੰਦੀਆਂ ਨੇ ਨਾਲ ਨਾਲ, ਔਰ ਉਹਦੀ ਰੂਹ ਦੇ ਅੰਦਰ ਉਹ ਸਾਰੀਆਂ ਸਦੀਆਂ ਦਾ ਜਿਹੜਾ ਇੱਕ ਵਿਜ਼ਡਮ ਹੈ ਉਹ ਬੰਦੇ ਤੱਕ ਪਹੁੰਚਾ ਰਹੀਆਂ ਹੁੰਦੀਆਂ ਨੇ। ਲੇਕਿਨ ਬੋਲੀ ਬਦਲਣ ਦੇ ਨਾਲ ਅਸੀਂ ਉਹ ਸਾਰੀਆਂ ਸ਼ੈਵਾਂ ਤੋਂ ਟੁੱਟ ਜਾਂਦੇ ਹਾਂ, ਜਿੰਦੇ ਵਜ੍ਹਾ ਤੋਂ ਜਿਹੜਾ ਨਵਾਂ ਬੰਦਾ ਹੈ ਉਹ ਫਿਰ ਬਾਕੀ ਦੀਆਂ ਜਿਹੜੀਆਂ ਸੌੜਾਂ ਨੇ ਨਾ ਉਹ ਆਪੇ ਖੁੱਲ ਹੋ ਜਾਂਦੀ ਹੈ। ਲੇਕਿਨ ਪਹਿਲੀ ਸਭ ਬੁਨਿਆਦੀ ਗੱਲ ਕਿ ਤੁਹਾਡੇ ਕੋਲ ਤੁਹਾਡੀ ਬੋਲੀ 'ਚ ਲਿਖਣ ਪੜ੍ਹਨ ਦਾ ਔਰ ਗੱਲ ਕਰਨ ਦਾ ਹੱਕ ਹੋਵੇਗਾ ਤੇ ਤੁਸੀਂ ਅਗਲੇ ਹੱਕ ਜਿਹੜੇ ਨੇ ਉਹ ਲੈ ਸਕੋਗੇ। ਜੀ ਸ਼ੁਕਰੀਆ। ਬਹੁਤ ਸ਼ੁਕਰੀਆ ਭੁੱਟਾ ਸਾਹਿਬ ਦਾ ਮੇਰੇ ਖਿਆਲ ਜੁਆਇਨ ਹੋ ਗਏ ਨੇ ਦੁਬਾਰਾ। ਸਰ ਸੌਰੀ ਨੈਟ ਦੀ ਵਜ੍ਹਾ ਤੋਂ ਕੋਈ ਇਸ਼ੂ ਸਨ, ਤੁਸੀਂ ਆਪਣੀ ਗੱਲ ਦੁਬਾਰਾ ਕੰਟੀਨਿਊ ਕਰੋ। हेलो मीर साहब, आवाज आ रही है मेरी? जी सर, ਤੁਸੀਂ ਗੱਲ ਦੁਬਾਰਾ। हेलो
जी सारी सर आ मॉडल रही है, आ रही के- कौन आ रही बस। कोई मेरा बार कोई ਇਹਦਾ ਕੋਈ ਪ੍ਰੋਬਲਮ ਆ ਰਿਹਾ ਹੈਗਾ, ਮੈਨੂੰ ਸਮਝ ਨਹੀਂ ਆ ਰਹੀ। ਅਸਲ ਜਿਹੜੀ ਮੈਂ ਗੁਜ਼ਾਰਿਸ਼ ਕਰਨਾ ਚਾਹ ਰਿਹਾ ਸੀ ਨਾ ਕਿ ਇੱਕ ਤੇ ਬੁਨਿਆਦੀ ਚੀਜ਼ ਹੈਗੀ ਕਿ ਫਰੀडम ਆਫ ਐਕਸਪ੍ਰੈਸ਼ਨ ਜਿਹੜੀ ਹੈਗੀ ਇਹ ਇਨਸਾਨ ਦਾ ਕਦੀਮ ਤਰੀਨ ਸੁਪਨਾ ਹੈਗਾ, ਇਨਸਾਨ ਦੀ ਖਾਹਿਸ਼ ਹੈਗੀ। ਔਰ ਜਦੋਂ ਇਨਸਾਨ ਤਾਰੀਖੀ ਦੌਰ ਦੇ ਵਿੱਚ ਉਤਰਿਆ ਹੈਗਾ, ਬਾਕਾਇਦਾ ਇਨਸਾਨੀ ਤਾਰੀਖ ਦਾ ਆਗਾਜ਼ ਹੋਇਆ ਹੈਗਾ, ਤਾਂ ਉਦੋਂ ਹੀ ਮੁxtਲਿਫ ਸਮਾਜਾਂ ਦੇ ਵਿੱਚ ਇੰਟੈਲੈਕਚੁਅਲਸ ਨੇ ਇਹ ਕੋਸ਼ਿਸ਼ਾਂ ਕੀਤੀਆਂ ਨੇ। ਔਰ ਸਭ ਤੋਂ ਪਹਿਲੇ ਸਾਡੀ ਮਾਲੂਮ ਤਾਰੀਖ ਦੇ ਵਿੱਚ ਜਿਹੜਾ ਬਾਕਾਇਦਾ ਆਨ ਦੀ ਰਿਕਾਰਡ ਹੈਗਾ ਸੁਕਰਾਤ ਨੇ, ਕਿ ਜਿਨ੍ਹਾਂ ਨੇ ਆਜ਼ਾਦੀ ਇਜ਼ਹਾਰ ਵਾਸਤੇ ਆਪਣਾ ਨੁਕਤਾ ਨਜ਼ਰ ਬਿਆਨ ਕੀਤਾ, ਔਰ ਉਸ ਤੋਂ ਬਾਅਦ ਹੁਣ ਤੱਕ ਮੌਜੂਦਾ ਦੌਰ ਤੱਕ। ਲੇਕਿਨ ਇਸ ਆਜ਼ਾਦੀ ਇਜ਼ਹਾਰ ਦੇ ਵਿੱਚ ਇੱਕ ਥੋੜਾ ਜਿਹਾ ਫਰਕ ਐਸੀ ਕਿ ਇਹ ਸਾਰੀਆਂ ਰਿਆਸਤਾਂ, ਇਹ ਸਾਰੇ ਲੋਕ ਇੱਕ ਆਜ਼ਾਦ ਮੁਆਸ਼ਰਿਆਂ 'ਚ ਬੈਠੇ ਸਨ, ਔਰ ਜੋ ਉਹਨਾਂ ਦੀ ਤਸਵੀਰ ਜਿਹੜੀ ਸੀ ਸਾਹਮਣੇ ਆ ਰਹੀ ਸੀ ਉਹ ਉਹਨਾਂ ਦੇ ਆਪਣੇ ਵਸੇਬਾਂ ਦੀ ਬਣਾਈ ਹੋਈ ਸੀ। ਸਾਡਾ ਪੰਜਾਬੀਆਂ ਦੇ ਨਾਲ ਜਿਹੜਾ ਹੋਇਆ ਹੈਗਾ ਉਹ ਇਹ ਵੇ ਕਿ ਸਾਡੀ ਜਿਹੜੀ ਤਸਵੀਰ ਜਿਹੜੀ ਹੈਗੀ ਉਹ ਸਾਡੀ ਆਪਣੀ ਹੈ ਹੀ ਨਹੀਂ। ਪਹਿਲੇ ਤੋਂ ਗੁਜ਼ਾਰਿਸ਼ ਕਰ ਰਿਹਾ ਸੀ ਕਿ ਆਰੀਆ ਦੇ ਆਉਣ ਤੋਂ ਪਹਿਲਾਂ, ਸਾਰੀ ਆਰੀਆ ਦੇ ਆਉਣ ਤੋਂ ਹੀ ਤਾਂ ਸਾਡੀ ਬਾਕਾਇਦਾ ਤਾਰੀਖ ਬਾਰੇ ਮਾਲੂਮਾਤ ਸਾਨੂੰ ਮਿਲਦੀਆਂ ਨੇ ਕਿ ਆਰੀਆ ਨੇ ਹਮਲਾ ਕੀਤਾ, ਔਰ ਆਰੀਆ ਦੇ ਹਮਲੇ ਦੇ ਨਾਲ ਇੱਕ ਬਾਕਾਇਦਾ ਲਿਖਤ ਪੜ੍ਹਨ ਦੀ ਰਿਵਾਇਤ ਸ਼ੁਰੂ ਹੋਈ ਔਰ ਸੰਸਕ੍ਰਿਤ ਸਾਹਮਣੇ ਆਈ। ਨੋ ਡਾਊਟ ਉਸ ਤੋਂ ਪਹਿਲੇ ਹੜੱਪਾ ਮੌਜੂਦ ਸੀ, ਤਹਿਜ਼ੀਬਾਂ ਮੌਜੂਦ ਸਨ, ਲੇਕਿਨ ਜੋ ਸਾਡੀ ਤਸਵੀਰ ਰਿਟਨ ਫਾਰਮ ਦੇ ਵਿੱਚ ਨਜ਼ਰ ਆਉਂਦੀ ਹੈਗੀ ਪਹਿਲੀ ਵਾਰੀ ਉਹ ਰਿਗਵੇਦ ਵਿੱਚ ਹੈਗੀ। ਤਾਂ ਸੋ ਰਿਗਵੇਦ ਦੀ ਬਣਾਈ ਤਸਵੀਰ ਉਹ ਸਾਡੀ ਆਪਣੀ ਨਹੀਂ ਹੈਗੀ, ਉਹ ਇਨਵੇਡਰਸ ਨੇ ਬਣਾਈ ਹੈਗੀ ਕਿ ਅਸੀਂ ਕੌਣ ਹੈਗੇ ਹਾਂ, ਅਸੀਂ ਕਿਸ ਤਰ੍ਹਾਂ ਦੇ ਹੈਗੇ ਹਾਂ। ਉਹਦੀ ਸਾਡੀ ਮਰਜ਼ੀ ਸ਼ਾਮਿਲ ਨਹੀਂ ਹੈਗੀ, ਉਹ ਇਨਵੇਡਰ ਦੀ ਮਰਜ਼ੀ ਸ਼ਾਮਿਲ ਹੈਗੀ। ਸੋ ਉਸ ਤੋਂ ਬਾਅਦ ਬੜਾ ਹੀ ਭਰਪੂਰ ਇਜ਼ਹਾਰ ਜਿਹੜਾ ਹੈਗਾ ਉਹ ਯੂਨਾਨੀ 'ਚ ਹੋਇਆ ਹੈਗਾ ਪੰਜਾਬ ਬਾਰੇ। ਤਾਂ ਸੋ ਯੂਨਾਨੀ ਦੇ ਵਿੱਚ ਜਿਹੜੀ ਤਸਵੀਰ ਵਿਖਾਈ ਗਈ ਹੈਗੀ ਜਾਂ ਗ੍ਰੀਕਸ ਦੇ ਅੰਦਰ ਲਿਟਰੇਚਰ ਦੇ ਵਿੱਚ ਉਹਨਾਂ ਦੀ ਹਿਸਟਰੀ ਵਿੱਚ ਜੋ ਮੌਜੂਦ ਹੈਗਾ, ਆਰੀਅਨ ਵਗੈਰਾ ਜਾਂ ਦੂਸਰੇ ਆਪਣਾ ਬੜੇ ਮਾਰੂਫ ਹਿਸਟੋਰੀਅਨ ਨੇ ਸਿਕੰਦਰ ਤੇ ਲਿਖਿਆ ਹੈਗਾ, ਤਾਂ ਉਹ ਤਸਵੀਰ ਜਿਹੜੀ ਹੈਗੀ ਕਿ ਪੰਜਾਬੀ ਇੰਜ ਦੇ ਸਨ, ਉਹ ਸਾਡੀ ਮਨਮਰਜ਼ੀ ਦੀ ਨਹੀਂ ਹੈਗੀ। ਉਹਦੇ ਬਾਅਦ ਇੱਕ ਲੰਬਾ ਜ਼ਮਾਨਾ ਪਰਸ਼ੀਅਨ ਦਾ ਆਉਂਦਾ ਹੈਗਾ ਕਿ ਪਰਸ਼ੀਅਨ ਦੇ ਜ਼ਰੀਏ ਪਰਸ਼ੀਅਨ ਸਪੀਕਿੰਗ ਰੂਲਰ ਨੇ ਇਸ ਖਿੱਤੇ ਤੇ ਹਕੂਮਤ ਕੀਤੀ, ਔਰ ਪਰਸ਼ੀਅਨ ਲਿਟਰੇਚਰ ਦੇ ਵਿੱਚ ਬਹੁਤ ਕੁਛ ਪੰਜਾਬ ਬਾਰੇ ਲਿਖਿਆ ਗਿਆ ਹੈਗਾ। ਔਰ ਉਹ ਤਸਵੀਰ ਜਿਹੜੀ ਹੈਗੀ ਉਹ ਨਹੀਂ ਹੈਗੀ ਕਿ ਜਿਹੜੀ ਪੰਜਾਬੀਆਂ ਦੀ ਐਕਚੁਅਲ ਤਸਵੀਰ ਹੈਗੀ, ਉਹ ਹੈਗੀ ਕਿ ਜਿਹੜੀ ਬਾਦਸ਼ਾਹ ਵਿਖਾਉਣਾ ਚਾਹੁੰਦੇ ਸਨ। ਉਹਨਾਂ ਦੇ ਬਾਅਦ ਅੰਗਰੇਜ਼ੀ ਦਾ ਦੌਰ ਆ ਜਾਂਦਾ ਹੈਗਾ, ਤਾਂ ਅੰਗਰੇਜ਼ਾਂ ਨੇ ਬਾਕਾਇਦਾ ਇਸ ਖਿੱਤੇ ਉੱਤੇ ਹਕੂਮਤ ਕੀਤੀ। ਔਰ ਫਿਰ ਹੁਣ ਜਿਹੜਾ ਨਿਊ ਇੰਪੀਰੀਅਲਿਜ਼ਮ ਆਪਣਾ ਕਲੋਨੀਅਲਿਜ਼ਮ ਹੈਗਾ ਅਮਰੀਕਾ ਦਾ, ਇਸ ਸਭ ਦੇ ਵਿੱਚੋਂ ਜੋ ਕੁਝ ਵਿਖਾਇਆ ਗਿਆ ਹੈਗਾ ਉਹ ਸਾਡਾ ਨਹੀਂ ਹੈਗਾ, ਔਰ ਨਾ ਹੀ ਸਾਡੀ ਉਹਦੀ ਮਰਜ਼ੀ ਸ਼ਾਮਿਲ ਹੈਗੀ। ਸਾਡੀ ਜਿਹੜੀ ਤਸਵੀਰ ਹੈਗੀ, ਸਾਡਾ ਜੋ ਕੁਝ ਵੀ ਆਪਣਾ ਨੁਕਤਾ ਨਜ਼ਰ ਹੈਗਾ, ਸਾਡਾ ਧਰਤੀ ਦਾ ਬੰਦਾ ਹੈਗਾ, ਇਹਨਾਂ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਕਾਊਂਟਰ ਕਰਦਾ ਰਹੇਗਾ, ਕਿਸ ਤਰੀਕੇ ਨਾਲ ਉਹ ਆਪਣਾ ਮਾਫੀ ਜ਼ਮੀਰ ਬਿਆਨ ਕਰਦਾ ਰਹੇਗਾ, ਆਪਣਾ ਨੁਕਤਾ ਨਜ਼ਰ ਬਿਆਨ ਕਰਦਾ ਰਹੇਗਾ, ਤਾਂ ਉਹ ਸਾਡਾ ਉਹਦਾ ਜ਼ਖੀਰਾ ਜਿਹੜਾ ਲੋਕ ਅਦਬ ਹੈਗਾ। ਤਾਂ ਸੋ ਫੋਕ ਜਿਹੜਾ ਹੈਗਾ ਇਹ ਬਾਕਾਇਦਾ ਇੱਕ ਪੈਰਲਲ ਇੱਕ ਪੁਆਇੰਟ ਆਫ ਵਿਊ ਹੈਗਾ ਉਸ ਚੀਜ਼ ਦਾ ਕਿ ਜਿਹੜੀ ਸੰਸਕ੍ਰਿਤ, ਯੂਨਾਨੀ, ਫਾਰਸੀ ਔਰ ਅੰਗਰੇਜ਼ੀ ਜਿਨ੍ਹਾਂ ਦੀ ਜ਼ਿਆਦਾ ਪੰਜਾਬ ਬਾਰੇ ਲਿਖਿਆ ਗਿਆ ਹੈਗਾ, ਤਾਂ ਇਹ ਤਸਵੀਰ ਜਿਹੜੀ ਹੈਗੀ ਇਹਦੀ ਪੈਰਲਲ ਇੱਕ ਤਸਵੀਰ ਹੈਗੀ ਕਿ ਗ੍ਰੀਕ ਅਕਸਰ ਨੇ ਕਿ ਜਨਾਬ ਆਪਣਾ ਸਿਕੰਦਰ ਦਾ ਕੋਈ ਆਪਣਾ ਮੁਕਾਬਲੇ ਨਹੀਂ ਸੀ ਔਰ ਰਾਜਾ ਪੋਰਸ ਹਾਰ ਗਿਆ ਸੀ। ਲੇਕਿਨ ਜਿਹੜੀ ਸਾਡੀ ਮਕਾਮੀ ਟ੍ਰੈਡੀਸ਼ਨ ਹੈ ਕਿ ਜਿਹੜੀ ਮਕਾਮੀ ਰਿਵਾਇਤ ਹੈਗੀ ਉਹ ਦੱਸਦੀ ਹੈ ਕਿ ਨਹੀਂ, ਉਹ ਹਾਰਿਆ ਨਹੀਂ ਸੀ। ਇਸੇ ਤਰੀਕੇ ਨਾਲ ਆਰੀਆ ਦੇ ਹਮਲਿਆਂ ਦੇ ਬਾਰੇ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਮਵਾਦ ਜਿਹੜਾ ਹੈਗਾ ਉਹ ਨਾਗਿਆਂ ਦੀ ਕਹਾਣੀਆਂ ਵਿੱਚ ਹੈਗਾ ਕਿ ਨਾਗਿਆਂ ਦੀ ਲੜਾਈ ਜਿਹੜੀ ਹੈਗੀ ਉਹ ਬਲਕਿ ਆਰਸੀ ਟੈਂਪਲ ਨੇ ਵੀ ਕੋਟ ਕੀਤਾ ਹੈਗਾ ਕਿ ਨਾਗਿਆਂ ਦੀ ਲੜਾਈ ਜਿਹੜੀ ਸੀ ਉਹ ਦਿੱਲੀ ਦੇ ਨਵਾਹ ਦੇ ਵਿੱਚ ਹੋਈ ਸੀ ਸੁਫੈਦਾ ਨਾਲ, ਆਰੀਆ ਨਾਲ, ਔਰ ਅਲਟੀਮੇਟਲੀ ਉਹਨਾਂ ਨੇ ਨਾਗਿਆਂ ਨੂੰ ਖਤਮ ਕਰ ਦਿੱਤਾ ਜਾਂ ਮਕਾਮੀ ਲੋਕਾਂ ਨੂੰ ਕਤਲ ਕਰਤਾ। ਤਾਂ ਬਹਰਹਾਲ ਆਰਸੀ ਟੈਂਪਲ ਨੇ ਇਸ ਨੂੰ ਬਾਕਾਇਦਾ ਇੱਕ ਪੰਜਾਬੀਆਂ ਦੀ ਔਰ ਆਰੀਆਵਾਂ ਦੀ ਜੰਗ ਜਿਹੜੀ ਕੀ ਦੱਸਿਆ ਹੈਗਾ। ਹੁਣ ਗੁਜ਼ਾਰਿਸ਼ ਕਰਨ ਦਾ ਮਕਸਦ ਹੈਗਾ ਕਿ ਜਿਤਨੀ ਮੈਂ ਪਿਛਲੇ ਸਾਡੇ ਤਾਰੀਖ ਦੇ ਹਵਾਲੇ ਨੇ, ਇੱਕ ਨਾਗਿਆਂ ਬਾਰੇ ਕੁਛ ਨਾ ਕੁਛ ਆਪਣਾ ਅੱਜ ਵੀ ਕਹਾਣੀਆਂ ਮੌਜੂਦ ਨੇ ਪੰਜਾਬ ਦੇ ਅੰਦਰ, ਕੁਛ ਆਰਸੀ ਟੈਂਪਲ ਨੇ ਵੀ ਇਕੱਠੀਆਂ ਕੀਤੀਆਂ ਨੇ। ਤਾਂ ਇੱਕ ਤਸਵੀਰ ਉਹ ਹੈਗੀ ਕਿ ਜਿਹੜੀ
ਦਿਖਾਈ ਗਈ ਹੈਗੀ ਇਨਵੇਡਰ ਦੀ ਵੱਲੋਂ। ਇੱਕ ਤਸਵੀਰ ਉਹ ਹੈਗੀ, ਇੱਕ ਉਹ ਹੈਗਾ ਕਿ ਇੱਥੋਂ ਦਾ ਮਕਾਮੀ ਬੰਦਾ ਆਪਣੇ ਜਜ਼ਬੇ ਦਾ ਇਜ਼ਹਾਰ, ਆਪਣੀ ਆਜ਼ਾਦੀ ਦਾ ਇਜ਼ਹਾਰ, ਆਪਣੀ ਰਾਏ ਦਾ ਇਜ਼ਹਾਰ ਉਹ ਕਿਸ ਤਰੀਕੇ ਨਾਲ ਕਰ ਰਿਹਾ ਹੈਗਾ। ਤੇ ਇਸ ਦੇ ਹਵਾਲੇ ਨਾਲ ਬਹੁਤ ਹੀ ਸਾਡੇ ਕੋਲ ਇੰਪੋਰਟੈਂਟ ਬੜੀ ਤਾਕਤਵਰ ਚੀਜ਼ ਜਿਹੜੀ ਸੀ ਕਿ ਬਾਬਰ ਨੇ ਹਮਲਾ ਕੀਤਾ। ਬਾਬਰ ਦੇ ਬਾਰੇ ਤੁਜ਼ਕੇ ਬਾਬਰੀ ਦੇ ਵਿੱਚ ਜਾਂ ਬਾਅਦ ਜਿਹੜੇ ਕਿ ਪਰਸ਼ੀਅਨ ਸਪੀਕਿੰਗ ਹਿਸਟੋਰੀਅਨ ਨੇ ਉਹਨਾਂ ਦੇ ਜ਼ਮੀਨ و ਆਸਮਾਨ ਦੇ ਕਲਾਬੇ ਮਿਲਾਏ ਨੇ ਔਰ ਮਿਲਾਣੇ ਚਾਹੀਦੇ ਸਨ। ਲੇਕਿਨ ਇਸ ਤਸਵੀਰ ਨੂੰ ਪੰਜਾਬੀ ਕਰੈਕਟਰ ਨਹੀਂ ਮੰਨਦਾ। ਸਾਡੇ ਕੋਲ ਜ਼ਮਾਨੇ ਤਕਰੀਬਨ 16ਵੀਂ ਸਦੀ ਦਾ ਆਪਣਾ ਆਗਾਜ਼ ਹੈ ਸੀ 1500 ਤੇ ਕੁਝ ਦੇ ਵਿੱਚ। ਉਸ ਵੇਲੇ ਸਾਡੇ ਕੋਲ ਬਹੁਤ ਹੀ ਇੰਪੋਰਟੈਂਟ ਸ਼ਖਸੀਅਤ ਬਾਬਾ ਗੁਰੂ ਨਾਨਕ ਬੈਠੇ ਸਨ। ਤਾਂ ਨਾਨਕ ਜੋ ਤਸਵੀਰ ਵਿਖਾਉਂਦਾ ਹੈਗਾ ਉਹ ਬਿਲਕੁਲ ਉਹ ਨਹੀਂ ਹੈਗੀ ਕਿ ਜਿਹੜੀ ਆਪਣਾ ਸਾਨੂੰ ਤੁਜ਼ਕੇ ਬਾਬਰੀ ਵਿਖਾਉਂਦੀ ਹੈਗੀ ਜਾਂ ਦੂਸਰੀਆਂ ਜ਼ਬਾਨਾਂ ਦਿਖਾਉਂਦੀਆਂ ਨੇ। ਇਹ ਐਸੀ ਕਿ ਜਿਹੜੀ ਇਹਨਾਂ ਦੇ ਕੋਲ ਐਕਸਪ੍ਰੈਸ਼ਨ ਦੀ ਜਿਹੜੀ ਆਜ਼ਾਦੀ ਕੀ ਸੀ ਕਿ ਜੋ ਵੇਖਿਆ ਹੈਗਾ ਉਹ ਆਖਿਆ ਹੈਗਾ। ਤਾਂ ਸੋ ਵੇਖਣ ਦੇ ਚ ਔਰ ਆਖਣ ਦਾ ਇਹ ਫਰਕ ਵੀ ਹੁੰਦਾ ਹੈਗਾ ਕਿ ਲੋਕ ਆਪਣੇ ਮਫਾਦਾਤ ਦੀ ਵਜ੍ਹਾ ਤੋਂ, ਲੋਕ ਆਪਣੀਆਂ ਖਹਿਸ਼ਾਂ ਦੀ ਵਜ੍ਹਾ ਤੋਂ, ਲੋਕ ਆਪਣੇ ਮਕਾਮਾਤ ਬੁਲੰਦ ਕਰਨ ਦੀ ਵਜ੍ਹਾ ਤੋਂ ਐਸਟੈਬਲਿਸ਼ਮੈਂਟ ਦੇ ਲੋਕ ਕੋਈ ਆਪਣਾ ਬੋਲੇ ਨਹੀਂ ਹੁੰਦੇ। ਉਹਨਾਂ ਨੂੰ ਪਤਾ ਹੁੰਦਾ ਹੈਗਾ ਕਿ ਸੱਚ ਬੋਲਣ ਦੇ ਨੁਕਸਾਨ ਕੀ ਨੇ। ਦੂਸਰੇ ਪਾਸੇ ਸਰਕਾਰੀ ਬਾਦਸ਼ਾਹਾਂ ਦੇ ਜ਼ਮਾਨੇ ਜੋ ਆਪਣਾ ਲਿਖਿਆ ਜਾਂਦਾ ਸੀ, ਜੋ ਤਸਵੀਰ ਵਿਖਾਈ ਜਾਂਦੀ ਸੀ ਉਹ ਹੋਰ ਹੁੰਦੀ ਸੀ। ਤਾਂ ਸੋ ਇਸ ਇਜ਼ਹਾਰ ਦੀ ਇੱਕ ਬੜੀ ਖੂਬਸੂਰਤ ਆਪਣਾ ਮਿਸਾਲ ਬਾਬਾ ਗੁਰੂ ਨਾਨਕ ਨੇ ਕਿ ਜਿਨ੍ਹਾਂ ਨੇ ਕਿਹਾ ਸੀ ਕਿ ਐਮਨਾਬਾਦ ਦੇ ਹਮਲੇ ਦੇ ਉੱਤੇ ਬਾਬਰ ਦੇ ਤੇ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੂ, ਪਾਪ ਕੀ ਜੰਜ ਲੈ ਕਾਬਲੂ ਦਾਇਆ, ਚੋਰੀ ਮੰਗੇ ਦਾਨ ਵੇ ਲਾਲੂ, ਸਰਮ ਧਰਮ ਦੋ ਛੁਪ ਖਲੋਏ, ਕੂੜ ਫਿਰੇ ਪ੍ਰਦਾਨ ਵੇ ਲਾਲੂ, ਕਾਜੀਆ ਬਾਮਨਾ ਕੀ ਗੱਲ ਥੱਕੀ, ਅਗਦ ਪੜੇ ਸਿਤਾਨ ਵੇ ਲਾਲੂ, ਖੂਨ ਦੇ ਸੋਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਵੇ ਲਾਲੂ। ਦੱਸੋ ਇੱਕ ਪਾਸੇ ਐਸੀ ਕਿ ਇਹ ਤਸਵੀਰ ਹੈਗੀ ਕਿ ਬਾਬਾ ਜਿਹੜਾ ਹੈਗਾ ਉਹ ਗੁਨਾਹ ਦੀ ਜੰਜ, ਜ਼ੁਲਮ ਦੀ ਜੰਜ ਲੈ ਕੇ ਕਾਬਲ ਤੋਂ ਆਇਆਗਾ ਔਰ ਉਸਨੇ ਇਸ ਧਰਤੀ ਨੂੰ ਦਾ ਸਤਿਆਨਾਸ਼ ਕਰ ਦਿੱਤਾ ਹੈਗਾ ਔਰ ਇਨਸਾਨਾਂ ਦਾ ਕਤਲੇਆਮ ਕੀਤਾ ਹੈਗਾ। ਦੱਸੋ ਨਾਨਕ ਜਿਹੜਾ ਸੀ ਉਹ ਕਿਸੇ ਐਸਟੈਬਲਿਸ਼ਮੈਂਟ ਦਾ ਨੁਮਾਇੰਦਾ ਨਹੀਂ ਸੀ, ਉਹ ਕਿਸੇ ਐਸਟੈਬਲਿਸ਼ਮੈਂਟ ਦੀ ਬੋਲੀ ਨਹੀਂ ਸੀ ਬੋਲ ਰਿਹਾ। ਉਹ ਇੱਕ ਅਜਿਹਾ ਇਨਸਾਨ ਸੀ ਕਿ ਜਿਸ ਨੂੰ ਜੋ ਸੋਚਦਾ ਸੀ, ਜੋ ਵੇਖਦਾ ਸੀ ਉਹ ਕਹਿ ਸਕਦਾ ਸੀ। ਦੱਸੋ ਬਾਬਰ ਤੁਸੀਂ ਅੱਗੇ ਆਨੇ ਹੈਗੇ ਅਕਬਰ ਦੇ ਜ਼ਮਾਨੇ ਵੱਲ। ਅਕਬਰ ਨੂੰ ਬਹੁਤ ਸਾਰੇ ਸਾਡੇ ਇਸ ਜ਼ਮਾਨੇ ਦੇ ਵੀ ਨੌਨ ਹਿਸਟੋਰੀਅਨ ਨੇ, ਸ਼ੀਰੀ ਮੂਸਵੀ ਹੈਗੇ, ਰੁਮੀਲਾ ਥਾਪਰ ਨੇ, ਇਰਫਾਨ ਹਬੀਬ ਸਾਹਿਬ ਨੇ ਬਹੁਤ ਅੱਛਾ ਮਜ਼ਾਮੀਨ ਦਾ ਇੰਤਖਾਬ ਤਰਤੀਬ ਦਿੱਤਾ ਸੀ ਅਕਬਰ ਦੇ ਉੱਤੇ। ਹੋਰ ਬਹੁਤ ਸਾਰੇ ਹਿਸਟੋਰੀਅਨ ਨੇ ਕਿ ਜਿਨ੍ਹਾਂ ਨੇ ਅਕਬਰ ਆਜ਼ਮ ਸਾਬਿਤ ਕੀਤਾ ਹੈਗਾ। ਲੇਕਿਨ ਇਹ ਠੀਕ ਹੈਗਾ ਕਿ ਅਕਬਰ ਦੇ ਵਸੀਅਤ ਦੇ ਬਾਦਸ਼ਾਹ ਜੋ ਵੀ ਹੈ ਸੀ, ਲੇਕਿਨ ਜੋ ਉਸਨੇ ਜ਼ੁਲਮ ਧਰਤੀ ਤੇ ਕੀਤਾ, ਜੋ ਉਹਨੇ ਮਕਾਮੀ ਲੋਕਾਂ ਨਾਲ ਕੀਤਾ, ਜੋ ਉਸਨੇ ਦੁੱਲਾ ਭੱਟੀ ਨਾਲ ਕੀਤਾ, ਤੇ ਸਾਰੀ ਕਹਾਣੀ ਦੇ ਵਿੱਚ ਜਿਹੜੀ ਤਸਵੀਰ ਜਿਹੜੀ ਹੈਗੀ ਪੰਜਾਬ ਦੀ ਬੰਦੇ ਨੇ ਆਪਣੇ ਲੋਕ ਦਬ ਦੇ ਜ਼ਰੀਏ ਜਾਂ ਲੋਕ ਵਾਰਾਂ ਦੇ ਜ਼ਰੀਏ ਦੁੱਲਾ ਭੱਟੀ ਤਸਵੀਰ ਬਣਾਈ ਹੈਗੀ, ਉਹ ਕਿਧਰੇ ਉਸ ਬਾਰੇ ਸ਼ਾਇਦ ਹੀ ਫਾਰਸੀ ਦੇ ਵਿੱਚ ਇੱਕ ਅੱਧੀ ਲਾਈਨ ਹੀ ਨਾ ਮਿਲੇ। ਅੱਗੇ ਨਾਦਰ ਸ਼ਾਹ ਦਾ ਜ਼ਮਾਨਾ ਆਉਂਦਾ ਹੈਗਾ ਤਾਂ ਅੱਜ ਵੀ ਆਪਣਾ ਨਾਦਰ ਸ਼ਾਹ ਨੇ ਕੋਈ ਜਿਹੜਾ ਹਮਲਾ ਕੀਤਾ ਸੀ ਉਹ ਮੈਦਾਨ ਜੰਗ ਦੇ ਵਿੱਚ ਵੀ ਜੰਗ ਹਾਰ ਰਿਹਾ ਸੀ। ਨਾਦਰ ਸ਼ਾਹ ਕਰਨਾਲ ਦੇ ਮੈਦਾਨ ਦੇ ਵਿੱਚ ਉਹ ਜੰਗ ਜਿੱਤ ਨਹੀਂ ਸੀ, ਉਸ ਵੇਲੇ ਹੀ ਹਾਰ ਰਿਹਾ ਸੀ ਔਰ ਬਹੁਤ ਖੌਫਜ਼ਦਾ ਸੀ ਮੁਗਲਾਂ ਦੀ ਸਲਾਹੀਅਤ ਤੋਂ। ਲੇਕਿਨ ਮੈਦਾਨ ਜੰਗ ਦੇ ਦੌਰਾਨ ਉਸਨੂੰ ਫਿਰ ਦੁਬਾਰਾ ਤਸੱਲੀ ਦੇਣ ਵਾਲੇ ਗੱਦਾਰ ਨਿਜ਼ਾਮ ਉਲ ਮੁਲਕ ਔਰ ਸਾਦਤ ਖਾਨ ਜਿਹੜੇ ਨੇ ਉਹਨਾਂ ਨੇ ਮੈਦਾਨ ਜੰਗ ਦੀ ਤਸੱਲੀ दी कि फलां साइड तो हमला करो और इतनी फौज ਜਿਹੜੀ ਹੈ ਕਿ ਲੜਾਈ ਨਹੀਂ ਕਰੇਗੀ, ਚੰਦ ਲੋਕ ਨੇ ਜਿਹੜਾ ਤੇਰਾ ਮੁਕਾਬਲਾ ਕਰਨਗੇ, ਯਾਨੀ ਦੱਕਨ ਦੀਆਂ ਔਰ ਅਵਧ ਦੀ ਫੌਜਾਂ ਜਿਹੜੀਆਂ ਨੇ ਉਹਦੀ ਪਾਰਟਿਸਿਪੇਟ ਨਹੀਂ ਕਰਨਗੀਆਂ। ਤਾਂ ਮੈਦਾਨ ਜੰਗ ਦੇ ਵਿੱਚ ਹੀ ਨਿਜ਼ਾਮ ਉਲ ਮੁਲਕ ਨੇ ਆਖਰੀ ਵਾਰੀ ਫਿਰ ਉਸਨੂੰ ਹੌਸਲਾ ਦੇ ਕੇ ਬਿਲ ਆਖਿਰ ਦਿੱਲੀ ਨੂੰ ਬਰਬਾਦ ਕਰਵਾ ਦਿੱਤਾ। ਹੁਣ ਨਿਜ਼ਾਮ ਦਾ ਖਾਨਦਾਨ ਜਿਹੜਾ ਹੈਗਾ ਹੈਦਰਾਬਾਦ ਦੱਕਨ ਨਾਲ ਮੁੰਸਲਿਕ ਹੈ ਸੀ ਔਰ ਪਿੱਛੇ ਉਹਨਾਂ ਦੇ ਬਹੁਤ ਜ਼ਿਆਦਾ ਸਥਾਨਾਤ ਨੇ, ਬਹੁਤ ਸਾਰੇ ਉਹਨਾਂ ਨੇ ਆਪਣਾ ਮੁਸਲਮਾਨਾਂ ਦੀ ਸਰਪ੍ਰਸਤੀ ਕੀਤੀ ਹੋਈ ਹੈਗੀ। ਤਾਂ ਅਸੀਂ ਯਕਦਮ ਸਾਰੀ ਤਾਰੀਖ ਨੂੰ ਖਾ ਜਾਂਦੇ ਹੈਗੇ। ਲੇਕਿਨ ਪੰਜਾਬੀ ਸ਼ਾਇਰ ਜਿਹੜਾ ਹੈਗਾ ਜਾਂ ਪੰਜਾਬੀ ਦਾ ਜਿਹੜਾ ਬੰਦਾ ਹੈਗਾ ਉਹ ਹੀ ਆਖਦਾ ਹੈਗਾ ਨਿਜਾਬਤ ਸਰਗੋਦੇ ਦੇ ਪਿੰਡ ਦਾ ਇੱਕ ਗੈਰ ਮਾਰੂਫ ਬੰਦਾ ਕਿ ਕਮਰੋਜ਼ੀ ਤੇ ਨਿਜ਼ਾਮ ਦੀ ਜੜ ਮੁੱਢੂ ਜਾਏ, ਬਾਲ ਮਹਿਤਾਬੀ ਚੋਰ ਨੂੰ ਘਰ ਆਪ ਵਿਖਾਏ। ਇਹਦੇ ਬਾਅਦ ਈਸਟ ਇੰਡੀਆ ਕੰਪਨੀ ਦਾ ਜ਼ਮਾਨਾ ਆਉਂਦਾ ਹੈਗਾ
ਤਾਂ ਈਸਟ ਇੰਡੀਆ ਕੰਪਨੀ ਦੇ ਹਮਲਿਆਂ ਦੇ ਸਮੇਂ ਜਾਂ ਅੱਗੇ 1857 ਦਾ ਦੌਰ ਆਉਂਦਾ ਹੈਗਾ, ਦੋਵਾਂ ਵੇਲਿਆਂ ਦੇ ਵਿੱਚ ਤਾਂ ਪੰਜਾਬੀ ਕਰੈਕਟਰ ਜਿਹੜਾ ਹੈਗਾ ਉਸਨੇ ਕਿਸੇ ਸਤ੍ਹਾ ਉੱਤੇ ਕੰਪਰੋਮਾਈਜ਼ ਨਹੀਂ ਕੀਤਾ। ਅਗਰ ਪੰਜਾਬ ਦੀਆਂ ਫੌਜਾਂ ਈਸਟ ਇੰਡੀਆ ਕੰਪਨੀ ਨਾਲ ਬਾਜ਼ੀ ਨਾਲ ਲੜੀਆਂ ਨੇ ਤਾਂ ਉਹਦੀ ਸਹੀ ਤਸਵੀਰ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਬਾਰੀਆਂ ਨੇ, ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤਲਵਾਰਾਂ ਮਾਰੀਆਂ ਨੇ, ਜਾਂ ਉਹਦੇ ਬਾਅਦ 1857 ਆਉਂਦਾ ਹੈਗਾ। 1857 ਦੇ ਉਸ ਜਬਰ ਦੇ ਵਿੱਚ ਔਰ ਬਾਅਦ ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਦਾ ਜਿਹੜਾ ਜਬਰ ਹੈ ਸੀ, ਉਸ ਜਬਰ ਦੇ ਵਿੱਚ ਹੀ ਪੰਜਾਬ ਦੀਆਂ ਫਿਜ਼ਾਵਾਂ ਦੇ ਵਿੱਚ ਡੋਲਾ ਡਾਗਾ ਗੂੰਜਦਾ ਰਿਹਾ। ਤਾਂ ਗੁਜ਼ਾਰਿਸ਼ ਇਹ ਹੈਗੀ ਕਿ ਜਿਹੜੀ ਹੈਗੀ ਆਜ਼ਾਦੀ ਨਾਲ ਗੱਲ ਕਰਨੀ, ਜੋ ਆਪਣਾ ਸਹੀ ਪੁਆਇੰਟ ਆਫ ਵਿਊ ਹੈਗਾ ਉਸ ਨੂੰ ਪੂਰੀ ਤਾਕਤ ਨਾਲ ਬਿਆਨ ਕਰਨਾ ਔਰ ਉਸ ਦਾ ਇਜ਼ਹਾਰ ਕਰਨਾ, ਇਹ ਪੰਜਾਬੀ ਦੇ, ਕਿਉਂਕਿ ਪੰਜਾਬੀ ਨਾਲ ਐਸਟੈਬਲਿਸ਼ਮੈਂਟ ਨਾਲ ਪੰਜਾਬੀ ਦਾ ਸਵਾਲ ਜੁੜਿਆ ਨਹੀਂ ਸੀ ਹੋਇਆ, ਪੰਜਾਬੀ ਦੇ ਸਿਰ ਤੋਂ ਕੋਈ ਐਸਟੈਬਲਿਸ਼ਮੈਂਟ ਨਹੀਂ ਸੀ, ਪੰਜਾਬ ਦਾ ਸਿੱਧਾ ਸਿੱਧਾ ਇਨਵੇਡਰ ਬੈਠਾ ਸੀ ਔਰ ਆਮ ਆਦਮੀ ਜਿਹੜਾ ਹੈਗਾ ਉਹ ਮਜ਼ਲੂਮ ਦੀ ਗੱਲ ਕਰ ਰਿਹਾ ਸੀ ਔਰ ਜਿਵੇਂ ਉਸ ਜ਼ੁਲਮ ਨੂੰ, ਜਿਵੇਂ ਜ਼ੁਲਮ ਦੀ ਤਸਵੀਰ ਜਿਵੇਂ ਵੇਖਦਾ ਸੀ ਉਸ ਤਰੀਕੇ ਨਾਲ ਬਿਆਨ ਕਰਦਾ ਸੀ। ਸੋ ਮੈਂ ਤਾਂ ਸਮਝਦਾ ਵਾਂ ਕਿ ਜਿਹੜੀ ਕਿ ਫਰੀडम ਆਫ ਐਕਸਪ੍ਰੈਸ਼ਨ ਜਿਹੜੀ ਹੈਗੀ ਉਹ ਫੋਕ ਨੇ ਦਿੱਤੀ ਹੈਗੀ ਔਰ ਫੋਕ ਲਿਟਰੇਚਰ ਜਿਹੜਾ ਹੈਗਾ ਉਹ ਇੱਕ ਗੱਲੋਂ ਉਹ ਪਹੁੰਚਦੀ ਬਾਹਰ ਸੀ ਇਹਨਾਂ ਦੀ। ਬ੍ਰਿਟਿਸ਼ ਦੇ ਦੌਰ ਦੇ ਵਿੱਚ ਬਹੁਤ ਥੋੜੀਆਂ ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਤੱਕ ਉਹਨਾਂ ਦੀ ਐਕਸੈਸ ਹੋਈ ਜਾਂ ਜਿਹੜੀ ਚੀਜ਼ ਪਬਲਿਸ਼ ਹੋ ਜਾਂਦੀ ਸੀ, ਪਬਲਿਸ਼ ਚੀਜ਼ਾਂ ਦੇ ਉੱਤੇ ਥੋੜਾ ਬਹੁਤਾ ਉਹਨਾਂ ਦੀ ਆਪਣਾ ਗ੍ਰਿਫਤ ਐਸੀ ਅੰਗਰੇਜ਼ਾਂ ਦੀ, ਜੋ ਇਹ ਚੀਜ਼ਾਂ ਫਲਾਣੀ ਜ਼ਬਤ ਕਰਤੀਆਂ, ਫਲਾਣੀ ਬੈਨ ਕਰ ਦਿੱਤੀਆਂ ਗਈਆਂ, ਜਾਂ ਨੂਰੀ ਕੈਂਬੋਕਾ ਦੇ ਉੱਤੇ ਉਹ ਕੇਸ ਕਰ ਦਿੱਤਾ। ਵਰਨਾ ਆਮ ਤੌਰ ਤੇ ਆਮ ਆਦਮੀ ਜਿਹੜਾ ਸੀ ਉਹ ਜੋ ਗੱਲ ਕਰਦਾ ਸੀ ਉਹ ਆਪਣੀ ਪੂਰੀ ਤਾਕਤ ਦੇ ਨਾਲ ਕਰਦਾ ਸੀ ਔਰ ਉਹਦਾ ਬਿਹਤਰੀਨ ਇਜ਼ਹਾਰ ਜਿਹੜਾ ਸੀ ਉਹ ਫੋਕ ਸੀ। ਦੱਸੋ ਮੈਂ ਤੇ ਸਮਝਦਾ ਵਾਂ ਕਿ ਸਾਡਾ ਆਮ ਆਦਮੀ ਸਟੇਟਮੈਨ ਜਿਹੜਾ ਹੈਗਾ ਇਤਨੇ ਪਾਵਰਫੁਲ ਵੇ ਨਾਲ, ਇੰਨੇ ਤਾਕਤਵਰ ਅੰਦਾਜ਼ ਦੇ ਨਾਲ ਫੋਕ ਦੇ ਜ਼ਰੀਏ ਆਪਣੀ ਗੱਲ ਕਰਦਾ ਰਿਹਾ ਹੈਗਾ ਕਿ ਅਸੀਂ ਇਸ ਨੂੰ ਬਕਾਇਦਾ ਇੱਕ ਮੁਤਵਾਜ਼ੀ ਤਾਰੀਖ, ਇੱਕ ਪੈਰਲਲ ਹਿਸਟਰੀ ਕਹਿ ਸਕਦੇ ਹੈਗੇ ਆ ਕਿ ਜੋ ਪੰਜਾਬ ਦੇ ਲੋਕ ਅਦਬ ਦੇ ਵਿੱਚ ਨਜ਼ਰ ਆਉਂਦੀ ਹੈਗੀ। ਇੱਕ ਪਾਸੇ ਜ਼ੁਲਮ ਹੈਗਾ, ਦੂਜੇ ਪਾਸੇ ਮਜ਼ਲੂਮ ਹੈਗਾ, ਇੱਕ ਪਾਸੇ ਜਾਬਰ ਹੈਗਾ, ਦੂਸਰੇ ਪਾਸੇ ਆਪਣਾ ਰਿਆਇਆ ਹੈਗਾ, ਇੱਕ ਪਾਸੇ ਜ਼ੁਲਮ ਦੀ ਆਕਾ ਹੈਗਾ, ਦੂਸਰੇ ਪਾਸੇ ਗੁਲਾਮ ਹੈਗਾ। ਲੇਕਿਨ ਉਸ ਦੇ ਬਾਵਜੂਦ ਜਿਹੜੀ ਇਨਸਾਨੀਅਤ ਦੀ, ਇਨਸਾਨੀ ਕਦਰਾਂ ਦੀ, ਆਲਾ ਤਰੀਨ ਆਪਣਾ ਹਿਊਮਨ ਵੈਲਿਊਜ਼ ਦੀ ਗੱਲ ਹੈਗੀ ਉਹ ਸਾਡਾ ਸ਼ਹਿਰ ਹਰ ਦੌਰ ਵਿੱਚ ਕਰਦਾ ਰਿਹਾ ਹੈਗਾ। ਸੋ ਫੋਕ ਦਾ ਇੱਕ ਇਸ ਹਵਾਲੇ ਨਾਲ ਜਿਹੜੀ ਅੱਜ ਦੀ ਮਾਡਰਨ ਇੰਟਰਪ੍ਰੀਟੇਸ਼ਨ ਜਿਹੜੀਆਂ ਸਟੇਟਸ ਨੇ ਦਿੱਤੀਆਂ ਨੇ ਔਰ ਸਟੇਟਸ ਤੇ ਐਂ ਦਿੰਦੇ ਨੇ ਕਦਾ ਨਜ਼ਰ ਉਣਾਉਂਦੇ, ਤਾਂ ਪੰਜਾਬੀਆਂ ਦੀ ਤਾਂ ਕੋਈ ਸਟੇਟ ਹੈ ਸੀ ਨਹੀਂ, ਪੰਜਾਬ ਤੱਕ ਜ਼ਬਰਦਸਤ ਸ਼ਿਕਾਰ ਹੈ ਸੀ ਔਰ ਬਾਹਰਲੇ ਦੇ ਮੁਕਾਬਲੇ ਤੇ ਉਹਨੂੰ ਕੋਈ ਇੱਕੋ ਚੀਜ਼ ਹੈ ਸੀ ਕਿ ਉਹ ਫੋਕ ਦੇ ਜ਼ਰੀਏ ਆਪਣੀਆਂ ਗੱਲਾਂ ਕਰੇ ਔਰ ਲੋਕ ਉਹ ਗੱਲਾਂ ਯਾਦ ਕਰਦੇ ਸਨ, ਉਹਨਾਂ ਨੇ ਵਰਸਾ ਸਮਝ ਕੇ ਆਪਣੇ ਸੀਨੇ 'ਚ ਮਹਿਫੂਜ਼ ਰੱਖ ਲੈਂਦੇ ਸਨ ਔਰ ਇੱਕ ਨਸਲ ਦੂਸਰੀ ਨਸਲ ਤੱਕ ਆਪਣੀ ਪਨੀਰੀ ਲਾਈ ਜਾਂਦੇ ਸਨ। ਦੂਸਰੀ ਹੈਗੀ ਇਨਸਾਨ ਦੀ ਆਪਣੀ ਆਜ਼ਾਦੀ। ਫੋਕ ਦੇ ਵਿੱਚ ਇਸ ਹਵਾਲੇ ਨਾਲ ਵੀ ਬੇਹੱਦ ਆਪਣਾ ਰਿਚਨੈਸ ਹੈਗੀ ਜਿਸ ਦੀ ਇੰਤਹਾ ਨਹੀਂ ਹੈਗੀ। ਮੈਨੂੰ ਇਹ ਹੁਣੀ ਆਪਣਾ ਇੱਕ ਲੋਰੀ ਦੀ ਲਾਈਨ ਯਾਦ ਆ ਰਹੀ ਸੀ ਕਿ ਅੱਲਾ ਵਾਲੀ ਕੋਲ ਦਾ ਦਾਣਾ ਫੱਕਾ ਮੁੱਲ ਦਾ, ਕਿ ਮਾਂ ਜਿਹੜੀ ਹੈਗੀ ਬੱਚੇ ਨੂੰ ਲੋਰੀ ਦੇ ਰਹੀ ਹੈਗੀ। ਮਜ਼ਹਬ ਦੇ ਉੱਤੇ ਇਤਨੀ ਗਹਿਰੀ ਤੰਜ਼ ਹੈਗੀ ਕਿ ਅੱਲਾਹ ਤਾਲਾ ਵੈਸੇ ਤਾਂ ਸਾਡਾ ਸਭ ਦਾ ਆਪਣਾ ਰਾਜ਼ਕ ਹੈਗਾ, ਸਾਰੀ ਮਖਲੂਕ ਦਾ ਉਹ ਮਾਲਿਕ ਹੈਗਾ, ਲੇਕਿਨ ਦਾਣਾ ਫੱਕਾ ਜਿਹੜਾ ਹੈਗਾ, ਜਿਹੜੀ ਅਨਾਜ ਜਿਹੜਾ ਹੈਗਾ ਉਹ ਮੁੱਲ ਲੈਣਾ ਪੈਂਦਾ ਹੈਗਾ। ਤਾਂ ਉਹ ਇੱਕ ਥੱਕੀ ਹੋਈ ਮਾਂ ਜਿਹੜੀ ਨੇ ਬੱਚੇ ਨੂੰ ਲੋਰੀ ਦੇ ਰਹੀ ਹੈ, ਜ਼ੁਲਮ ਦੇ ਕਰਬ ਦੀ ਆਪਣਾ ਸਹਿ ਰਹੀ ਹੈਗੀ, ਭੁੱਖ ਬਰਦਾਸ਼ਤ ਕਰ ਰਹੀ ਹੈ, ਫਲਾਸ ਬਰਦਾਸ਼ਤ ਕਰ ਰਹੀ ਹੈਗੀ, ਲੇਕਿਨ ਉਹ ਕਹਿੰਦੀ ਹੈ ਖੁਦਾ ਨੂੰ ਹੀ ਮੁਖਾਤਿਬ ਕਰਦੇ ਹੋਏ ਆ ਇੱਕ ਪੂਰੀ ਤਾਕਤ ਨਾਲ ਔਰ ਬੜੇ ਹੀ ਆਪਣੇ ਨਫੀਸ ਤਰੀਕੇ ਨਾਲ ਆਪਣੀ ਗੱਲ ਕਨਵੇ ਕਰ ਦਿੰਦੀ ਹੈ। ਦੱਸੋ ਸਾਡੇ ਕੋਲ ਤਾਂ ਲੋਕ ਅਦਬ ਜਾਂ ਇੱਥੋਂ ਦਾ ਜਿਹੜਾ ਕਲਾਸਿਕ ਜਿਹੜਾ ਸੀ ਇਹ ਇੱਕ ਐਸੀ ਆਵਾਜ਼ ਬਣਿਆ ਹੈਗਾ। ਬਾਕੀ ਆਵਾਜ਼ਾਂ ਯਕੀਨਨ ਹੋਣਗੀਆਂ, ਰੋਮਾਂਟਿਕ ਆਵਾਜ਼ਾਂ ਹੀ ਬਹੁਤ ਆਲਾ ਨੇ, ਬਹੁਤ ਖੂਬਸੂਰਤ ਸ਼ਾਇਰੀ ਚਾਂਜੇ ਛੱਤੇ ਛਪੀ ਹੈਗੀ, ਬਹੁਤ ਹੀ ਖੂਬਸੂਰਤ ਸ਼ਾਇਰੀ ਦੀ ਔਰਤ ਦੀ ਆਵਾਜ਼ ਜਿਹੜੀ ਹੈਗੀ ਉਹ ਸਾਡੀਆਂ ਪੰਜਾਬੀ ਦਾਸਤਾਨਾਂ 'ਚ ਮੌਜੂਦ ਹੈਗੇ। ਲੇਕਿਨ ਫੋਕ ਜਿਹੜਾ ਹੈਗਾ ਉਸ ਦੇ ਵਿੱਚ ਕਿਉਂਕਿ ਇੱਕ ਕਿਸੇ ਇੱਕ ਸ਼ਾਇਰ ਦੀ ਮਲਕੀਅਤ ਨਹੀਂ ਹੁੰਦਾ, ਕਿਸੇ ਇੱਕ ਬੰਦੇ ਦੀ ਮਲਕੀਅਤ ਨਹੀਂ ਹੁੰਦਾ, ਨਸਲ ਦਰ ਨਸਲ ਇਸ ਦੇ ਵਿੱਚ ਰਿਫਾਈਨ ਕੀਤਾ ਜਾ ਸਕਦਾ ਹੈਗਾ। ਇੱਕ ਮਿਸਰਾ ਹੈਗਾ ਕਈ ਤਰੀਕੇ ਨਾਲ ਪੜ੍ਹਿਆ ਜਾ ਸਕਦਾ ਹੈ, ਬੋਲਿਆ ਜਾ ਸਕਦਾ ਹੈਗਾ। ਇਸ ਵਜ੍ਹਾ ਤੋਂ ਜਿਹੜੀ ਅਸੀਂ ਤਾਕਤ ਆਈ ਹੈਗੀ
ਉਹ ਬਾਕੀ ਸਿਨਫਾਂ ਦੇ ਵਿੱਚ ਨਹੀਂ ਹੁੰਦੀ। ਜਿਹੜਾ ਜਿਨਸ ਦਾ ਇਜ਼ਹਾਰ ਹੈਗਾ, ਜਿਨਸ ਦਾ ਇਜ਼ਹਾਰ ਵੀ ਆਪਣਾ ਜਿੰਨੀਆਂ ਬਗਾਵਤਾਂ ਹੋਈਆਂ ਨੇ ਉਹ ਪੰਜਾਬ ਦੇ ਵਿੱਚ ਹੋਈਆਂ ਨੇ। ਯਾਨੀ ਔਰਤ ਦੇ ਉੱਤੇ ਜਿਹੜਾ ਜ਼ੁਲਮ ਦੀ ਬਦਤਰੀਨ ਮਿਸਾਲ ਬ੍ਰਾਹਮਣ ਮਤ ਦੇ ਬ੍ਰਾਹਮਣਵਾਦ ਦੇ ਨਤੀਜੇ ਵਿੱਚ ਜਿਹੜਾ ਇੱਕ ਜ਼ੁਲਮ ਦੀ ਤਸਵੀਰ ਬਣੀ ਹੈਗੀ ਔਰਤ ਦੇ ਵਾਲੇ ਨਾਲ, ਜਾਂ ਔਰਤ ਨੂੰ ਇੱਕ ਬਦਤਰੀਨ ਮਖਲੂਕ ਬਣਾ ਦਿੱਤਾ ਗਿਆ ਹੈਗਾ ਬ੍ਰਾਹਮਣ ਮਤ ਵਿੱਚ। ਤਾਂ ਪੰਜਾਬ ਦੇ ਵਿੱਚ ਹੀਰ, ਸੱਸੀ, ਸੋਹਣੀ ਔਰ ਦੂਸਰੀਆਂ ਆਪਣਾ ਸਾਹਿਬਾ, ਇਹ ਸਾਰੀਆਂ ਦਾਸਤਾਨਾਂ ਅਸਲ ਬੁਨਿਆਦੀ ਤੌਰ ਤੇ ਉਹਨਾਂ ਦਾ ਵਜੂਦ ਹੈ ਸੀ ਜਾਂ ਨਹੀਂ ਸੀ ਕਤਈ ਨਜ਼ਰ ਇਸ ਤੇ, ਲੇਕਿਨ ਇਹ ਸਾਰੀ ਦੀ ਸਾਰੀ ਕਿਸੇ ਨੇ ਇੱਕ ਮਜ਼ਲੂਮ ਦੀ ਜਿਹੜੀ ਆਵਾਜ਼ ਹੈਗੀ ਉਸ ਦੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਉਣਾ, ਇੱਕ ਮਜ਼ਲੂਮੀਅਤ ਦੀ ਜਿਹੜੀ ਆਪਣਾ ਜਿਹੜਾ ਰੰਗ ਹੈ ਸੀ ਉਸ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਕਿ ਇੱਥੇ ਇਨਸਾਨ ਜਿਹੜਾ ਹੈਗਾ ਉਹ ਇਨਸਾਨਾਂ ਵਾਂਗੂ ਨਹੀਂ ਰਹਿ ਰਿਹਾ, ਇਹ ਇਨਸਾਨ ਦੀ ਜ਼ਿੰਦਾ ਰਹਿਣ ਦੀ ਇੱਕ ਇਹੀ ਆਪਣਾ ਸੂਰਤ ਇਸ ਤਰ੍ਹਾਂ ਦੀ ਵੀ ਹੋ ਸਕਦੀ ਹੈਗੀ। ਦੱਸੋ ਬਾਕੀ ਦੀ ਗੱਲ ਕਰੋਗੇ, ਪਤਾ ਨਹੀਂ ਮੇਰੀ ਗੱਲ ਪਹੁੰਚ ਰਹੀ ਹੈ ਨਹੀਂ ਪਹੁੰਚ ਰਹੀ। ਹੈਲੋ ਹੈਲੋ ਆ ਰਹੀ ਆਵਾਜ਼ ਸਰ, ਸਰ ਤੁਹਾਡੀ ਆਵਾਜ਼ ਆ ਰਹੀ ਬਿਲਕੁਲ। ਕਿਉਂਕਿ ਮੈਨੂੰ ਤੁਹਾਡੀ ਤਸਵੀਰਾਂ ਨਹੀਂ ਨਜ਼ਰ ਆ ਰਹੀਆਂ ਤੇ ਦੱਸੋ ਜਿਹੜਾ ਮੇਰੇ ਕੋਲ ਹੁਣ ਮੈਂ ਲੈਪਟਾਪ ਤੇ ਕਰ ਰਿਹਾ, ਬਾਕੀ ਮੈਨੂੰ ਤਾਂ ਹੁਣ ਕੋਈ ਸਮਝ ਨਹੀਂ ਸੀ ਆ ਰਹੀ ਕੀ ਕਰਾਂ। ਉਹ ਮੋਬਾਈਲ ਡਾਟਾ ਤੇ ਸ਼ਾਇਦ ਕੋਈ ਗੱਲ ਪਹੁੰਚ ਰਹੀ ਹੈ ਨਹੀਂ ਪਹੁੰਚ ਰਹੀ, ਲੇਕਿਨ ਬਹਰਹਾਲ ਮੇਰਾ ਨੁਕਤਾ ਨਜ਼ਰ ਤੇ ਇਹ ਹੈ ਕਿ ਇਹ ਵੇ ਕਿ ਸਾਡੀ ਇਸ ਧਰਤੀ ਦੇ ਉੱਤੇ ਸਾਡਾ ਆਪਣਾ ਆਪਣਾ ਕਾਨੂੰਨ ਕਦੀ ਨਹੀਂ ਰਿਹਾ। ਹਮੇਸ਼ਾ ਵਾਸਤੇ ਇਨਵੇਡਰ ਜਿਹੜੇ ਨੇ ਉਹਨਾਂ ਨੇ ਹਕੂਮਤਾਂ ਕੀਤੀਆਂ ਨੇ, ਔਰ ਇਨਵੇਡਰ ਦਾ ਜਿਹੜਾ ਰਿਟਰਨ ਫਾਰਮ ਦੇ ਵਿੱਚ ਦਿੱਤਾ ਤਸਵੀਰ ਜਿਹੜੀ ਸੀ ਸਾਡੀ, ਉਸੇ ਤਸਵੀਰ ਨੂੰ ਆਮ ਤੌਰ ਤੇ ਡਿਸਕਸ ਕੀਤਾ ਜਾਂਦਾ ਹੈਗਾ। ਲੇਕਿਨ ਸਾਡਿਆਂ ਬੰਦਿਆਂ ਨੇ ਫੋਕ ਦੇ ਵਿੱਚ ਕਿਸ ਤਰੀਕੇ ਨਾਲ ਮੁਖਤਲਿਫ ਜ਼ਮਾਨਿਆਂ ਦੇ ਵਿੱਚ आवाज नहीं आ रही डॉक्टर मुनीर। जी जी मैं देख रहे, मैं वेट कर रहे हैं कि शायद कनेक्ट हो जाए दोबारा। करें भुट्टा साहब तो मेरे को टेक्निकल इशू से दोबारा ज्वाइन हो रहे हैं। जी मुनीर साहब है कोई मेरा जी सर हुण आ रही हाँ जी सर आ रही हुण आवाज, हुण तुसी कैरी करो गल। दोबारा मैं ती गुजारिश की थी कि मैं समझना वा कि दे कदीम तो लैके अज तक जेड़ा मैनीफेस्टो सन, जेड़े कानून सन, जेड़े आइन सन, वो साडे नहीं सन, किसी होर दे बनाए हुए सन। उन्हां दे मुकाबले ते साडा बंदा जेड़ा हर दौर दे विच अपनी गल करता रहेगा, और उसका बेहतरीन सोर्स जोड़ा है, बेहतरीन जोड़ा मंबा जोड़ा वो लोक अदाब है। जी सर बहुत शुक्रिया। डॉक्टर सईद भुट्टा साहब गल कर रहे सन, माजरत थोड़ी कोई तकनीकी खराबी की वजह तो गल जी है वो जरा खराब हुई। भुट्टा साहब दे सर तुहानू आवाज आ रही, तुसी गल आगे बताओगे या मैं बोलना सर? इजी पैसा कर दे भी है या कोई अकाउंट वगैरह है? हेलो ठीक हेलो जी सर आवाज आ रही ਤੁਹਾਡੀ? सर थोड़ी आवाज आ रही है जी मुनीर साहब तुसी गल करो। मैं मुनीर साहब थोड़ी आवाज नहीं आ रही, भुट्टा साहब की आवाज तो आ रही। सर तुहाडी आवाज आ रही है? जी बहुत शुक्रिया डॉक्टर सईद भुट्टा साहब। मैं अर्ज कर रही थी कि तकनीकी खराबी की वजह तो कोई गल जी है वो इस तरह साढ़े कंट्रोल से बाहर हुई कि मैं भुट्टा साहब
ਦਾ ਤਾਰਫ ਵੀ ਉਹ ਨਹੀਂ ਕਰਵਾ ਸਕਿਆ। ਉਹਦੀ ਮਾਜ਼ਰਤ ਭੁੱਟਾ ਸਾਹਿਬ ਚੇਅਰਮੈਨ ਨੇ ਸ਼ੋਭਾ ਪੰਜਾਬੀ ਤੇ ਗਵਰਨਮੈਂਟ ਕਾਲਜ ਨੇ, ਸ਼ਾਇਦ ਇਹਨਾਂ ਕਿਸੇ ਦਾ ਕੰਮ ਨਹੀਂ ਜਿੰਨਾ ਡਾਕਟਰ ਸਈਦ ਭੁੱਟਾ ਸਾਹਿਬ ਦਾ। ਉਹਨਾਂ ਨੇ ਪ੍ਰੈਕਟੀਕਲੀ ਪੰਜਾਬ ਦੇ ਤਕਰੀਬਨ ਹਰ ਖਿੱਤੇ ਹਰ ਇਲਾਕੇ 'ਚ ਫਿਰ ਕੇ ਤੇ ਫੋਕ ਇਕੱਠਾ ਕੀਤਾ ਔਰ देखो थोड़ी आवाज नहीं आ रही, डिस्कनेक्ट हो गया। अच्छा जी, सॉरी मेरी आवाज मेरा ख्याल फिर कोई प्रॉब्लम होया और नेट की वजह तो मैनू ये नहीं पता कि भट्ट साहब तुसी जरा मैनू हेल्प करना, मैं मेरी आवाज किथों तक आई है, मैं उस तो अगे दोबारा कंटिन्यू करा। सर दा तारफ करा रहा सी पहले जड़ा नहीं करवाया सी, दोबारा सर दा तारफ दोबारा शुरू करवा उठो दो कर लो ना, मुडो शुरू करो। जी जी जी, डॉक्टर सईद भुट्टा साहब चेयरमैन ने शोभा पंजाबी दे गवर्नमेंट कॉलेज यूनिवर्सिटी लाहौर विच और लोक अदब के हवाले नाल भुट्टा साहब का मैं यकीन नाल कह सकदा कि होर किसी ने नहीं किया। प्रैक्टिकली अमलन उन्होंने पंजाब के हर खिते में जाके ते फोक इकट्ठा किया और कहानियां छापियां, कमाल कहानी, राज कहानी, नाबर कहानी, बार कहानी, उन्होंने कहानियां दी किताबां ने जिस तो सानू पता लग्या कि असीं ते एवें ही शर्मिंदे फिरदे रहे हैं। साडे कोल ते इतना शानदार सरमाया मौजूद है कि असीं ते बहुत फख्र कर सकते हैं कि साडी किन्नी भरवीं तारीख सी। हर दौर च प्री हिस्टोरिक पीरियड तो लैके अज तक असीं बड़े बड़े सूरमे पैदा कीते ने, असीं बड़ा शानदार अदब पैदा कीता है जिसका सानू अंदाजा नहीं सी। थैंक यू भुट्टा साहब, तुसीं बड़ा साडे ते एहसान कीता है काम। देश दीयां वारां भुट्टा साहब दी एक किताब है। वार वो सिनफ है पंजाबी दी जिस विच सूरमे दे गीत गाए जांदे ने, जिहड़े धरती वास्ते जाना कुर्बान करन, अपनी ट्राइब दी, अपनी कौम कबीले दी इज्जत वास्ते जिहड़े जाना कुर्बान करते हैं, उन्होंने शान जिहड़ी शायरी की जाती है वार किया जाता है। मैं इस वास्ते छोटी जी वजाहत कर रहा कि बहुत सारे साडे सुनने वाले ऐसे ने जिहड़े पंजाबी अदब के बराह रास्त तालबिल नहीं लिहाजा उन्होंने वास्ते एक नवा लफ्ज है। उन्होंने वार सिर्फ अंग्रेजी वाला WAR वाला वार ही सुनिया। ये वार का पंजाबी वर्जन ये है कि जिस वेले कोई एक कौम दूजी दे उत्ते हमला करदी सी ते दिफा वास्ते जिहड़े लोग निकलदे सन, वो सूरमे जिहड़े उन्हां दे गीत फिर बन जांदे सन। और असीं पंजाबी जिहड़े असीं हमेशा इस गल दा प्राइड लैने, इस गल दा माण करदे हैं कि साडे शायरां ने बाबे फरीद जिहड़ी साडी नॉन हिस्टरी है उस तो टुर के अज तक कोई एक शायर ऐसा नहीं गुजरिया जिन्हें किसी बादशाह का, किसी नवाब का कसीदा लिखिया होवे। साडे शायरां ने जदों भी लिखिया है तो उन्होंने बहादरी के गीत गाए ने उन्हां लोगों की जिन्होंने अपनी कौम वास्ते जाना वारी। तो भुट्टा साहब की बड़ी अहम किताब है देश दीयां वारां, जिस दे विच कहानियां भी लिखियां बड़ी शानदार। उन्होंने किताब एक ना जंग छुट्टिया ना कन पाटे, उस कहानियां उन्होंने मिलदियां ने। असी गलबात पल दोबारा आवांगे। एक दो सवाल है ने जिहड़े कोई अफसा इब्तिसाम है ने, इन्होंने सवाल किया है कि ये फेस्टिवल कौम परस्ती सिखाउण लई डॉक्टर साहब तुहाडी आवाज फिर नहीं आ रही। डॉक्टर मुनीर तुहाडी आवाज नहीं आ रही। जी सवाल इन्होंने, हाँ जी मैं दोबारा बोल देना, मेरा ख्याल सिग्नल का कोई प्रॉब्लम सी। अफसा इब्तिसाम ने पूछा जी कि ये फेस्टिवल कौम परस्ती सिखाउण लई मुनक्कद किया जा रहा है, तो मेरा जवाब है जी बिल्कुल नहीं, ऐसी कोई गल नहीं है। दूसरी गल इन्होंने फिर कमेंट किया कि कौम परस्ती विच बुजुर्गों के लिखे गोबर नूं भी हलवा साबित किया जाता है। ये मैं जवाब देना चाहूँगा शाह हुसैन की एक लाइन नाल। शाह हुसैन ने किसी दे लिखे गोबर नूं हलवा साबित नहीं करता। अल्लाह ताला ने सानू अकल शऊर दिता है हर बंदे नूं, वो अपनी शाह हुसैन दा मिसरा नहीं सुना दिता। थोड़ी आवाज नहीं सी आ रही। शाह हुसैन दा मिसरा नहीं सुनाई दिता, दोबारा प्लीज।
स्टिल आवाज नहीं आ रही। भट्ट साहब आवाज मेरी हुण आ रही है? मेरा फिर कोई मसला सी? सर हुण आ रही है। शाह हुसैन ਦਾ ਮਿਸਰਾ ਨਹੀਂ ਸੁਣਾ ਦਿੱਤਾ, ਦੁਬਾਰਾ ਪਲੀਜ਼ ਸੁਣਾਓ ਜੀ। हाँ जी, मैं ਇਹਨਾਂ ਦਾ ਜਵਾਬ ਦੇ ਰਿਹਾ ਸੀ ਜਿਸ ਵਿੱਚ ਇਹਨਾਂ ਨੇ ਕਮੈਂਟ ਕੀਤਾ ਹੈ ਕਿ ਕੌਮ ਪ੍ਰਸਤੀ ਵਿੱਚ ਬਜ਼ੁਰਗਾਂ ਦੇ ਲਿਖੇ ਗੋਬਰ ਨੂੰ ਵੀ ਹਲਵਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ। ਮੈਂ ਉਹਦੇ ਜਵਾਬ ਵਿੱਚ ਇਹ ਸ਼ਾਹ ਹੁਸੈਨ ਦੀ ਕਾਫੀ ਦੀ ਇੱਕ ਲਾਈਨ ਇਹਨਾਂ ਨੂੰ ਅਰਜ਼ ਕਰਨਾ ਚਾਹਾਂਗਾ। ਨੀ ਸਈਓ ਸੀ ਨੈਣਾ ਦੇ ਆਖੇ ਲਗੇ, ਬੜੀ ਮਸ਼ਹੂਰ ਕਾਫੀ ਸ਼ਾਹ ਹੁਸੈਨ ਦੀ। ਤੇ ਇਹ ਬੁਨਿਆਦੀ ਤੌਰ ਤੇ ਸ਼ਾਹ ਹੁਸੈਨ ਦਾ ਇਹ ਕਹਿਣਾ ਇਹ ਉਸ ਗੱਲ ਦਾ ਡਿਨਾਈਲ ਹੈ ਕਿ ਸਾਡੀ ਤੇ 1000 ਸਾਲ ਦੀ ਟ੍ਰੈਡੀਸ਼ਨ ਇਹ ਹੈ ਕਿ ਸਾਡੇ ਬਜ਼ੁਰਗ ਸਾਡੇ ਸੂਫੀ ਸਾਨੂੰ ਸੁਚੇਤ ਰਹਿਣ ਦਾ ਦਰਸ ਦਿੰਦੇ ਨੇ। ਨੈਣਾ ਦੇ ਆਖੇ ਲੱਗਣ ਬੁਨਿਆਦੀ ਤੌਰ ਤੇ ਦੇਖ ਚਾਖ ਕੇ ਆਪਣੀ ਹੋਸ਼ੋ ਹਵਾਸ ਨਾਲ ਅਕਲ ਨਾਲ ਫੈਸਲਾ ਕਰਨ ਵੱਲ ਇਸ਼ਾਰਾ ਹੈ। ਸੋ ਅਕਲ ਨਾਲ ਜਦੋਂ ਤੁਸੀਂ ਫੈਸਲਾ ਕਰਦੇ ਹੋ ਤਾਂ ਤੁਹਾਨੂੰ ਫਿਰ ਸਹੀ ਬੁਰੇ ਦਾ ਚੰਗੇ ਮਾੜੇ ਦਾ ਬੜਾ ਸੋਹਣਾ ਪਤਾ ਲੱਗਦਾ ਹੈ। ਸੋ ਮੇਰਾ ਖਿਆਲ ਐਸੀ ਕੋਈ ਗੱਲ ਨਹੀਂ ਹੈ, ਲੇਕਿਨ ਇਹਦੇ ਉੱਤੇ ਸਾਨੂੰ ਡਿਬੇਟ ਵੀ ਮੇਰਾ ਖਿਆਲ ਨਹੀਂ ਕਰਨੀ ਚਾਹੀਦੀ ਕਿਉਂਕਿ ਬਹੁਤ ਸਾਰੇ ਮੌਜੂਆਤ ਐਸੇ ਨੇ ਜਿਹੜੇ ਇੱਕ ਖਾਸ ਨੁਕਤਾ ਨਜ਼ਰ ਵੱਲ ਨੂੰ ਗੱਲ ਨੂੰ ਲੈ ਜਾਂਦੇ ਨੇ। ਮੈਂ ਇੱਕ ਸਵਾਲ ਹੋਰ ਹੈ ਜਿਹੜਾ ਬੜਾ ਅੱਛਾ ਸਵਾਲ ਹੈ ਜ਼ਾਹਿਦ ਹਸਨ ਸਾਹਿਬ ਨੇ ਕੀਤਾ ਹੈ ਜੀ, ਕੀ ਹੁਣ ਪੰਜਾਬੀ ਜ਼ੁਬਾਨ ਤੇ ਕਲਚਰ ਨੂੰ ਫਰੋਗ ਮਿਲ ਰਿਹਾ ਹੈ? ਤੁਹਾਡੀ ਆਵਾਜ਼ ਫਿਰ ਨਹੀਂ ਆ ਰਹੀ ਡਾਕਟਰ ਸਾਹਿਬ। आवाज नहीं है डॉक्टर साहब। अगर कमेंट करो। डॉक्टर साहब आवाज नहीं आ रही थोड़ी। ਡਾਕਟਰ ਮਨੀਰ ਸਾਹਿਬ ਜ਼ਾਹਿਦ ਹਸਨ ਦੇ ਸਵਾਲ ਦਾ ਜਵਾਬ ਸਾਨੂੰ ਸੁਣਾਈ ਨਹੀਂ ਦਿੱਤਾ, ਉੱਥੇ ਆਵਾਜ਼ ਡਿਸਕਨੈਕਟ ਹੋਈ ਸੀ। ਹੁਣ ਤੁਹਾਡਾ ਮਾਈਕ ਆਫ ਹੈ। ਡਾਕਟਰ ਮਨੀਰ ਸਾਹਿਬ ਤੁਹਾਡਾ ਮਾਈਕ ਆਫ ਹੈ। WhatsApp ਹੁਣ ਆਵਾਜ਼ ਆ ਰਹੀ ਮੇਰੀ? ਜੀ ਹੁਣ ਆਈ ਸਵਾਲ ਸੁਣਾ ਦਿੱਤਾ ਸੀ ਜ਼ਾਹਿਦ ਹਸਨ ਸਾਹਿਬ ਦਾ, ਉਸ ਤੋਂ ਬਾਅਦ ਜਵਾਬ ਸੁਣਾ। ਜ਼ਾਹਿਦ ਹਸਨ ਸਾਹਿਬ ਦਾ ਸਵਾਲ ਹੈ ਜੀ ਕਿ ਹੁਣ ਪੰਜਾਬੀ ਜ਼ੁਬਾਨ ਤੇ ਕਲਚਰ ਨੂੰ ਫਰੋਗ ਮਿਲ ਰਿਹਾ ਹੈ, ਇਹਦੇ ਉੱਤੇ ਜ਼ਰਾ ਮੁਖਤਸਰ ਜੀ ਗੱਲਬਾਤ ਅਗਰ ਦੋਨੋਂ ਜੱਪਾ ਸਾਹਿਬ। ਜੀ ਮੇਰਾ ਖਿਆਲ ਤਾਂ ਹੈ ਕਿ ਜ਼ਾਹਿਦ ਹਸਨ ਸਾਹਿਬ ਸਾਡੇ ਮਾਸ਼ਾਅੱਲਾ ਬਹੁਤ ਵੱਡੇ ਸੋਚਵਾਨ ਨੇ, ਪੰਜਾਬੀ ਦੇ ਵੀ ਔਰ ਉਰਦੂ ਦੇ ਵੀ। ਹੁਣ ਕਲਚਰ ਨੂੰ ਫਰੋਗ ਮਿਲ ਰਿਹਾ। ਸੋਸ਼ਲ ਮੀਡੀਆ ਦਾ ਦੌਰ ਹੈ। ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਸਭ ਤੋਂ ਜਿਹੜਾ ਜ਼ਿਆਦਾ ਫਾਇਦਾ ਹੋਇਆ ਹੈ ਉਹ ਪੰਜਾਬੀ ਜ਼ਬਾਨ ਨੂੰ ਹੀ ਹੋਇਆ ਹੈ। ਮੈਂ ਸਮਝਦਾ ਕਿ ਪੰਜਾਬੀ ਕਲਚਰ ਨੂੰ ਹੋਇਆ। ਨਿਤ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀ ਕਲਚਰ ਜਿਹੜਾ ਕਿ ਅਸੀਂ ਭੁੱਲ ਚੁੱਕੇ ਹਾਂ। ਉਹਦੇ ਸਭ ਤੋਂ ਵੱਡਾ ਫਾਇਦਾ ਹੈ ਕਿ ਜਿਹੜਾ ਕਲਚਰ ਚੁੱਕੇ ਹਰ ਜੂ ਦਾ ਵੱਖਰਾ ਵੱਖਰਾ ਵੀ ਹੁੰਦਾ ਹੈ, ਥੋੜਾ ਬਹੁਤਾ ਫਰਕ ਵੀ ਹੁੰਦਾ ਹੈ। ਉਸ ਕਲਚਰ ਦੇ ਵਿੱਚ ਮੈਨੂੰ ਇੱਥੇ ਬੈਠ ਕੇ ਵੀ ਮੁਖਤਲਿਫ ਜੂਆਂ ਦਾ ਕਲਚਰ ਪਤਾ ਲੱਗਦਾ ਰਹਿੰਦਾ ਹੈ। ਮੈਂ ਸੋਸ਼ਲ ਮੀਡੀਆ ਜ਼ਰੀਏ ਉਹ ਵੇਖਦਾ ਰਹਿਣਾ ਵਾ, ਪੁਰਾਣੇ ਰਸਮੋ ਰਿਵਾਜ ਵੇਖਦਾ ਰਹਿਣਾ ਵਾ। ਲੋਕ ਇਸ ਖਸੂਸਨ ਕੋਵਿਡ ਦੇ ਵਜ੍ਹਾ ਤੋਂ ਜਿਹੜਾ ਉਹ ਵਾਪਸ ਪਲਟੇ ਨੇ ਆਪਣੇ ਕਲਚਰ ਦੇ ਵੱਲ, ਖਸੂਸਨ ਜਿਹੜੇ ਖਾਣ ਪੀਣ ਦਾ ਬਾਰੇ ਨਾਲ ਸਨ, ਪੁਰਾਣੀਆਂ ਚੀਜ਼ਾਂ ਸਨ, ਦੇਸੀ ਟੋਟਕੇ ਸਨ, ਉਸ ਵੱਲ ਵਾਪਸ ਆਏ ਨੇ। ਉਸ ਜ਼ਬਾਨ ਵੀ ਇਸ ਸੋਸ਼ਲ ਮੀਡੀਆ ਦੇ ਜ਼ਰੀਏ ਬਹੁਤ ਜ਼ਿਆਦਾ ਫੈਲਾਓ ਦੇ ਵਿੱਚ ਆ ਚੁੱਕੀ ਹੈ। ਵੈਸੇ ਵੀ ਹੁਣ ਤੁਸੀਂ ਵੇਖਿਆ ਹੀ ਹੈ ਕਿ ਪੰਜਾਬੀ ਜ਼ਬਾਨ ਦੇ ਬਾਰੇ ਬਹੁਤ ਸਾਰੀ ਤਹਿਰੀਕਾਂ ਜਿਨ੍ਹਾਂ ਮਲੇਰੀਆਂ ਨੇ। ਪੰਜਾਬੀ ਦਿਹਾੜ ਮਨਾਇਆ ਗਿਆ ਹੈ, ਪੱਗ ਦਿਹਾੜ ਮਨਾਇਆ ਗਿਆ ਹੈ। ਇਸ ਪੱਗ ਜਦੋਂ ਪੱਗ ਦਿਹਾੜ ਮਨਾਇਆ ਜਾਏਗਾ ਤਾਂ ਜ਼ਾਹਿਰ ਹੈ ਰਿਵਾਈਵਲ ਇੱਕ ਪਾਸੇ ਜਾ ਰਿਹਾ। ਮੇਰਾ ਤਾਂ ਖਿਆਲ ਹੈ ਕਿ ਅਸੀਂ ਸਾਡੀ ਜਿਹੜੀ ਤਹਿਰੀਕਾਂ ਚੱਲ ਰਹੀਆਂ ਨੇ ਤਗਦੋ ਹੈ ਔਰ ਸੋਸ਼ਲ ਮੀਡੀਆ ਹੈਲਪ ਕਰ ਰਿਹਾ ਸਾਨੂੰ। ਅਸੀਂ ਕਾਫੀ ਹੱਦ ਤੱਕ ਇਸ ਪਾਸੇ ਜਾ ਰਹੇ ਹਾਂ ਕਿ ਕਲਚਰ ਦੁਬਾਰਾ ਰਿਵਾਈਵ ਹੋ ਰਿਹਾ ਔਰ ਅੱਜ ਦਾ ਨੌਜਵਾਨ ਜਿਹੜਾ ਉਸ ਤੋਂ ਵਾਕਿਫ ਹੋ ਰਿਹਾ। ਜੀ ਭੱਟ ਸਾਹਿਬ। ਜੀ ਬਿਲਕੁਲ, ਮੈਂ ਇਸ ਗੱਲ ਨਾਲ ਬਿਲਕੁਲ ਮੁਤਫਿਕ ਹਾਂ ਜੋ ਫੈਸਲ ਜਾਪਾ ਸਾਹਿਬ ਨੇ ਕੀਤੀ। ਸਾਡੇ ਕੋਲ ਇਲੈਕਟ੍ਰੋਨਿਕਸ ਮੀਡੀਆ ਜਿਹੜਾ ਹੈ ਇਹ ਜਿਹੜਾ ਇਜ਼ਹਾਰ ਦਾ ਇੱਕ ਖੁੱਲ੍ਹ ਹੈ, ਉਹਦੇ ਨਾਲ ਸਾਨੂੰ ਗੱਲ ਮਿਲੀ। ਮਤਲਬ ਕਈ ਵਾਰੀ ਇੰਝ ਹੋਇਆ ਕਿ ਪੂਰੇ ਪੰਜਾਬ ਔਰ ਪੰਜਾਬ ਤੋਂ ਬਾਹਰ ਦਾ ਜਿਹੜੀ ਪੰਜਾਬੀ ਦੁਨੀਆ ਉਹਦੇ ਨਾਲ ਵੀ
ਅਸੀਂ ਕਨੈਕਟ ਹੋ ਗਏ। ਔਰ ਕਈ ਸਵਾਲ, ਕਈ ਐਸੀਆਂ ਸ਼ਾਵਾਂ ਜਦੋਂ ਕੋਈ ਕਿਸੇ ਇੱਕ ਯੂਨੀਵਰਸਿਟੀ 'ਚ ਬਹਿ ਕੇ ਇੱਕ ਬੰਦਾ, 2 ਬੰਦੇ, 10 ਬੰਦੇ ਗੱਲ ਕਰ ਰਹੇ ਹੁੰਦੇ ਸਨ ਔਰ ਉਹ ਗੱਲ ਹੀ ਸਟੂਡੈਂਟ ਤੱਕ ਪਹੁੰਚਦੀ ਰਹੀ ਪਈ ਹੁੰਦੀ ਸੀ। ਅੱਜ ਹਰ ਬੰਦਾ ਹਰ ਥਾਂ ਤੋਂ ਗੱਲ ਪਿਆ ਕਰਦਾ ਹੈ ਔਰ ਉਹ ਉਹਦੇ ਹਵਾਲੇ ਦੇ ਨਾਲ ਬਾਕੀ ਆਪਣੀਆਂ ਤਸਵੀਰਾਂ, ਆਪਣਾ ਮਤਲਬ ਡਾਕਟਰ ਫੈਸਲ ਜੱਪਾ ਸਾਹਿਬ ਦੇ ਹਵਾਲੇ ਨਾਲ ਹੀ ਮੈਂ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਕਿ ਇਹ ਜਿਸ ਦਿਨ ਦੇ ਇਹ ਆਪਣੇ ਕਾਲਜ ਦੇ ਅੰਦਰ ਇਹਨਾਂ ਐਕਟੀਵਿਟੀ ਸ਼ੁਰੂ ਕੀਤੀ ਹੈ ਤੇ ਝੁੰਮਰ ਦੇ ਹਵਾਲੇ ਦੇ ਨਾਲ, ਢੋਲੇ ਦੇ ਹਵਾਲੇ ਦੇ ਨਾਲ ਔਰ ਬਾਕੀ ਜਿਹੜੀਆਂ ਲੋਕਾਂ ਦੇ ਇੰਟਰਵਿਊ ਔਰ ਮੁxtਲਫ ਲੋਕਾਂ ਦਾ ਕਲਚਰ ਜਿਹੜਾ ਆਰਟ ਦੀ ਸੂਰਤ 'ਚ ਇਹ ਲੈ ਕੇ ਸਾਹਮਣੇ ਆਉਂਦੇ ਨੇ ਔਰ ਹਰ ਸਾਲ ਕੋਈ ਨਾ ਕੋਈ ਇੱਕ ਪ੍ਰੋਗਰਾਮ ਵੀ ਬਹੁਤ ਵੱਡਾ ਕਰਾ ਲੈਂਦੇ ਨੇ ਜਿੰਦੇ ਸਾਰੇ ਲੋਕ ਇਕੱਠੇ ਹੁੰਦੇ ਨੇ ਔਰ ਉਹ ਗੈਦਰਿੰਗ ਹਮੇਸ਼ਾ ਵੇਖੀ ਹੈ 500-700 ਬੰਦੇ ਦੀ ਐਸੀ ਗੈਦਰਿੰਗ ਹੁੰਦੀ ਹੈ ਜਿਹੜੀ ਉਹ ਉਸ ਜਗ੍ਹਾ ਤੇ ਹੈ। ਇਹ ਸਾਰੀਆਂ ਆਵਾਜ਼ਾਂ ਨੇ, ਲਾਹੌਰ ਦੇ ਵਿੱਚੋਂ ਆਵਾਜ਼ਾਂ ਨੇ, ਮੁxtਲਫ ਜਿਹੜੀਆਂ ਤਨਜ਼ੀਮਾਂ ਨੇ ਉਹ ਗੱਲ ਕਰਦੀਆਂ ਪਈਆਂ ਨੇ, ਜਿਹੜੇ ਰਾਈਟਰ ਮੁxtਲਫ ਆਪਣੀਆਂ ਥਾਵਾਂ ਤੇ ਬਹਿ ਕੇ ਲਿਖਦੇ ਪਏ ਨੇ ਉਹ ਵੀ ਪਹਿਲੇ ਨਾਲੋਂ ਜ਼ਿਆਦਾ ਹੈ, ਕਿਤਾਬ ਵੀ ਪਹਿਲੇ ਨਾਲੋਂ ਬਿਹਤਰ ਛਪਦੀ ਪਈ ਹੈ। ਇਹ ਵੀ ਸੱਚ ਹੈ ਕਿ ਬਾਕੀ ਜਿਵੇਂ ਮਾਰਕੀਟ ਦੇ ਅੰਦਰ ਜਿੰਨੀ ਦੇਰ ਰੋਜ਼ਗਾਰ ਦੇ ਨਾਲ ਬੋਲੀ ਨਹੀਂ ਜੁੜੇਗੀ ਉਨੀ ਦੇਰ ਨਾਲ, ਕਿਉਂਕਿ ਬੰਦੇ ਦਾ ਢਿੱਡ ਜਿਹੜਾ ਹੈ ਉਹ ਯਕੀਨਨ ਇਹਦੇ ਵਿੱਚ ਉਹ ਬੁਨਿਆਦੀ ਔਰ ਪਹਿਲੀ ਗੱਲ ਤੇ ਉਹ ਹੁੰਦੀ ਹੈ। ਉਸ ਤੋਂ ਬਾਅਦ ਪੈਸ਼ਨ ਦੇ ਤੌਰ ਤੇ ਲੋਕ ਗੱਲ ਕਰਦੇ ਪਏ ਨੇ ਔਰ ਆਪਣੀ ਗੱਲ ਪਹੁੰਚਾ ਵੀ ਰਹੇ ਨੇ। ਉਹ ਮਿਲੇਗਾ ਅਗਰ ਰੋਜ਼ਗਾਰ ਦਾ ਸਿਲਸਿਲਾ ਜੁੜੇਗਾ ਤੇ ਫਿਰ ਇਸ ਤੋਂ ਬਹੁਤ ਬਿਹਤਰ ਤਰੀਕੇ ਨਾਲ ਹੋਵੇਗਾ। ਈਵਨ ਪਹਿਲੇ ਪੰਜਾਬ ਯੂਨੀਵਰਸਿਟੀ ਦੇ ਅੰਦਰ ਹੀ ਪੰਜਾਬੀ ਦੇ ਹਵਾਲੇ ਦੇ ਨਾਲ ਕੰਮ ਹੋ ਰਿਹਾ ਸੀ। ਹੁਣ ਡਾਕਟਰ ਸਈਦ ਬੁੱਟਾ ਸਾਹਿਬ ਨੇ GC ਯੂਨੀਵਰਸਿਟੀ ਲਾਹੌਰ ਨੂੰ ਇੱਕ ਅੱਛੀ ਤਰ੍ਹਾਂ MPhil PhD ਦੇ ਤੌਰ ਤੇ ਇੱਕ ਕਲਾਰਵਾਂ ਔਰ ਚੰਗਾ ਡਿਪਾਰਟਮੈਂਟ ਦਾ ਇੱਕ ਇਜ਼ਾਫਾ ਬੁੱਟਾ ਸਾਹਿਬ ਦੀ ਕੋਸ਼ਿਸ਼ਾਂ ਨਾਲ ਹੋਇਆ। ਸਰਗੋਧਾ ਦੇ ਅੰਦਰ ਅੱਜ ਵੀ ਅਸੀਂ ਦੇਖ ਲਓ ਕਿ ਚੌਥੀ ਇੱਕ ਕਾਨਫਰੰਸ ਦੇ ਵਿੱਚ ਗੱਲ ਕਰਦੇ ਪਏ। ਪਹਿਲੇ ਵੀ 3 ਕਾਨਫਰੰਸ ਬੜੀਆਂ ਭਰਪੂਰ ਤਰੀਕੇ ਦੇ ਨਾਲ ਹੋਈਆਂ ਨੇ। ਸਾਡੀਆਂ ਲਾਹੌਰ ਦੇ ਅੰਦਰ ਜਿਹੜੀਆਂ ਪੰਜਾਬੀ ਤਨਜ਼ੀਮਾਂ ਨੇ ਉਹਨਾਂ ਦਾ ਕੰਮ ਬਹੁਤ ਅੱਛਾ ਹੈ। ਲਾਹੌਰ ਕਾਲਜ ਆਫ ਵੂਮਨ ਯੂਨੀਵਰਸਿਟੀ ਹੈ, ਫੈਸਲਾਬਾਦ ਦੇ ਅੰਦਰ ਡਾਕਟਰ ਫਿਆਜ਼ ਮਗਿਆਣਾ ਸਾਹਿਬ ਨੇ ਔਰ ਉਹਨਾਂ ਦੀ ਟੀਮ ਸਾਰੀ ਕੰਮ ਕਰਦੀ ਪਈ ਹੈ। ਸੋ ਪਹਿਲੇ ਨਾਲੋਂ ਤੇ ਬਹੁਤ ਆਸ ਉਮੀਦ ਹੈ ਕਿ ਗੱਲ ਟੁਰੇਗੀ ਔਰ ਇਹ ਤਾਕਤ ਸਾਰੀ ਸਾਡੀ ਪਿਛਲੀਆਂ ਪੀੜ੍ਹੀਆਂ ਦੀ ਮਿਹਨਤ ਹੈ ਜਿਨ੍ਹਾਂ ਗੱਲ ਸਾਡੇ ਤੱਕ ਲਿਆਂਦੀ ਔਰ ਰੱਬ ਕਰੇ ਕਿ ਅਸੀਂ ਤੁਸੀਂ ਸਾਰੇ ਮਿਲ ਕੇ ਇਸ ਗੱਲ ਨੂੰ ਅੱਗੇ ਲੈ ਕੇ ਚੱਲੀਏ। ਔਰ ਜ਼ੈਦ ਹਸਨ ਸਾਹਿਬ ਉਹਦੇ 'ਚ ਬਜ਼ਾਤੇ ਖੁਦ ਤੁਹਾਡਾ ਤੱਸੀ ਧਰਤੀ ਵਰਗਾ ਜਿਹੜਾ ਨਾਵਲ ਹੈ ਉਹ ਔਰ ਬਾਕੀ ਜਿਹੜੀਆਂ ਤੁਹਾਡੇ ਕੰਮ ਨੇ ਸਾਰੇ ਉਹ ਆਪ ਤੁਸੀਂ ਵੇਖ ਰਹੇ ਹੋ ਕਿ ਉਸ ਨਾਵਲ ਨੂੰ ਲੋਕਾਂ ਨੇ ਕਿੰਨਾ ਪਸੰਦ ਕੀਤਾ ਕਿ ਉਹਦੇ ਵਿੱਚ ਕਲਚਰ ਔਰ ਕਲਚਰ ਨਾਲ ਜੁੜਿਆ ਹੋਇਆ ਬੰਦਾ ਔਰ ਉਹਦੀ ਆਵਾਜ਼ ਔਰ ਉਹਦੀ ਸੋਚ ਕਿਸ ਤਰ੍ਹਾਂ ਸਾਹਮਣੇ ਆਈ ਹੈ। ਤੇ ਸੋ ਬਿਲਕੁਲ ਆਸ ਔਰ ਉਮੀਦ ਨਾਲ ਆਇਆ ਸੀ ਕਿ ਚੱਲੇਗੀ ਗੱਲ, ਅੱਗੇ ਟੁਰੇਗੀ। ਜੀ ਮਨੀਰ ਸਾਹਿਬ। ਵੱਟੂ ਸਾਹਿਬ ਇੱਕ ਮੈਂ ਇਜ਼ਾਫਾ ਕਰਦਾ ਜਾਵਾਂ ਤੁਹਾਡੀ ਗੱਲ ਦੇ ਵਿੱਚ ਕਿ ਅਸੀਂ ਬੁੱਢਾ ਸਾਹਿਬ ਦੀ ਅਗਵਾਈ ਦੇ ਵਿੱਚ ਖੁਸ਼ ਵਸੇ ਦੇ ਸਾਡੇ ਲਾਹੌਰ ਦੇ ਵਿੱਚ ਇੱਕ ਅਸੀਂ ਸੈਮੀਨਾਰ ਕਰਵਾਇਆ ਸੀ ਅਹਿਮਦ ਖਾਨ ਖਰਲ ਔਰ ਬਾਕੀ 1857 ਜਿਤਨੇ ਹੀਰੋਜ਼ ਨੇ। ਜੀ ਬਿਲकुल। ਔਰ ਉਹ ਇੱਕ ਲਹਿਰ ਐਸੀ ਚੱਲੀ ਹੈ ਕਿ ਜਿਹੜੇ ਕਿ ਇਸ ਸਾਲ 21 ਸਤੰਬਰ ਨੂੰ ਪੰਜਾਬ ਦੇ 21 ਸ਼ਹਿਰਾਂ ਦੇ ਵਿੱਚ ਉਹ ਜਿਹੜਾ ਉਹ ਡੇ ਮਨਾਇਆ ਗਿਆ, ਜਿਹੜਾ ਅਹਿਮਦ ਖਾਨ ਖਰਲ ਦਾ ਸ਼ਹੀਦੀ ਡੇ ਹੈ, ਦਿਹਾੜ ਹੈ, ਉਹ ਮਨਾਇਆ ਗਿਆ। ਸੇਮ ਹੈ ਪਿਛਲੇ ਮਹੀਨੇ ਦੁੱਲਾ ਭੱਟੀ ਦਾ ਜਿਹੜਾ ਡੇ ਹੈ ਉਹ ਕਾਫੀ ਸ਼ਹਿਰਾਂ ਦੇ ਵਿੱਚ ਮਨਾਇਆ ਗਿਆ। ਕਾਫੀ ਚੀਜ਼ਾਂ ਜਿਹੜੀਆਂ ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ ਦੇ ਆਉਣ ਨਾਲ ਔਰ ਅਸੀਂ ਇੱਥੇ ਕੋਸ਼ਿਸ਼ ਕੀਤੀ ਸੀ ਕਾਲਜ ਦੇ ਵਿੱਚ ਕਿ ਜਿਹੜੀ ਸਿਨਫਾਂ ਨੇ ਪੁਰਾਣੀਆਂ ਢੋਲਾ ਉਹਦੀ ਰਿਵਾਈਵਲ ਕਰੀਏ, ਜਿਹੜੀ ਇਹ ਸਾਡਾ ਕਲਚਰ ਹੈ ਉਸ ਨੂੰ ਇਦਾਰਿਆਂ ਦੇ ਵਿੱਚ ਲੈ ਕੇ ਆਈਏ। ਅਸੀਂ ਝੂਮਰ ਨੂੰ ਇੰਟਰੋਡਿਊਸ ਕਰਵਾਇਆ, ਢੋਲੇ ਨੂੰ ਇੰਟਰੋਡਿਊਸ ਕਰਵਾਇਆ ਔਰ ਇਹ ਹੁਣ ਮੈਂ ਦੇਖਿਆ ਹੈਗਾ ਕਿ ਕੋਵਿਡ ਦੀਆਂ ਤੋਂ ਥੋੜਾ ਜਿਹਾ ਮਸਾਇਲਾ, ਲੇਕਿਨ ਹੁਣ ਮੁxtਲਿਫ ਕਾਲਜਾਂ ਦੇ ਵਿੱਚ ਢੋਲੇ ਵੀ ਬੱਚੇ ਗਾ ਰਹੇ ਨੇ, ਝੂਮਰ ਵੀ ਮੁxtਲਿਫ ਕਾਲਜਾਂ ਦੇ ਵਿੱਚੋਂ ਸਾਨੂੰ ਨਜ਼ਰ ਆ ਰਹੀ ਹੈ। ਇਸ ਤਰ੍ਹਾਂ ਕੋਸ਼ਿਸ਼ ਕੀਤਿਆਂ ਥੋੜਾ ਜਿਹਾ ਹਿਲਿਆ ਜੁਲਿਆ ਚੀਜ਼ਾਂ ਰਿਵਾਈਵਲ ਹੁੰਦੀਆਂ ਨੇ ਔਰ ਇਨਸ਼ਾਅੱਲਾ ਹੁਣ ਜਦੋਂ ਕਾਲਜਾਂ ਦੇ ਵਿੱਚ ਇਹ ਚੀਜ਼ਾਂ ਸ਼ੁਰੂ ਹੋ ਗਈਆਂ ਨੇ, ਪੰਜਾਬੀ ਉਸਤਾਦ ਆਪਣਾ ਇਨੀਸ਼ੀਏਟਿਵ ਲੈ ਰਿਹਾ ਹੈ ਕਿ ਉਹ ਇਹ ਕੰਮ ਕਰ ਰਿਹਾ ਹੈਗਾ। ਹੁਣ ਸਾਡੇ ਕੋਲ ਜਿਹੜੇ ਸਾਡੇ ਕਾਲਜ ਦੇ ਬੱਚੇ ਪੜ੍ਹੇ ਨੇ ਮੁxtਲਿਫ ਯੂਨੀਵਰਸਿਟੀ ਚਲੇ ਗਏ ਨੇ, ਹੁਣ ਯੂਨੀਵਰਸਿਟੀ ਉਹਨਾਂ ਤੋਂ ਲਾਭ ਲੈ ਰਹੀਆਂ ਨੇ। ਤਾਂ ਸੋ ਹੁਣ ਬਹੁਤ ਵੱਡੀ ਆਸ ਬਣ ਚੁੱਕੀ ਹੈ ਕਿ ਇਨਸ਼ਾਅੱਲਾ ਅਸੀਂ ਉਸ ਪਾਸੇ ਜਾ ਰਹੇ ਹਾਂ ਕਿ ਜਦੋਂ ਸਾਡਾ ਕਲਚਰ ਜਿਹੜਾ ਹੈ ਉਹ ਸਾਡਾ ਜਿਹੜਾ ਬੰਦਾ ਹੈ, ਸਾਡਾ ਬੱਚਾ ਹੈ, ਉਹ ਆਪਣੇ ਕਲਚਰ ਨਾਲ ਜੋੜ ਕੇ ਆਪਣੀ ਤਰੱਕੀ ਦਾ ਖਾਬ ਦੇਖੇਗਾ। ਜੀ ਹਾਂ ਬਿਲਕੁਲ। ਔਰ 1857 ਰਾਇਮ ਖਾਨ ਖਰਲ ਵਾਲਾ ਤਾਂ ਬੁੱਟਾ ਸਾਹਿਬ ਦਾ ਇੱਕ ਦੀਨ ਸੀ, ਇੱਕ ਬੜਾ ਵੱਡਾ ਇਨੀਸ਼ੀਏਟਿਵ ਸੀ ਜਿਹੜਾ ਉਹਨਾਂ ਸਟਾਰਟ ਕੀਤਾ ਔਰ ਅੱਜ ਤੇ ਉਹ ਇੱਕ ਆਵਾਜ਼ ਦੇ ਤੌਰ ਤੇ ਟੁੱਟਦਾ ਪਿਆ। ਸਹੀ ਕਹਿ ਰਹੇ ਹੋ। 4 ਪ੍ਰੋਗਰਾਮ ਤਾਂ ਮੈਂ ਉਸ ਤੇ ਪ੍ਰੋਗਰਾਮ ਦੇ ਤਸਲਸਲ ਦੇ ਵਿੱਚ ਇਸ ਕਾਲਜ ਵਿੱਚ ਕਰਵਾ ਚੁੱਕਾ ਨਾ। ਹਾਂਜੀ। ਉਸੇ ਤੋਂ ਹੀ ਇੱਕ ਲਹਿਰ ਜਿਹੜੀ ਸਾਡੀ ਹੈ ਤੋੜ ਜਨੂਬੀ ਪੰਜਾਬ ਤੱਕ। ਇਸ ਤੋਂ ਬਾਅਦ ਤੁਸੀਂ ਦੇਖਿਓ ਕਿ ਮੁਲਤਾਨ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਹੈ
ਹਾਂਜੀ। 21 ਸਤੰਬਰ ਨੂੰ। ਬਿਲਕੁਲ। ਔਰ ਉਹ ਇਸ 3 ਲਾਹੌਰ ਦੇ ਵਿੱਚ ਜੀ ਬਹੁਤ ਬਹੁਤ GC ਦੇ ਸ਼ੁਕਰੀਆ ਹਵਾਲੇ ਨਾਲ ਜੱਪਾ ਹੋਏ ਸਾਹਿਬ। ਨੇ, ਔਰ ਅਹਿਮਦ ਗਨੀ ਦੇ ਪ੍ਰੋਗਰਾਮ ਨੇ। ਜੀ ਜੀ ਡਾਕਟਰ ਸਾਹਿਬ ਜੀ। ਹਾਂਜੀ, ਮੈਂ ਅਗਲਾ ਸਵਾਲ, ਮੇਰਾ ਖਿਆਲ ਅਗਲੇ ਸਵਾਲ ਵੱਲ ਆਈਏ। ਐਮਨ ਹੈ ਨੇ ਕੋਈ, ਇਹਨਾਂ ਨੇ ਸਵਾਲ ਕੀਤਾ ਹੈ ਕਿ ਜੀ ਸੂਫੀ ਸ਼ਾਇਰੀ ਤੇ ਅਦਬ ਵਿੱਚ ਔਰਤ ਨੂੰ ਹੀ ਕਿਉਂ ਫੋਕਸ ਕੀਤਾ ਗਿਆ ਹੈ? ਅੱਛਾ, ਦਿਲਚਸਪ ਸਵਾਲ ਹੈ ਇਹਦੇ ਬਾਰੇ ਦੋ ਜੀ ਨਜ਼ਰੀਆਤ ਭੱਟੂ ਸਾਹਿਬ। ਸੂਫੀ ਅੱਛਾ, ਸੂਫੀ ਜੀ, ਜੀ। ਸ਼ਾਇਰੀ ਦੇ ਵਿੱਚ ਤੇ ਜੀ ਜੱਪਾ ਸਾਹਿਬ ਤੁਸੀਂ ਬੋਲੋ। ਜੀ ਜੀ ਜੱਪਾ ਸਾਹਿਬ ਪਲੀਜ਼। ਜਿਹੜੇ ਦੋ ਨਜ਼ਰੀਆਤ ਦੇ ਵਿੱਚ ਕੰਮ ਕਰਦੇ ਨੇ। ਇੱਕ ਤਾਂ ਚੂੰਕਿ ਸੂਫੀਆਰ ਅਸੀਂ ਵੇਖਿਆ ਕਿ ਸ਼ਾਹ ਹੁਸੈਨ ਨੇ ਜਿਹੜਾ ਨਜ਼ਰੀਆ ਦਿੱਤਾ ਸਾਨੂੰ ਕਿ ਉਸਨੇ ਪਹਿਲੀ ਦਫਾ ਜਿਹੜੀ ਸਾਡੀ ਲੋਕ ਦਾਸਤਾਨਾਂ ਦੇ ਕਿਰਦਾਰਾਂ ਨੂੰ ਮੁਤਾਰਫ ਕਰਵਾਇਆ। ਉਹਦੇ ਵਿੱਚ ਉਸਨੇ ਰਾਂਝੇ ਨੂੰ ਰੱਬ ਮੁਰਾਦ ਲਿਆ ਔਰ ਹੀਰ ਨੂੰ ਅਵਾਮ ਮੁਰਾਦ ਲਿਆ। ਉਹਦੇ ਪਿੱਛੇ ਲਾਜਕ ਇਹ ਨਜ਼ਰ ਆਉਂਦੀ ਹੈ ਕਿ ਚੂੰਕਿ ਮਰਦ ਤਾਕਤਵਰ ਹੈ ਔਰ ਤਾਕਤਵਰ ਹਸਤੀ ਅੱਲਾਹ ਤਾਲਾ ਦੀ ਹੈ, ਔਰ औरत ਜਿਹੜੀ ਹੈ ਉਹ ਨਿਮਾਣੀ ਹੈ, ਔਰ ਉਹ ਨਿਮਾਣੇ ਅਵਾਮ ਨੇ। ਜਿਹੜੇ ਸੂਫੀਆ ਨੇ ਇਸ ਨਜ਼ਰੀਏ ਨੂੰ ਮੇਰਾ ਖਿਆਲ ਲੈ ਕੇ ਚੱਲੇ ਨੇ ਕਿ ਉਹ ਤਾਕਤਵਰ ਹਸਤੀ ਮਰਦ ਹੈ, ਮਰਦ ਅੱਲਾਹ ਤਾਲਾ ਦੀ ਜ਼ਾਤ ਹੈ, ਉਹ ਮਾਸ਼ੂਕ ਹੈ, ਔਰ ਆਸ਼ਿਕ ਜਿਹੜਾ ਹੈ ਉਹ ਬੰਦਾ ਹੈ, ਮਾੜਾ ਜੀ ਹੈ। ਇਸ ਵਜ੍ਹਾ ਤੋਂ ਔਰਤ ਨੂੰ ਉਹਨਾਂ ਆਸ਼ਿਕ ਰੱਖਿਆ ਹੈ ਔਰ ਮਰਦ ਨੂੰ ਉਹਨਾਂ ਨੇ ਮਾਸ਼ੂਕ ਰੱਖਿਆ ਹੈ। ਉਹ ਨਜ਼ਰੀਆ ਸੂਫੀਆ ਲੈ ਕੇ ਚੱਲੇ ਨੇ। ਸ਼ਾਹ ਹੁਸੈਨ ਦੀ ਤਰਫ ਮੈਨੂੰ ਸਮਝ ਆਈ ਹੈ। ਦੂਸਰਾ ਦਰਾਵੜੀ ਤਹਿਜ਼ੀਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇੱਕ ਨਜ਼ਰੀਆ ਉਹ ਵੀ ਚੱਲਦਾ ਹੈ ਕਿ ਦਰਾਵੜੀ ਤਹਿਜ਼ੀਬ ਦੇ ਵਿੱਚ ਜਿਹੜੀ ਹੁਕਮਰਾਨੀ ਸੀ ਉਹ ਔਰਤ ਦੀ ਸੀ ਤੇ ਇਸ ਵਜ੍ਹਾ ਤੋਂ ਹੀ ਔਰਤ ਨੂੰ ਪ੍ਰੋਮਿਨੈਂਟ ਕੀਤਾ ਗਿਆ। ਭੱਟੂ ਸਾਹਿਬ ਤੁਸੀਂ ਇਸ ਤੇ ਰੋਸ਼ਨੀ ਪਾਓ। ਬਿਲਕੁਲ, ਦੋ ਗੱਲਾਂ ਜਿਹੜੀਆਂ ਜੱਪਾ ਸਾਹਿਬ ਨੇ ਕੀਤੀਆਂ ਨੇ। ਅੱਛਾ, ਇੱਕ ਚੀਜ਼ ਇਹਦੇ 'ਚ ਨਾ ਮੈਨੂੰ ਜਿਹੜੀ ਹੋਰ ਹੈ ਕਿ ਦੁਨੀਆ ਦੇ ਅਗਰ ਸਾਰੇ ਲਿਟਰੇਚਰ ਨੂੰ ਵੇਖੀਏ ਨਾ ਤੇ ਉਹਦੇ 'ਚ ਆਸ਼ਿਕ ਔਰ ਮਹਿਬੂਬ ਦਾ ਕਨਸੈਪਟ ਸਾਡੇ ਸਾਹਮਣੇ ਆਉਂਦਾ। ਮਤਲਬ ਯੂਨਾਨ ਦੇ ਵਿੱਚ ਤੁਹਾਨੂੰ ਮਰਦੀ ਆਸ਼ਿਕ ਔਰ ਮਰਦੀ ਮਹਿਬੂਬ ਪੁਰਾਣਾ ਜਿਹੜਾ ਯੂਨਾਨੀ ਲਿਟਰੇਚਰ ਹੈ ਉਹਦੇ 'ਚ ਵਿਖਾਈ ਦਿੰਦਾ। ਈਰਾਨੀ ਔਰ ਅਰਬੀ ਦੇ ਵਿੱਚ ਮਰਦ ਆਸ਼ਿਕ ਹੈ ਔਰ ਔਰਤ ਮਹਿਬੂਬ ਦੇ ਤੌਰ ਤੇ ਹੈ। ਲੇਕਿਨ ਹਿੰਦੁਸਤਾਨ ਦੀ ਧਰਤੀ ਅੰਦਰ ਉਹ ਸੰਸਕ੍ਰਿਤ ਹੈ, ਪੰਜਾਬੀ ਹੈ, ਲੋਕਲ ਸਾਰੀਆਂ ਜ਼ਬਾਨਾਂ ਦੇ ਵਿੱਚ ਤੁਸੀਂ ਵੇਖੋ ਨਾ ਤੇ ਆਸ਼ਿਕ ਔਰਤ ਹੈ। ਅੱਛਾ, ਇਸ ਗੱਲ ਨੂੰ ਅਸੀਂ ਇਵੇਂ ਵੀ ਜ਼ਿਆਦਾ ਠੀਕ ਸਮਝਦੇ ਹਾਂ ਕਿ ਸਾਡਾ ਲੋਕ ਅਦਬ ਦਾ ਜਿੰਨਾ ਵੀ ਇਜ਼ਹਾਰ ਹੈ ਉਹ ਔਰਤ ਵੱਲੋਂ ਹੈ। ਅੱਛਾ, ਕਿ ਉਹ ਲੋਰੀ ਕਹਿ ਲਓ ਔਰਤ ਵੱਲੋਂ ਹੈ, ਮਾਹੀਆ ਮਰਦ ਮੁਖਾਤਬ ਹੈ ਔਰਤ ਵੱਲੋਂ ਹੈ, ਟੱਪਾ ਔਰਤ ਵੱਲੋਂ ਹੈ, ਢੋਲਾ ਔਰਤ ਵੱਲੋਂ ਕਿਹਾ ਗਿਆ ਹੈ। ਈਵਨ ਤੁਸੀਂ ਲੋਰੀ ਤੋਂ ਲੈ ਕੇ ਵੈਨ ਤੱਕ ਸਾਰੇ ਲੋਕ ਅਦਬ ਦੇ ਵਿੱਚ ਇਜ਼ਹਾਰ ਔਰਤ ਦਾ। ਅੱਛਾ, ਇਹ ਇਜ਼ਹਾਰ ਕਿਉਂ ਔਰਤ ਵੱਲੋਂ ਹੈ? ਮਰਦ ਵੱਲੋਂ ਵੀ ਹੈ ਪ੍ਰੋਪਰ, ਬਾਅਦ ਚ ਆ ਕੇ ਮਾਹੀਏ ਮਰਦਾਂ ਵੱਲੋਂ ਵੀ ਨੇ, ਢੋਲੇ ਮਰਦਾਂ ਵੱਲੋਂ ਵੀ ਨੇ, ਲੇਕਿਨ ਮੁਖਾਤਬ ਕਿਉਂਕਿ ਮਰਦ ਹੈ ਤੇ ਲਿਹਾਜ਼ਾ ਅਸੀਂ ਇਹ ਕਹਿੰਦੇ ਹਾਂ ਕਿ ਗੱਲ ਦਾ ਜਿਹੜਾ ਸਟਾਰਟ ਹੈ ਇਹ ਔਰਤ ਵੱਲੋਂ ਹੀ ਹੋਇਆ। ਇਹ ਕਿਉਂ ਔਰਤ ਵੱਲੋਂ ਹੈ? ਇਹਦੇ 'ਚ ਇੱਕ ਗੱਲ ਤਾਂ ਇਹ ਨਾ ਕਿ ਜਿਸਲੇ ਬੰਦੇ ਦੇ ਜਜ਼ਬਾਤ ਜਿਹੜੇ ਨੇ ਨਾ ਉਹ ਜਿੰਨੇ ਪਵਿੱਤਰ ਹੁੰਦੇ ਨੇ ਨਾ ਤੇ ਇਜ਼ਹਾਰ ਦੀ ਤਾਕਤ ਵੀ ਹੁੰਦੀ ਹੈ ਉਹਦੇ ਕੋਲ। ਔਰਤ ਕੋਲ ਇਸ਼ਕ ਦੇ ਵਿੱਚ ਨਾ ਸ਼ਾਇਦ ਮੈਂ ਇਹ ਸਮਝਣਾ ਕਿਉਂ ਉਹਦੇ 'ਚ ਪਵਿੱਤਰਤਾ ਜ਼ਿਆਦਾ ਹੈ ਨਿਸਬਤਨ ਮਰਦ ਦੇ, ਕਿਉਂਕਿ ਮਰਦ ਕੋਲ ਆਪਸ਼ਨ ਮੌਜੂਦ ਹੈ ਆਪਣੀ ਫਿਜ਼ੀਕਲੀ। ਮੈਂ ਜਿਹੜੀ ਉਹਦੀ ਸੂਰਤ ਹਾਲ ਹੈ ਉਹਨੂੰ ਦੇਖ ਰਿਹਾ। ਮਰਦ ਦੀ ਔਰਤ ਦੀ ਸਪੁਰਦਗੀ ਹੁੰਦੀ ਹੈ। ਔਰਤ ਆਪਣੇ ਆਪ ਨੂੰ ਜਿਸ ਤੇ ਜਿੰਦੇ ਹਵਾਲੇ ਕਰਦੀ ਹੈ ਉਹ ਇਸ਼ਕ 'ਚ ਸੱਚਾਈ ਹੈ। ਸੋ ਸੂਫੀਜ਼ਮ ਦੇ ਅੰਦਰ ਵੀ ਫੋਕ ਦੀ ਇਸ ਤਾਕਤ ਨੂੰ ਲਿਆ ਗਿਆ ਕਿ ਜਿਸ ਤਰ੍ਹਾਂ ਔਰਤ ਆਪਣੇ ਇਸ਼ਕ ਦੇ ਵਿੱਚ ਸੱਚੀ ਹੈ, ਸੋ ਔਰਤ ਦੇ ਤੌਰ ਤੇ ਹੀ ਆਪਣੇ ਆਪ ਨੂੰ ਉਹਨਾਂ ਸੀਗਾ ਮੁਅੰਨਸ ਦੇ ਵਿੱਚ ਬਿਆਨ ਕਰਕੇ ਰੱਬ ਨੂੰ ਐਡਰੈਸ ਕੀਤਾ। ਅੱਛਾ, ਦੂਸਰੀ ਇੱਕ ਹੋਰ ਇਹਦੀ ਵਜ੍ਹਾ ਵੀ ਇਹਨੂੰ ਮਤਲਬ ਕਿਸੇ ਹਵਾਲੇ ਨਾਲ ਅਸੀਂ ਦੇਖ ਸਕਦੇ ਹਾਂ ਕਿਉਂਕਿ ਸਾਡੇ ਕੋਲ ਨਾ ਤਸਵੁਫ ਯੂਨਾਨ 'ਚ ਬਹੁਤ ਸਾਰੀਆਂ ਸ਼ੈਵਾਂ ਸਨ ਜਿਹੜੀਆਂ ਅਰਬੀ ਦੇ ਵਿੱਚ ਟਰਾਂਸਲੇਟ ਹੋਈਆਂ ਔਰ ਜਿਹੜਾ ਉਹ ਯੂਨਾਨੀ ਫਲਸਫਾ ਹੈ ਉਹਦੀ ਵੀ ਪਹਿਲੀ ਜਿਹੜਾ ਪ੍ਰਾਇਮਰੀ ਸੋਰਸ ਅੱਜ ਸਾਨੂੰ ਮਿਲਦਾ ਉਹ ਅਰਬੀ ਦਾ ਮਿਲਦਾ। ਅਰਬੀ ਤੋਂ ਬਾਅਦ ਉਹ ਅੰਗਰੇਜ਼ੀ ਦੇ ਵਿੱਚ ਹੋ ਕੇ ਆਇਆ ਤੇ ਯੂਨਾਨ ਦੇ ਅੰਦਰ ਨਾ ਜਿਹੜਾ ਗਾਡ ਹੈ ਉਹ ਉਹਦਾ ਔਰ ਦੇਵੀ ਦਾ ਆਪਸ ਦੇ ਵਿੱਚ ਇਸ਼ਕ ਹੈ। ਸੋ ਦੇਵੀ ਦਾ ਇਜ਼ਹਾਰ ਮੁਅੰਨਸ ਸੀਗੇ ਦੇ ਵਿੱਚ ਹੁੰਦਾ ਪਿਆ। ਸੋ ਜਿਵੇਂ ਇਰਾਲਟਸ ਔਰ ਜ਼ਿਊਸ ਦਾ ਇਸ਼ਕ ਮੌਜੂਦ ਹੈ, ਇਸ ਤਰ੍ਹਾਂ ਉਹ ਰੀਤ ਟੁਰਦੀ ਟੁਰਦੀ ਪੰਜਾਬੀ ਵੱਲ ਆਈ ਹੋਵੇ। ਇੱਕ ਇਹਦਾ ਉਹ ਪੱਖ ਵੀ ਹੋ ਸਕਦਾ। ਦਰਾਵੜਨ ਜਿਹੜਾ ਸੁਸਾਇਟੀ ਦੇ ਵਿੱਚ ਕਿ ਉਹ ਦੋ ਤਰ੍ਹਾਂ ਦੇ, ਇੱਕ ਮਾਦਰ ਸਿਰੀ ਦੌਰ ਹੈ ਔਰ ਇੱਕ ਪਿਦਰ ਸਿਰੀ ਦੌਰ ਹੈ। ਤਾਰੀਖ 'ਚ ਕਿਹਾ ਜਾਂਦਾ ਹੈ ਕਿ ਇੱਕ ਅਜਿਹਾ ਦੌਰ ਹੈ ਜਿੱਥੇ ਔਰਤ ਹੁਕਮਰਾਨ ਸੀ
ਸੋ ਸ਼ਾਹ ਹੁਸੈਨ ਨੇ ਇਹਨੂੰ ਸਟਾਰਟ ਸੂਫੀਜ਼ਮ ਦੇ ਅੰਦਰ ਕੀਤਾ, ਤੇ ਇਹ ਵੀ ਠੀਕ ਹੋ ਸਕਦਾ ਕਿ ਸ਼ਾਹ ਹੁਸੈਨ ਨੇ ਆਪਣੀਆਂ ਜਿਹੜੀਆਂ ਜੜ੍ਹਾਂ ਨੇ ਉਹਨਾਂ ਨੂੰ ਆਰੀਆ ਤੋਂ ਪਹਿਲੇ ਵਾਲੀ ਸੁਸਾਇਟੀ ਨਾਲ ਜਾਂ ਤੇ ਮਿਲਾਨ ਦੇ ਤੌਰ ਤੇ ਇਸ ਸਿਲਸਿਲੇ ਨੂੰ ਚੁੱਕਿਆ ਹੋਵੇ। ਲੇਕਿਨ ਲੋਕ ਅਦਬ ਇਹ ਸ਼ੁਰੂ ਦੇ ਵਿੱਚ ਹੀ ਔਰਤ ਦੇ ਕੋਲ ਹੈ, ਇਹ ਸ਼ਾਹ ਹੁਸੈਨ ਤੋਂ ਵੀ ਬਹੁਤ ਪੁਰਾਣਾ ਹੈ। ਯਾਨੀ ਇਹ ਤਾਂ ਜਦੋਂ ਦਾ ਬੰਦਾ ਮੌਜੂਦ ਕਿਸੇ ਧਰਤੀ ਤੇ ਹੁੰਦਾ ਔਰ ਆਪਣਾ ਆਧਾਰ ਗਾਵਨ ਔਰ ਨੱਚਣ ਦੇ ਜ਼ਰੀਏ ਕਰਦਾ ਹੈ, ਤੇ ਸਾਰੀਆਂ ਸ਼ੈਵਾਂ ਉਦੋਂ ਦੀਆਂ ਮੌਜੂਦ ਨੇ। ਸੋ ਸਾਡੀ ਧਰਤੀ ਦੇ ਉੱਤੇ ਔਰਤ ਜਿਹੜੀ ਹੈ ਇਹਦੇ ਕੋਲ ਖੁੱਲ ਵੀ ਹੈ, ਇਹਦੇ ਕੋਲ ਇਜ਼ਹਾਰ ਵੀ ਹੈ, ਇਹਦੇ ਕੋਲ ਜਜ਼ਬਿਆਂ ਦੀ ਤਾਕਤ ਵੀ ਰਹੀ ਹੈ, ਔਰ ਇਹ ਆਸ਼ਿਕ ਦੇ ਤੌਰ ਤੇ ਹੀ ਮੁੱਢ ਤੋਂ ਲੈ ਕੇ ਹੁਣ ਤੱਕ ਆਈ ਹੈ। ਇਸੇ ਲਈ ਫੋਕ ਤੋਂ ਸੂਫੀਜ਼ਮ ਤੱਕ ਸਾਰਾ ਇਜ਼ਹਾਰ ਹੀ ਔਰਤ ਦਾ ਹੈ। ਜੀ जी बहुत शुक्रिया भट्ट साहब। एक और सवाल है बड़ा दिलचस्प है, कोई तकवी साहब ने या साहबा ने रोमानवी शायरी च कहते ने रोमानवी शायरी सारी तखयल ते ही मबनी हुंदी है, क्या जांदे है कि हीर रांझा सिर्फ कहानियां ने। ये इस सवाल दे उत्ते जप्पा साहब तुसीं पहले भट्टो साहब। जी जी जप्पा साहब प्लीज, ਤੁਹਾਡਾ ਮਾਈਕ ਆਫ ਹੈ ਜੁਪਾ ਸਾਹਿਬ। म्यूट हो जरा मैंने पूरा सवाल सुनाई देता, भट्टो साहब जवाब दे लो, बाद में मैं दे रहा पूरा जी, सवाल जी। सुनाई भी नहीं देता मैंने, आवाज काट से डॉक्टर साहब। ठीक है। अच्छा पहली गल तो कि किसी दास्तान का भी ना सच और झूठ होना माने नहीं रखता हुंदा। माने रखता हुंदा है कि शायर ने उहदे विच बयान की कीता है, वो शायर दा बयान कीता होया किसी समाज दा आइडियलिज्म ही हुंदा है। मसलन असी हीर और रांझे दी कहानी एक अपनी जगह ते, लेकिन वारिस शाह ने उन्होंने जिस तरह बयान किया और जिस तरह 18वीं सदी और एक पिछली विजडम दी जिहड़ी रीत है उन्होंने लिया के 18वीं सदी दे नाल जोड़ के सानू विखाया है, वड्डी गल होंदी है। हुण फिर भी तुहाडा सवाल जिहड़ा है मतलब इनकी अगर एक होर तय असीं वेखीए तो सारियां कहानियां जरा फरोल ते वेखो कि अगर रांझे हीर रांझे की किस्से दे विच असीं वेखीए कि तख्त हज़ारा जिहड़ा है ये बंदे दा टुरन है और जिहड़ा जंग है ये बंदे दी होवे मंजिल, ते मंजिल ताईं अपड़न लई बंदे नूं जिहड़े कष्ट कटने पैंदे ने कहानी होवे। वो 12 साल दा जंगल च मई चरावन बेले च होवे। 12 साल भी बकायदा एक टर्म है कि असीं कहने कि 12 साल बाद रूड़ी दी भी सुनी जाती है, 12 साल बाद फलानी तब्दीली हो जाती है, 12 साल बाद कई मिथ दी कहानियां ने कि 12 साल फलां जिहड़े बजुर्ग ने उन्होंने रोज़ा रखा, 12 साल इंज कीता। असल दे विच इस दे बाद भी जदों रांझे नूं हीर नहीं मिलदी तो फिर हीर रांझे वारिस शाह जिहड़ा रांझे नूं जोगी कोल भेजदा है, यानी मुर्शद कोल भेजदा है कि उहदी तब्दीली दे विच या प्योरीफिकेशन दे विच मजीद लोड़ है। इस तरह सस्सी पुन्नू दे विच सरा है, सोहनी महिवाल दे विच दरिया है, ये सारियां शैवां मिर्जा साहिबा दे विच जंगल है, ये सारियां रुमानी दास्तानां दे विच जिहड़ी एक रुकावट है, इम्तिहान दी घड़ी है जिन्हों तुसी पास करना है अपने सबर हौसले दे नाल और पॉजिटिविटी नाल, ते फिर जाके जिहड़ी मंजिल है वो तुहानूं मिलेगी। असल कहानियां दे रूप है हुंदे ने। हुण कहानी दा सच झूठ होना इहदे च सस्सी पुन्नू दा ते सस्सी नूं ते सस्सी तो एक मुराद चन्न भी लिया जाता, सो एक चन्न मिथ भी कही जाती है और बहुत पुरानी है, इहदे बारे तो कोई गल नहीं की जा सकती। मिर्जा साहिबा ते कबीले अपनी जगह ते बैठे ने और ये कहानी ते बिल्कुल सच दे उपर है और वो सारे लोग उन्हां दी अगलियां जिहड़ियां वस्सों है तुहाडे च भी सुनन वाले मौजूद होणगे। हीर रांझा दे बारे मुख्तलिफ मिलियां जुलियां रवायतां ने। कोई ये कि हीर दा जिहड़ा दरबार है हो सकदा वो हिराल्टस दा मकबरा होवे और यूनानी भी इत्थे आए ने, जिस वजह तो उनकी छत भी नहीं हैगी कि वो जिहड़ा हिराल्टस दा ज़्यूस नाल इश्क है और वो किरना पहलियां ने जिहड़ियां मकबरे दे उत्ते पैणियां चाहीदियां ने। इस तो इलावा माई हीर नाम का किरदार जंग दे विच होया भी है, इहदे बारे भी रवायतां मौजूद ने, चूचक भी मौजूद है। दमोदर ने कहा कि सब तो पहले कि मैनूं अखी डिठा है, लेकिन दमोदर और चूचक दे विच कुछ टाइम है ऐसा वो उवें नहीं विखाली देंदा। सो कहानी का सच झूठ होना मेरे वेखण च तो माने ही नहीं रखता, माने तो रखता है कि कहानी दे विच शायर ने बयान की कीता है। जी जप्पा साहब। तुहाडा माइक जप्पा साहब म्यूट है,
म्यूट है माइक ਤੁਹਾਡਾ। जी मेरा ख्याल है कि मैंने हुण थोड़ी क्वेश्चन ਦੀ ਸਮਝ ਤੁਹਾਡੇ ਜਵਾਬ ਤੋਂ ਆਈ ਹੈ ਕਿ ਇੱਕ ਕਹਾਣੀ ਦਾ ਤਲਕ ਸੱਚ ਦੇ ਨਾਲ ਹੁੰਦਾ ਹੈ ਜਾਂ ਝੂਠ ਹੈ ਜਾਂ ਟੋਟਲ ਇਹ ਵਾਕਿਆ ਕੀ ਹੈ। ਮੇਰੇ ਖਿਆਲ ਦਾ ਜ਼ਿਆਦਾ ਬਿਹਤਰ ਜਵਾਬ ਤਾਂ ਡਾਕਟਰ ਮੁਨੀਰ ਸਾਹਿਬ ਦੇ ਸਕਦੇ ਨੇ, ਕਿਉਂਕਿ ਜਿਨ੍ਹਾਂ ਨੇ ਦਮੂਦਰ ਨੂੰ ਵੀ ਬਗੌਰ ਪੜ੍ਹਿਆ ਔਰ ਵਾਰਿਸ ਸ਼ਾਹ ਨੂੰ ਵੀ ਉਹਨਾਂ ਦਾ ਟਾਪਿਕ ਵੀ ਇਹੀ ਹੈ। ਲੇਕਿਨ ਜਿਹੜੇ ਦੋ ਸਾਡੇ ਸਵਾਲ ਕਰ ਰਹੇ ਨੇ ਉਹਨਾਂ ਨੂੰ ਸਿਰਫ ਮੈਂ ਇਤਨਾ ਦੱਸਣਾ ਚਾਹਾਂਗਾ ਕਿ ਜਿਹੜਾ ਸ਼ਾਇਰ ਹੁੰਦਾ ਹੈ, ਜਿਹੜਾ ਕੋਈ ਕਿੱਸਾ ਲਿਖਦਾ ਹੈ, ਜੇ ਸਾਡੇ ਜਿਹੜੇ ਖਸੂਸਨ ਲੋਕਾਂ ਨੇ ਲੋਕ ਦਾਸਤਾਨਾਂ ਦੇ ਕਿੱਸੇ ਲਿਖੇ ਨੇ, ਉਹਨਾਂ ਦਾ ਕਤਨ ਇਹ ਲਿਖਣ ਦਾ ਮਕਸਦ ਨਹੀਂ ਸੀ ਕਿ ਇਹ ਕਿੱਸਾ ਸੱਚਾ ਹੈ ਜਾਂ ਝੂਠਾ ਹੈ। ਉਸ ਕਹਾਣੀ ਦੇ ਉਸ ਕਿੱਸੇ ਲਿਖਣ ਦੇ ਪਿੱਛੇ ਹੋਰ ਬਹੁਤ ਸਾਰੇ ਮੁਹਰਕਾਤ ਹੁੰਦੇ ਨੇ। ਜਿਵੇਂ ਵਾਰਿਸ ਸ਼ਾਹ ਨੇ ਕਿੱਸਾ ਲਿਖਿਆ ਹੈ, ਉਹਦੇ ਵਿੱਚ ਵਾਰਿਸ ਸ਼ਾਹ ਉਸ ਕਹਾਣੀ ਤੋਂ ਇਲਾਵਾ, ਉਸ ਸੱਚ ਔਰ ਝੂਠ ਤੋਂ ਇਲਾਵਾ ਜੋ ਕੁਝ ਬਿਆਨ ਕਰਨਾ ਚਾਹੁੰਦੇ ਸੀ ਨਾ, ਪੂਰੇ ਪੰਜਾਬ ਨੂੰ ਬਿਆਨ ਕੀਤਾ, ਉਹਦੇ ਕਲਚਰ ਨੂੰ ਬਿਆਨ ਕੀਤਾ, ਉਹਦੇ ਰਸਮਾਂ ਨੂੰ ਬਿਆਨ ਕੀਤਾ। ਉਸ 18ਵੀਂ ਸਦੀ ਦੀ ਜ਼ਬਾਨ ਸਾਡੇ ਸਾਹਮਣੇ ਲੈ ਕੇ ਆਏ ਨੇ। ਉਸ ਵਕਤ ਦਾ ਪੂਰਾ ਪੰਜਾਬ ਸਾਡੇ ਸਾਹਮਣੇ ਲਿਆ ਕੇ ਖੜਾ ਰਿਹਾ ਹੈ। ਸਾਨੂੰ ਅਗਰ ਅਸੀਂ ਵੇਖਣਾ ਹੋਵੇ ਕਿ 18ਵੀਂ ਸਦੀ ਦਾ ਪੰਜਾਬ ਕਿਹੜੀ ਹਾਲਤ ਵਿੱਚ ਸਹੀ ਹੈ ਸੀ, ਕੀ ਰਸਮ ਰਿਵਾਜ ਸਨ, ਸਾਨੂੰ ਕਿਤੋਂ ਵੀ ਨਹੀਂ ਕੋਈ ਚੀਜ਼ ਨਹੀਂ ਮਿਲਦੀ ਕਿ 18ਵੀਂ ਸਦੀ ਦਾ ਪੰਜਾਬ ਕੀ ਹੈ। ਉਹ ਸਿਰਫ ਵਾਰਿਸ ਸ਼ਾਹ ਦਾ ਇੱਕ ਸਾਡੇ ਤੇ ਇਹਸਾਨ ਹੈ ਕਿ ਸਾਨੂੰ ਉੱਥੋਂ ਵਾਰਿਸ ਹੀਰ ਵਾਰਿਸ ਸ਼ਾਹ ਦੇ ਵਿੱਚੋਂ ਸਾਨੂੰ ਪੂਰਾ ਪੰਜਾਬ ਜਿਹੜਾ ਉਹ ਖਲੋਤਾ ਨਜ਼ਰ ਆਉਂਦਾ, ਬਲਕਿ ਜਿੰਦਾ ਜਗਦਾ ਟੁਰਦਾ ਫਿਰਦਾ ਆਪਣੇ ਕਾਰ ਵਿਹਾਰ ਕਰਦਾ ਪੰਜਾਬ ਨਜ਼ਰ ਆਉਂਦਾ। ਇਹ ਜੇ ਮੁਹਰਕਾਤ ਹੁੰਦੇ ਨੇ, ਇਹ ਜੀ ਵਜੂਹਾਤ ਹੁੰਦੀਆਂ ਨੇ ਜਦੋਂ ਕੋਈ ਲੋਕ ਦਾਸਤਾਨਾਂ ਬਿਆਨ ਕੀਤੇ ਜਾਂਦੇ ਨੇ, ਉਹਦਾ ਸੱਚ ਝੂਠ ਜਿਹੜਾ ਉਹ ਕਦੀ ਨਿਤਾਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਨਾ ਨਿਤਾਰਿਆ ਗਿਆ। ਔਰ ਬਿਹਤਰ ਜਵਾਬ ਇਸ ਪਾਸੇ ਡਾਕਟਰ ਮੁਨੀਰ ਸਾਹਿਬ ਆਪ ਦੇ ਸਕਦੇ ਨੇ। जी बहुत शुक्रिया जप्पा साहब। भुट्टा साहब भी मेरे ख्याल दोबारा ज्वाइन हो रहे जाने, तो उन्होंने भी कोई सवाल करने। एक सवाल है जी अपना असमा राव साहब ने पूछा कि साड़ी रोमानवी शायरी बहुत आला है, लेकिन पसंद कितने की जाती है। मेरा जवाब, मैं पैनलिस्ट वाल बाद जावांगा, मेरा जवाब है कि हर जगह पसंद की जाती है। एक अगर तुसी प्रैक्टिकल डेमो देखना तो इसे लाइव स्ट्रीम दे तुसी उस हिस्से ते जाओ जिसे जप्पा साहब ने कोई दौड़े और टप्पे और माइए सुनाए, तो ਉਹਦੇ ਉੱਤੇ ਸਭ ਤੋਂ ਜ਼ਿਆਦਾ ਕਮੈਂਟਸ ਨੇ, ਉਹਦੇ ਉੱਤੇ ਸਟੂਡੈਂਟ ਦਾ ਰਿਸਪੌਂਸ ਜਿਹੜਾ ਹੈ, ਉਹਦੇ ਉੱਤੇ ਸਾਡੇ ਲਿਸਨਰਸ ਦਾ, ਸਾਡੇ ਦੇਖਣ ਵਾਲਿਆਂ ਦਾ ਜਿਹੜਾ ਰਿਸਪੌਂਸ ਹੈ ਉਹ ਸਾਰੇ ਤੋਂ ਜ਼ਿਆਦਾ ਹੈ। ਤੇ ਬੁਨਿਆਦੀ ਤੌਰ ਤੇ ਕਿਉਂਕਿ ਜਿਹੜੀ ਇਹ ਸਾਡੀ ਰੋਮਾਨਵੀ ਸ਼ਾਇਰੀ ਹੈ, ਇਹ ਸਿੱਧਾ ਤੁਹਾਡੇ ਦਿਲ ਦੀ ਤਾਰ ਛੇੜਦੀ ਹੈ, ਇਸ ਵਾਸਤੇ ਹਰ ਜਗ੍ਹਾ ਪਸੰਦ ਕੀਤੀ ਜਾਂਦੀ ਹੈ। ਸਾਨੂੰ ਸਿਰਫ ਇਸ ਜਿਹੜਾ ਇੱਕ ਅਸੀਂ ਖੁਦ ਸਾਖਤਾ ਇੱਕ ਵਹਿਮ ਪਾਲ ਲਿਆ ਕਿ ਜੀ ਇਹ ਕਿਧਰੇ ਪਸੰਦ ਨਹੀਂ ਕੀਤੀ ਜਾਂਦੀ ਜਾਂ ਕਿਸੇ ਨੂੰ ਉਹਦੇ ਚੋਂ ਨਿਕਲਣ ਦੀ ਜ਼ਰੂਰਤ ਹੈ। ਇਹਦੇ ਉੱਤੇ ਵੱਟੂ ਸਾਹਿਬ ਬੜਾ ਕੁਇਕ ਕਮੈਂਟ ਇੱਕ ਕਿ ਜੀ ਸਾਡੀ ਰੋਮਾਨਵੀ ਸ਼ਾਇਰੀ ਬਹੁਤ ਆਲਾ ਹੈ, ਬਸ ਇੱਕ ਦੋ ਲਾਈਨਾਂ ਦਾ ਜਵਾਬ ਫਿਰ ਭੁੱਟਾ ਸਾਹਿਬ ਵੀ ਮੇਰੇ ਖਿਆਲ ਆਨਲਾਈਨ ਹੋ ਗਏ ਨੇ ਸੀ। ਭੁੱਟਾ ਸਾਹਿਬ ਜੀ ਡਾਕਟਰ ਸਾਹਿਬ, ਇਸ ਦਾ ਜਵਾਬ ਸਿਰਫ ਇਹ ਬਣਦਾ ਹੈ ਕਿ ਇਹ ਕਿੱਥੇ ਪਸੰਦ ਨਹੀਂ ਕੀਤੀ ਜਾਂਦੀ। ਇਹ ਤਾਂ ਸਵਾਲ ਬਣਦਾ ਸੀ ਕਿ ਕਿੱਥੇ ਪਸੰਦ ਨਹੀਂ ਕੀਤੀ ਜਾਂਦੀ, ਇਹ ਤਾਂ ਸਵਾਲ ਬਣਦਾ ਹੀ ਨਹੀਂ ਕਿ ਕਿੱਥੇ ਪਸੰਦ ਕੀਤੀ ਜਾਂਦੀ ਹੈ। ਹਰ ਜਗ੍ਹਾ ਤੇ ਹਰ ਥਾਂ ਜਿੱਥੇ ਪਸੰਦ ਕੀਤੀ ਜਾਂਦੀ ਹੈ, ਉਹ ਕਿਹੜੀ ਜਗ੍ਹਾ ਜਿੱਥੇ ਰੋਮਾਨਵੀ ਸ਼ਾਇਰੀ ਪਸੰਦ ਨਹੀਂ ਕੀਤੀ ਜਾਂਦੀ, ਇਹ ਤਾਂ ਸਵਾਲ ਬਣਦਾ ਹੈ ਕਿ ਕਿੱਥੇ ਨਹੀਂ ਕੀਤੀ ਜਾਂਦੀ। ਇਸ ਤੇ ਡਿਬੇਟ ਹੋ ਸਕਦੀ। ਜੀ ਭੁੱਟ ਸਾਹਿਬ, ਇਹਦੇ ਤੇ ਤੁਸੀਂ ਕੋਈ ਕਮੈਂਟ? ਨਹੀਂ, ਜਪਾ ਸਾਹਿਬ ਨੇ ਕਮੈਂਟ ਤਾਂ ਦੇ ਦਿੱਤਾ। ਅਸਲ ਦੇ ਵਿੱਚ ਤੇ ਤੁਸੀਂ ਦੇਖ ਲਓ ਕਿ ਸਾਡੇ ਜਿਹੜੇ ਸਿੰਗਰ ਨੇ ਉਹਨਾਂ ਦੀਆਂ ਜਿਹੜੀਆਂ ਅੱਜ ਤੋਂ ਪਹਿਲੇ ਤਾਂ ਕੇਸਟ ਆਈ ਨਾ, ਤੇ ਉਹ ਕੇਸ ਦੇ ਵਿਕਨ ਦਾ ਰਿਕਾਰਡ ਹੀ ਤੁਸੀਂ ਚੈੱਕ ਕਰ ਸਕਦੇ ਹੋ। ਈਵਨ ਇੱਕੋ ਅਤਾਉੱਲਾ ਤੇ ਨੂਰਜਹਾਂ ਦਾ ਹੀ ਚੈੱਕ ਕਰ ਲਓ ਤੇ ਇਹਦਾ ਜਵਾਬ ਤੁਹਾਨੂੰ ਆਪੇ ਲੱਭ ਜਾਵੇਗਾ ਕਿ ਅਤਾਉੱਲਾ ਉਹ ਸਿੰਧ ਤੋਂ ਸਟਾਰਟ ਹੁੰਦਾ ਹੈ ਤੇ ਦੂਜੇ ਕਸ਼ਮੀਰ ਦੀਆਂ ਹੱਦਾਂ ਤੱਕ ਸਾਰੀਆਂ ਥਾਵਾਂ ਤੋਂ ਸੁਣਾਈ ਦਿੰਦਾ। ਨੂਰਜਹਾਂ ਹੈ ਤੇ ਉਹਦਾ ਗਾਣਾ ਕਿੰਨਾ ਜ਼ਿਆਦਾ ਸੀ ਔਰ ਕਿੰਨਾ ਜ਼ਿਆਦਾ ਸੁਣਿਆ ਜਾਂਦਾ ਸੀ ਤੇ ਅੱਜ ਵੀ ਸੁਣਿਆ ਜਾ ਰਿਹਾ। ਤੇ ਬਾਕੀ ਕਲਾਸਿਕ ਔਰ ਬਾਕੀ ਤੇ ਉਹ ਤਾਦਾਦ ਇਹ ਬਸ ਇੱਕੋ ਤੁਸੀਂ ਨਾ ਅੱਜ ਕੱਲ੍ਹ ਤਾਂ ਗੂਗਲ ਦਾ ਜ਼ਮਾਨਾ ਹੈ, ਉੱਥੇ ਜ਼ਰਾ ਚੈੱਕ ਕਰ ਲਓ ਕਿ ਕਿੰਨੀ ਕੇਸਟ ਜਾਂ ਕਿੰਨਾ ਵਾਲੀਆਂ ਮੈਂ। ਔਰ ਅੱਜ ਕੱਲ੍ਹ ਤੇ ਕਿਉਂਕਿ ਆਡੀਓ ਸਾਰੀਆਂ ਫਿਰਦੀਆਂ ਨੇ ਕੇਸਟ ਦਾ ਔਰ ਉਹਨਾਂ ਚੀਜ਼ਾਂ ਦਾ ਉਵੇਂ ਜ਼ਮਾਨਾ ਰਹਿ ਨਹੀਂ ਗਿਆ, ਲੇਕਿਨ ਇੱਕ ਵਾਰੀ ਚੈੱਕ ਕਰ ਲਓ ਪੁਰਾਣਾ ਤਾਂ ਕਮ ਅਜ਼ ਕਮ। ਜੀ ਡਾਕਟਰ ਸਾਹਿਬ। जी भुट्टा साहब, तो मेरी आवाज आ रही? डॉक्टर सही भुट्टा साहब आवाज नहीं आ रही है? सर आवाज कट के आ रही है ਤੁਹਾਡੀ।
डॉक्टर सईद भुट्टा साहब सवाल है जी। अच्छा मैं सवाल बोलना जी, अगर आवाज तो आवे तो जवाब आ रहा है। सिर्फ पुछ रही जी पंजाबी बोलना साडे कोल इन्ना मालूम क्यों समझा जाता है, लोग क्यों प्रेफर नहीं करते पंजाबी बोलना, और किहड़े इकदामात ने जिन्हां नाल असीं इहदी रिवाइवल कर सकने कि असीं पंजाबी बोलण ते फखर कर सकीए। लारा बशर दा सवाल है। देखो जी, ये बड़ा ही अपना हिस्टोरिकल रूट ने इस क्वेश्चन दे कि अंग्रेज़ां ने पंजाब ते कब्जा करन तो बाद पंजाबी नूं तलीमी निज़ाम जो काट दिता और हिंदुस्तान दे दूजे सूबियां दे विच ते उसने प्राइमरी एजुकेशन मदर लैंग्वेज पढ़ाण दा हक दिता, लेकिन पंजाबियां नूं नहीं दिता। उसदा नतीजा ये होया कि पंजाबी जिहड़े ने अपने वरसे तो दूर होंदे गए और इस दे नाल बाद कॉलोनाइजर दे टैक्टिक्स सन कि जिन्हां दी वजह तो पंजाबी नूं एक नफरत दा निशान बना दिता गया। ਇਹਦੇ ਪਿੱਛੇ ਪੂਰਾ 6 ਨਸਲਾਂ ਦੀ ਕਹਾਣੀ ਹੈਗੀ ਕਿ 6 ਨਸਲਾਂ ਨੂੰ ਮਹਿਰੂਮ ਰੱਖਿਆ ਗਿਆ ਹੈਗਾ ਆਪਣੇ ਵਰਸੇ ਤੋਂ, ਆਪਣੀ ਸ਼ਨਾਖਤ ਤੋਂ। ਔਰ ਜਦੋਂ ਤੱਕ ਪੰਜਾਬੀ ਨੂੰ ਪ੍ਰਾਇਮਰੀ ਐਜੂਕੇਸ਼ਨ ਪਹਿਲੀ ਜਮਾਤ ਤੋਂ ਪੰਜਾਬੀ ਨਹੀਂ ਪੜਾਈ ਜਾਏਗੀ, ਬੱਚੇ ਦਾ ਆਪਣੇ ਵਰਸੇ ਦੇ ਬਾਰੇ ਇਤਮਾਦ ਪੈਦਾ ਨਹੀਂ ਹੋਏਗਾ, ਉਦੋਂ ਤੱਕ ਲੋਕਾਂ ਦੇ ਅੰਦਰ ਇਹ ਸ਼ਾਈਨੈਸ ਰਹੇਗੀ। ਬਾਕੀ ਚੀਜ਼ਾਂ ਨੇ ਕਿ ਬੇਸ਼ੁਮਾਰ ਸ਼ੈਵਾਂ ਨੇ ਕਿ ਸਾਰੇ ਸੋਸ਼ਲ ਸਟੇਟਸ, ਸਾਰੇ ਪੋਲੀਟੀਕਲ ਸਟੇਟਸ ਜਿਹੜੇ ਨੇ, ਸਾਰੇ ਇਕਨੋਮਿਕਸ ਜਿਹੜੇ ਸਟੇਟਸ ਨੇ, ਉਹ ਸਾਰੇ ਦੇ ਸਾਰੇ ਇਸੇ ਸਵਾਲ ਨਾਲ ਜੁੜੇ ਹੋਏ ਨੇ। ਅਗਰ ਜ਼ਬਾਨ ਪੰਜਾਬੀ ਪੜ੍ਹਾਈ ਜਾਵੇਗੀ, ਪੰਜਾਬੀ ਨੌਕਰੀ ਮਿਲੇਗੀ, ਪੰਜਾਬੀ ਨੂੰ ਇੱਜ਼ਤ ਮਿਲੇਗੀ, ਤਾਂ ਇਹ ਵਿਜ਼ਡਮ ਜਿਹੜੀ ਹੈਗੀ ਅੱਗੇ ਅਗਰ ਹਜ਼ਾਰਾਂ ਸਾਲਾਂ ਤੱਕ ਆਪਣਾ ਰੋਲ ਪਲੇ ਕਰ ਚੁੱਕੀ ਹੈਗੀ ਤਾਂ ਹੁਣ ਹੀ ਕੋਈ ਮਸਲਾ ਨਹੀਂ ਹੈਗਾ। ਅਸਲ ਚੀਜ਼ ਹੈਗੀ ਕਿ ਜ਼ਬਾਨ ਨੂੰ ਐਜੂਕੇਸ਼ਨ ਸਿਸਟਮ ਤੋਂ ਕੱਢ ਕੇ ਫਿਰ ਇਸ ਨੂੰ ਨਫ਼ਰਤ ਦਾ ਨਿਸ਼ਾਨਾ ਬਣਾ ਦਿੱਤਾ ਗਿਆ। ਤਾਂ ਚੂੰਕਿ ਯਕਤਰਫਾ ਪੁਆਇੰਟ ਆਫ ਵਿਊ ਹੈਗਾ, ਇੱਕ ਤਾਂ ਉਹ ਚੱਲਦਾ ਰਿਹਾ ਹੈਗਾ। ਇੱਕ ਪੁਆਇੰਟ ਆਫ ਵਿਊ ਰਿਹਾ ਹੈਗਾ ਕਿ ਪੰਜਾਬੀ ਜਿਹੜੀ ਹੈਗੀ ਉਹ ਜਹਿਲਾਂ ਦੀ ਜ਼ਬਾਨ ਹੈ, ਪੰਜਾਬੀ ਫਲਾਂ ਚੀਜ਼ ਨਹੀਂ, ਫਲਾਂ ਚੀਜ਼ ਨਹੀਂ ਹੈਗੀ। ਤਾਂ ਮੁਖਤਲਿਫ ਕਈ ਤਰ੍ਹਾਂ ਦੇ ਪ੍ਰਾਪੇਗੰਡਿਆਂ ਦੇ ਨਾਲ ਲੋਕਾਂ ਨੂੰ ਦੂਰ ਕੀਤਾ ਗਿਆ ਹੈਗਾ। ਅੱਜ ਵੀ ਇਹ 2021 ਦੇ ਵਿੱਚ ਹੀ ਪੰਜਾਬੀ ਨੂੰ ਲਾਗੂ ਕਰ ਦਿੱਤਾ ਜਾਵੇ ਪ੍ਰਾਇਮਰੀ ਸਤ੍ਹਾ ਤੋਂ, ਤਾਂ ਕੋਈ ਵਜ੍ਹਾ ਨਹੀਂ ਕਿ 10-20 ਸਾਲ ਦੇ ਅੰਦਰ ਅੰਦਰ ਲੋਕ ਜਿਹੜੇ ਨੇ ਉਹਨਾਂ ਦਾ ਆਪਣੇ ਵਰਸੇ ਦੇ ਬਾਰੇ ਇਤਮਾਦ ਬਹਾਲ ਨਾ ਹੋਵੇ। बहुत शुक्रिया डॉक्टर सईद भुट्टा साहब। मेरा ख्याल असी वाइंड अप करिए, हुण टाइम काफी हो गया। एक सवाल, बहुत सारे ऐसे ने, बहुत सवाल ने, हर सवाल का जवाब देना जाहिर है साढ़े वास्ते मुमकिन नहीं है क्योंकि टाइम की लिमिटेशन नहीं। एक दिलचस्प जो सवाल है, मैं लाइटर नोट से मुकाउण वास्ते बच्चे का सवाल है वाहिब साहब ने कोई जी, इन्होंने कहा जी कोई तवीज़ ऐसा मिल जाएगा जिस नाल मुहब्बत कंट्रोल होवे। ਤੇ ਮੇਰਾ ਇਹਨਾਂ ਨੂੰ ਸਵਾਲ ਹੈ, ਅਗਰ ਸੁਣ ਰਹੇ ਹੋ ਬੱਚੇ, ਤੁਸੀਂ ਮੁਹੱਬਤ ਕੰਟਰੋਲ ਕਰਨ ਲਈ ਤਵੀਜ਼ ਲੈਣਾ, ਕਿਉਂ ਨਫ਼ਰਤ ਕੰਟਰੋਲ ਕਰਨ ਵਾਸਤੇ ਤਵੀਜ਼ ਚਾਹੀਦੇ ਹੁੰਦੇ ਨੇ, ਮੁਹੱਬਤ ਨੂੰ ਕੰਟਰੋਲ ਨਹੀਂ ਕਰੀਦਾ। ਤੇ ਉਸ ਤੋਂ ਅਗਲਾ ਜਵਾਬ ਇਹ ਕਿ ਜੇ ਤੁਸੀਂ ਸਾਡੇ ਸਟੂਡੈਂਟ ਹੋ ਤੇ ਮੈਨੂੰ ਮਿਲੋ, ਮੈਂ ਤੁਹਾਡੇ ਜੇ ਮੈਨੂੰ ਕਹਿ ਕੇ ਤੁਹਾਨੂੰ ਕਿਧਰੋਂ ਤਵੀਜ਼ ਦਵਾ ਦੇਣਾ। ਤੇ ਜੇ ਤੁਸੀਂ ਸਾਡੇ ਸਟੂਡੈਂਟ ਨਹੀਂ ਹੋ ਤੇ ਫਿਰ ਤੁਸੀਂ ਤੁਹਾਡੇ ਅੱਬਾ ਜੀ ਦੇ ਨੋਟਿਸ 'ਚ ਆ ਗਏ ਤੇ ਤਦ ਵੀ ਤੁਹਾਨੂੰ ਤਵੀਜ਼ ਮਿਲ ਜਾਏਗਾ। ਤੇ ਬਹੁਤ ਸ਼ੁਕਰੀਆ ਆਪਣੇ ਤਮਾਮ ਪੈਨਲਿਸਟਾਂ ਦਾ, ਮੈਂ ਡਾਕਟਰ ਸਈਦ ਭੁੱਟਾ ਸਾਹਿਬ ਦਾ। ਮਾਜ਼ਰਤ ਵੀ ਸਾਰਿਆਂ ਤੋਂ ਕਿ ਨੈਟ ਦੇ ਪ੍ਰੋਬਲਮ ਦੀ ਵਜ੍ਹਾ ਤੋਂ ਅਸੀਂ ਥੋੜਾ ਬਹੁਤ ਬੇਚੱਸਾ ਜਿਹਾ ਕੰਮ ਹੋਇਆ, ਲੇਕਿਨ डिस्कशन अच्छी हो गई और साडा जिहड़ा मकसद है कि पैगाम पहुंचे तालिब इल्मां तक, साडे सुनने ताकि डिबेट छे। और अपने पैनलिस्टां नूं मेरी दरखास्त है कि ये जिहड़ी साडी स्ट्रीम है, ये साडी ब्रॉडकास्ट है, ये पई है नेट ते, स्टूडेंट सवाल करते रहणगे, तुसीं गाहे बगाहे विजिट करो इनू और सवालों के जवाब, क्योंकि विच बहुत अच्छे सवाल है ਜਿਹੜੇ ਸੀਰੀਅਸ ਡਿਬੇਟ ਜਿਹੜਾ ਸਾਡਾ ਆਸਫ ਸਮਝੋ ਤੇ ਟਾਈਮ ਕੱਢ ਕੇ ਦਾ ਜਵਾਬ ਦਿਓ। ਔਰ ਅਸੀਂ ਇੱਥੇ ਆਪਣੀ ਗੱਲ ਮੁਕਾਉਂਦੇ ਜੀ। ਬਹੁਤ ਸ਼ੁਕਰੀਆ ਤਮਾਮ ਪੈਨਲਿਸਟਾਂ ਦਾ, ਰੱਬ ਰੱਖੇ ਜੀ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਜੀ ਤੁਹਾਡਾ ਜੀ।